ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ। 2021 ਦਾ ਪਲੇਠਾ ਸ਼ੋਅ ਤੁਹਾਡੀ ਸੇਵਾ ਦੇ ਵਿੱਚ 9:12 ਹੋਏ ਨੇ ਤੇ 4 ਜਨਵਰੀ ਹੈ, ਵਰ੍ਹਾ 2021 ਦਾ। 4/22 ਪੋ ਨਾਨਕਸ਼ਾਹੀ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦਾ ਜਿਹੜਾ ਪਲੇਠਾ ਸ਼ੋਅ ਹੈ ਇਹਦੇ ਵਿੱਚ ਜਿਵੇਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਫੇਸਬੁੱਕ ਤੇ ਦੱਸ ਦਿੱਤਾ ਗਿਆ ਹੈ, ਅੱਜ ਸਾਰਾ ਦਿਨ ਜਿੰਨੇ ਅਸੀਂ ਮੇਜ਼ਬਾਨ ਆ ਇੱਕ ਦੂਜੇ ਨਾਲ ਬੈਠਾਂਗੇ। ਪਹਿਲੇ ਹਿੱਸੇ ਦੇ ਵਿੱਚ ਮੇਰੀ ਵਾਰੀ, ਇਸ ਨੂੰ ਮੈਂ ਮਾਣ ਸਮਝਦਾ ਕਿ ਸਾਡੇ ਸਾਰਿਆਂ ਦੇ ਮਨਪਸੰਦ ਮੇਜ਼ਬਾਨ ਨਵਜੋਤ ਢਿੱਲੋਂ ਜੀ ਪਹਿਲੇ ਘੰਟੇ ਦੇ ਵਿੱਚ ਮੇਰੇ ਨਾਲ ਬੈਠਣਗੇ। ਜੇ ਗੱਲਾਂ ਨਾ ਨਿਬੜੀਆਂ ਦੂਜੇ ਘੰਟੇ 'ਚ ਵੀ ਲੈ ਜਾਵਾਂਗੇ 10-15 ਮਿੰਟ। ਅੱਜ ਗੱਲਾਂ ਚੱਲਣੀਆਂ ਨੇ ਜ਼ਿੰਦਗੀ ਦੀਆਂ। ਉਹਨਾਂ ਦੇ ਇਸ ਪੱਤਰਕਾਰੀ ਤੋਂ ਬੜੀ ਵੱਡੀ ਟਰਾਂਜੀਸ਼ਨ ਜਿਹੜੀ ਹੈ, ਹੁਣ ਲਾਈਫ ਕੋਚ ਦੇ ਤੌਰ 'ਤੇ ਉਹ ਬਹੁਤ ਜ਼ਿਆਦਾ ਕੰਮ ਕਰ ਰਹੇ ਨੇ। ਕਮਿਊਨਿਟੀ ਭਾਈਚਾਰੇ ਦੇ ਵਿੱਚ ਕੀ ਮੁਸ਼ਕਲਾਂ ਵੇਖੀਆਂ, ਕਿੱਥੇ ਜ਼ਰੂਰਤ ਹੈ, ਇਹ ਗੱਲਬਾਤ ਹੋਏਗੀ। ਫਿਰ ਜਿੰਨਾ ਸਮਾਂ ਬਚਿਆ ਉਹਦੇ ਵਿੱਚ ਤੁਹਾਡੇ ਸੁਝਾਅ ਹਰਜੀਤ ਸਿੰਘ ਗਿੱਲ ਸ਼ੋਅ ਲਈ ਜਾਂ ਸ਼ੇਰੇ ਪੰਜਾਬ ਰੇਡੀਓ ਲਈ ਕੀ ਕਰਨਾ ਚਾਹੁੰਦੇ ਹੋ ਤੁਸੀਂ, ਕੀ ਚਾਹੁੰਦੇ ਹੋ ਕਿ ਬਦਲਾਅ ਹੋਵੇ। ਕਿਉਂਕਿ ਨਵਕਿਰਨ ਪੱਤੀ ਜਦ ਨੂੰ 12 ਵੱਜ ਜਾਣੇ ਸੀ, ਫਿਰ ਉਹਨਾਂ ਨੂੰ ਮੈਂ ਕਿਹਾ ਅੱਜ ਨਹੀਂ ਕੱਲ੍ਹ ਨੂੰ ਗੱਲ ਕਰ ਲਾਂਗੇ। ਉਸ ਤੋਂ ਬਾਅਦ ਨਿੰਮੀ ਡੌਲਾ ਜੀ ਦਾ ਸ਼ੋਅ ਹੋਣਾ, ਉਹਦੇ ਵਿੱਚ ਮੇਰੀ ਵਾਰੀ ਹੈ। ਮੈਂ ਨਿੰਮੀ ਡੌਲਾ ਜੀ ਹੋਰਾਂ ਦੇ ਨਾਲ ਬਹਿਣਾ। ਉਹਨਾਂ ਨੇ ਮੇਰੇ ਤੋਂ ਮੇਰੀ ਜ਼ਿੰਦਗੀ ਦੇ ਸਵਾਲ ਪੁੱਛਣੇ ਨੇ ਬੇਕਿਰਕ ਹੋ ਕੇ। ਇਉਂ ਨਹੀਂ ਹੈ ਵੀ ਅਸੀਂ ਇੱਕ ਦੂਜੇ ਦੇ ਕੁਲੀਗ ਆ, ਨਹੀਂ ਪੁੱਛਣੇ, ਕਿਉਂਕਿ ਇੱਕ ਸਫ਼ਰ ਅਜਿਹਾ ਜਿਹਦੇ ਸਫ਼ਰ 'ਤੇ ਜਦ ਅਸੀਂ ਸ਼ੁਰੂ ਹੁੰਦੇ ਹਾਂ ਤਾਂ ਅਸੀਂ ਸਾਰਾ ਕੁਝ ਤੁਹਾਡੇ ਕੋਲ ਲਈ ਫਿਰਦੇ ਹਾਂ। ਅਸੀਂ ਇੱਥੇ ਦੇ, ਤੁਸੀਂ ਬਾਈ ਸਾਡੇ ਪਿੰਡਾਂ ਦੇ। ਜਿੱਦਣ ਅਸੀਂ ਸਥਾਪਿਤ ਹੋ ਜਾਂਦੇ ਹਾਂ ਫਿਰ ਸਾਡੀਆਂ ਗੱਲਾਂ ਦੇ ਵਿੱਚ ਬਦਲਾਅ ਆ ਜਾਂਦਾ। ਫਿਰ ਸੁੱਚਾਂ ਸਾਡੇ ਸਵਿਚਸ ਸਾਡੇ ਕੋਲ ਆ ਜਾਂਦੀਆਂ ਨੇ। ਫਿਰ ਸਾਨੂੰ ਪਤਾ ਹੈ ਮੈਂ ਕਿੱਥੋਂ ਟਵਿਸਟ ਕਰਨਾ, ਕੀ ਗੱਲ ਕਰਨੀ ਹੈ। ਕਈ ਵਾਰ ਅਸੀਂ ਵੇਗ ਦੇ ਵਿੱਚ ਫਿਰ ਤੁਹਾਡੀਆਂ ਭਾਵਨਾਵਾਂ ਨੂੰ ਵੀ ਜ਼ਖਮੀ ਕਰਦੇ ਹਾਂ। ਮੈਂ ਵੀ ਹੋ ਸਕਦਾ ਹਾਂ, ਬਾਕੀ ਵੀ ਹੋ ਸਕਦੇ ਨੇ, ਕਿਉਂਕਿ ਹਰ ਮੇਜ਼ਬਾਨ ਆ ਜਿਹੜਾ ਉਹ ਸਾਰਿਆਂ ਨੂੰ ਦਾ ਪਸੰਦੀਦਾ ਨਹੀਂ ਹੋ ਸਕਦਾ। ਕੁਛ ਉਹਨੂੰ ਪਿਆਰ ਕਰਦੇ ਨੇ, ਕੁਛ ਉਹਨੂੰ ਨਫ਼ਰਤ ਕਰਦੇ ਨੇ, ਹਰ ਇੱਕ ਦੇ। ਪਰ ਇੱਕ ਚੀਜ਼ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਜਿਹੜੇ ਭਾਈਚਾਰੇ ਨੇ ਪਹਿਲਾਂ ਤਾਂ ਦਸਤਖਤ ਕਰਕੇ ਇਹ ਰੇਡੀਓ ਸਟੇਸ਼ਨ ਦਿੱਤੇ, ਫਿਰ ਰੇਡੀਓ ਸਟੇਸ਼ਨ ਨੇ ਸਾਨੂੰ ਮਾਈਕ ਦਿੱਤੇ। ਅਸੀਂ ਫਿਰ ਜਦ ਬਹਿੰਦੇ ਹੁੰਦੇ ਸੀ ਤਾਂ ਟੈਲੀਫੋਨ ਲਾਈਨਾਂ ਵੱਲ ਇਉਂ ਝਾਕਦੇ ਹੁੰਦੇ ਸੀ ਵੀ ਜੇ ਨਾ ਬਲਿੰਕ ਹੋਈ ਮੇਰੀ ਇੱਜ਼ਤ ਨਹੀਂ ਹੈ। ਅਤੇ ਫਿਰ ਜਿੱਦਣ ਅਸੀਂ ਪੈਰਾਂ 'ਤੇ ਹੋ ਜਾਂਦੇ ਫਿਰ ਅਸੀਂ ਤੁਹਾਨੂੰ, ਜਦ ਤੁਸੀਂ ਕੋਈ ਗੱਲਬਾਤ ਕਰਦੇ ਹਾਂ ਫਿਰ ਤੁਹਾਨੂੰ ਅਸੀਂ ਚਾਕ ਵੀ ਕਰਦੇ ਹਾਂ, ਕਿਉਂਕਿ ਮੇਰੇ ਹਿਸਾਬ ਨਾਲ ਤੁਸੀਂ ਗੱਲ ਨਹੀਂ ਕੀਤੀ। ਵੱਢਦੇ ਅਤੇ ਪਿੱਛੋਂ ਵੱਢਣ ਤੋਂ ਬਾਅਦ ਕਹਿ ਦੇ ਜਿਹੜਾ ਕੁਛ ਕਹਿਣਾ। ਇਹ ਟਰਾਂਜੀਸ਼ਨ ਹੈ, ਬੰਦੇ ਦੇ ਮਨ ਦੇ ਵਿੱਚ ਹੈ। ਸਥਾਪਤੀ ਜਿਉਂ ਆਈ ਜਾਂਦੀਆਂ ਗੱਲਾਂ ਬਦਲਦੀਆਂ ਜਾਂਦੀਆਂ। ਪਰ ਜੇ ਅਸਲ ਮੂਲ ਇਹਦਾ ਦੇਖਿਆ ਜਾਵੇ ਇਹਨਾਂ ਰੇਡੀਓਆਂ ਦਾ ਅਤੇ ਸਾਡਾ ਮੇਜ਼ਬਾਨਾਂ ਦਾ, ਅਸੀਂ ਤੁਹਾਨੂੰ ਸਰਵ ਕਰਨ ਦੇ ਲਈ ਬੈਠੇ ਹਾਂ। ਅਤੇ ਇਹਦੇ ਵਿੱਚ ਹਾਂ ਬਿਲਕੁਲ ਇਹਨੂੰ ਸੰਤੁਲਨ ਰੱਖਣਾ ਸਾਡਾ ਫਰਜ਼ ਹੈ। ਇੱਕ ਪਾਸੇ ਦੇ ਨਾ ਹੋ ਕੇ, ਜੇ ਕੋਈ ਹੋਸਟ ਕੋਈ ਮੇਜ਼ਬਾਨ ਇਹ ਕਹੇ ਨਹੀਂ ਮੈਂ ਤਾਂ ਇੱਕ ਪਾਸੇ ਨਹੀਂ ਗੱਲ ਕਰਦਾ, ਝੂਠ ਬੋਲਦਾ। ਕਿਉਂਕਿ ਉਹਦੇ ਅੰਦਰ ਇੱਕ ਹਰਜੀਤ ਸਿੰਘ ਮੇਜ਼ਬਾਨ ਤੋਂ ਬਿਨਾਂ ਇੱਕ ਹਰਜੀਤ ਸਿੰਘ ਅੰਦਰ ਉਹਦੇ ਵੱਸਦਾ। ਜਿਹੜੀਆਂ ਭਾਵਨਾਵਾਂ ਉਹਦੇ ਮਨ 'ਚ ਨੇ ਉਹ ਕਈ ਵਾਰ ਲਾਜ਼ਮ ਲੋਕਾਂ ਦੇ ਉੱਪਰ ਸਿਰ 'ਤੇ ਚਾੜ ਦਿੰਦਾ ਹੈ। ਸੋ ਇਹ ਗੱਲਾਂ ਚੱਲੀਆਂ। ਜੇ ਕੋਈ ਇਹ ਕਹੇ ਮੇਜ਼ਬਾਨ ਨਾ ਜੀ ਮੈਂ ਤਾਂ ਬਿਲਕੁਲ ਪਾਂਸ਼ਕੂ ਤੋਂ ਬਿਨਾਂ ਤੱਕੜੀ ਲਈ ਬੈਠਾ, ਉਹ ਝੂਠ ਬੋਲ ਰਿਹਾ। ਬਹੁਤ ਔਖਾ। ਤਾਂ ਹੀ ਮੈਂ ਕਹਿਣਾ ਹੁੰਦਾ ਕਿ ਪੱਤਰਕਾਰੀ ਦੀ ਪੜ੍ਹਾਈ ਬਹੁਤ ਜ਼ਰੂਰੀ ਹੈ। ਪੱਤਰਕਾਰੀ ਜਰਨਲਿਜ਼ਮ ਪੜ੍ਹ ਕੇ ਤੁਸੀਂ ਜਰਨਲਿਸਟ ਬਣੋ, ਸਵਾਦ ਹੈ। ਪਰ ਅਸੀਂ ਜ਼ਿੰਦਗੀ ਦੇ ਹੋਰ ਕੰਮਾਂ 'ਚ ਟ੍ਰੇਨਡ ਹੋਏ ਇੱਥੇ ਆ ਕੇ ਖੁਸ਼ਕਿਸਮਤੀ ਹੈ, ਗੁਰੂ ਦੀ ਕਿਰਪਾ ਹੈ, ਇਹ ਮਾਈਕ ਮਿਲ ਗਏ। ਅਤੇ ਉਸ ਮਾਈਕ ਤੋਂ ਬਾਅਦ ਤੁਸੀਂ ਜਿੰਨੀ ਕੁ ਜਗ੍ਹਾ ਸੀ ਉਦੋਂ ਔਕਾਤ ਤੋਂ ਵੱਡੀ ਜਗ੍ਹਾ ਦੇ ਦਿੱਤੀ। ਸੋ ਇਹ ਗੱਲਾਂ ਚੱਲਦੀਆਂ ਨੇ। ਸੋ ਅੱਜ ਇਸ ਦੇ ਆਲੇ ਦੁਆਲੇ ਰਹਾਂਗੇ। ਲਾਈਵ ਵੀ ਹੋਏਗਾ 600 AM ਸ਼ੇਰੇ ਪੰਜਾਬ 'ਤੇ। ਨਵਜੋਤ ਢਿੱਲੋਂ ਦੇ ਨਾਲ ਅੱਜ ਗੱਲਾਂ ਬਾਤਾਂ ਹੋਣਗੀਆਂ ਕਿ ਜ਼ਿੰਦਗੀ ਕੀ ਹੈ, ਕੋਜ਼ੀਨੈਸ ਕੀ ਹੈ, ਨਿੱਘ ਕੀ ਹੈ, ਨਿੱਘ ਕਿਵੇਂ ਦੂਰ ਬੈਠੇ ਹਵਾਈ ਤਰੰਗਾਂ ਦੇ ਨਾਲ ਨਿੱਘ ਪਹੁੰਚਦਾ ਕਿਵੇਂ। ਖੱਬੇ ਆਪਣੇ ਨਾ ਪੱਖੀ ਜਾਂ ਉਦਾਰਵਾਦੀ ਜਾਂ ਜਿਹੜੀਆਂ ਵੇਵਜ਼ ਨੇ, ਜਿਹੜੀਆਂ ਕਹਿੰਦੇ ਨੇ ਵੀ ਹਾਂ ਪੱਖੀ ਨਾ ਪੱਖੀ, ਉਹ ਕਿਵੇਂ ਪਹੁੰਚਦੀਆਂ ਨੇ। ਆਬਾ ਕੀ ਹੈ ਕਿਸੇ ਦਾ, ਔਰਾ ਕੀ ਹੈ ਕਿਸੇ ਦਾ,
ਇਹ ਗੱਲਾਂ ਬਾਤਾਂ ਕਰਾਂਗੇ। ਅੜੀਏ ਜੇ ਨਾ ਉੱਡਦੀਆਂ ਮਹਿਕਾਂ ਦੀ ਕੰਨੀ ਫੜ ਲਵਾਂ, ਅੜੀਏ ਜੇ ਵਿਹੜੇ ਬੀਜਦਾ ਮੈਂ ਇੱਕ ਬੂਟਾ ਚੰਨ ਦਾ, ਅੜੀਏ ਜੇ ਤਲੀਆਂ ਤੇਰੀਏ, ਅੜੀਏ ਜੇ ਤਲੀਆਂ ਤੇਰੀਏ, ਮਲਦਾ ਰਹਾ ਗੁਲ ਚਾਂਦਨੀ, ਅੜੀਏ ਜੇ ਤੇਰੇ ਗੁੱਟ ਤੇ ਬੱਦਲੀ ਦਾ ਟੋਟਾ ਬੰਨਦਾ। ਇਹ ਕੌੜੀਆਂ ਰੁੱਤਾਂ ਨੂੰ ਜੋ ਇਹ ਮਖਿਆਲ ਵਿੱਚ ਮੈਂ ਡੋਬਦਾ, ਤਾਂ ਜੇ ਇਹਨਾਂ ਦੀ ਜੀਭ ਤੇ ਕੋਈ ਪਤਾਸਾ ਧਰਦਿਆਂ, ਅੜੀਏ ਜੇ ਸੁੰਨੇ ਰਸਤਿਆਂ ਨੂੰ ਸਾਖ ਦੇਦਾ ਪੈੜਦਾ, ਅੜੀਏ ਜੇ ਢੱਠੇ ਕੌਲਿਆਂ ਨੂੰ ਦੀਵਿਆਂ ਦਾ ਵਰਦਿਆਂ, ਤੇਰੇ ਸਰੀਲੇ ਬੁੱਤ ਨੂੰ ਫੁੱਲਾਂ ਦੇ ਘਰ ਵਿੱਚ ਖੇਡਦਾ, ਅੜੀਏ ਸਰੈਰੀ ਬੀੜ ਦਾ ਰੁਮਕਾ ਕੋਈ ਸਲਵਾ ਦਿਆਂ, ਅੜੀਏ ਤੇਰੀ ਕੁੜਤੀ ਦਿਆਂ ਮੋਰਾਂ ਤੋਂ ਲੈ ਕੇ ਆ ਗਿਆ, ਜੇ ਅੱਜ ਤੇਰੇ ਸ਼ੌਕ ਦੀਆਂ ਬੁਲਬੁਲਾਂ ਪਰਚਾ ਦਿਆਂ, ਜੇ ਅੱਜ ਤੇਰੇ ਸ਼ੌਕ ਦੀਆਂ ਬੁਲਬੁਲਾਂ ਪਰਚਾ ਦਿਆਂ। ਹਰਮਨਜੀਤ ਲਿਖਦਾ ਰਾਣੀ ਤੱਤ 'ਚ। ਸਾਰਿਆਂ ਦਾ ਧੰਨਵਾਦ ਜੀ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ। ਤੇ ਜਿਵੇਂ ਮੈਂ ਕਿਹਾ ਸੀ, ਅੱਜ ਦਾ ਬੜਾ ਰੌਚਕ ਦਿਨ ਹੈ। ਇਹ ਬਹੁਤ ਔਖਾ ਹੁੰਦਾ, ਔਖਾ ਤਾਂ ਹੁੰਦਾ, ਪਹਿਲੀ ਤਾਂ ਗੱਲ ਸਾਰੇ ਮੇਜ਼ਬਾਨ ਇਕੱਠੇ ਕਰਨੇ, ਫਿਰ ਉਹਨਾਂ ਦੀ ਜ਼ਿੰਦਗੀ ਦਾ ਉਹ ਰੰਗ ਤੁਹਾਡੇ ਸਨਮੁਖ ਕਰਨਾ ਜਿਹੜਾ ਰੰਗ ਤੁਹਾਡੇ ਤੱਕ ਹੈ ਨਹੀਂ, ਕਿਉਂਕਿ ਜਦ ਅਸੀਂ ਆਉਂਦੇ ਹਾਂ ਤੁਹਾਡੇ ਤੱਕ ਕੁਛ ਮਾਣ ਦੇ ਵੀ ਦਿੰਦੇ ਆ ਵੀ ਜ਼ਿੰਦਗੀ ਦੀ ਖੁੱਲੀ ਕਿਤਾਬ ਹੈ, ਪੁੱਛ ਲਓ ਜਿਹੜਾ ਕੋਈ ਪੁੱਛਣਾ, ਦੱਸ ਵੀ ਦਿੰਦੇ ਆ ਬਈ ਆ ਜੀ ਇਸ ਤਰ੍ਹਾਂ ਗੱਲ ਆ, ਇਸ ਤਰ੍ਹਾਂ ਗੱਲ ਆ। ਲੁੱਕ ਲੁਕੇ ਜਿਹੜਾ ਲਪੇਟ ਹੈ ਜਿਹੜਾ ਉਹਦਾ ਕਈ ਨਹੀਂ ਹੋਸਟ ਰੱਖਦੇ, ਉਹ ਕਹਿੰਦੇ ਨਹੀਂ, ਕਈ ਇਸ ਗੱਲ ਤੇ ਖੜਦੇ ਆ ਵੀ ਮੈਂ ਤਾਂ ਸੈੱਲ ਫੋਨ ਵੀ ਨਹੀਂ ਦੇਣਾ ਆਪਣਾ। ਇਹ ਇਸ ਦੇ ਲਈ ਅੱਜ ਦਾ ਦਿਨ ਅਸੀਂ ਮੈਨੇਜਮੈਂਟ ਨੇ ਖਾਸ ਤੌਰ ਤੇ ਰੱਖਿਆ ਵੀ ਪਹਿਲੇ ਪ੍ਰੋਗਰਾਮ ਹੋਣਗੇ ਤੇ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਾਂਗੇ ਤੇ ਫਿਰ ਇਹ ਹੋਏਗੀ ਕਿ ਲੱਭਿਆ ਜਾਵੇ ਕਿ ਕੀ ਹੈ, ਨਵਾਂ ਕੀ ਹੈ ਜਿਹੜਾ ਤੁਹਾਨੂੰ ਪਤਾ ਨਹੀਂ। ਸੋ ਨਵਜੋਤ ਢਿੱਲੋਂ ਜੀ, ਨਵਜੋਤ ਢਿੱਲੋਂ ਸ਼ੋਅ ਤੁਸੀਂ ਬਹੁਤ ਪਸੰਦ ਕਰਦੇ ਹੋ। ਉਹਨਾਂ ਦਾ ਜ਼ਿੰਦਗੀ ਦਾ ਜਿਹੜਾ ਤਜਰਬਾ ਹੈ ਤੇ ਤੁਹਾਡੀ ਜ਼ਿੰਦਗੀ ਨੂੰ ਰਚਨਾਉਣ ਦੀਆਂ ਜਿਹੜੀਆਂ ਗੱਲਾਂ ਹਰ ਰੋਜ਼ ਦਾ, ਉਸ ਦੀ ਉਹਨਾਂ ਨੂੰ ਬੜੀ ਮਹਾਰਤ ਹੈ। ਤੁਸੀਂ ਪਿਆਰ ਬਹੁਤ ਕਰਦੇ ਹੋ। ਸਾਰੇ ਆਪਾਂ ਰਲ ਕੇ ਹੀ ਅੱਜ ਸਤਿਕਾਰ ਦੇ ਨਾਲ ਉਹਨਾਂ ਨੂੰ ਜਿਉਂ ਆਏ ਕਹਿੰਦੇ ਆ। ਨਵਜੋਤ ਜੀ ਸਵਾਗਤ, ਬਹੁਤ ਬਹੁਤ ਸਤਿ ਸ੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ ਹਰਜੀਤ ਗਿੱਲ ਜੀ। ਸਾਡੇ ਸਾਰੇ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਮੈਂ ਜੀ ਆਇਆਂ ਨੂੰ ਕਹਿੰਦੀ। ਮੇਰੇ ਲਈ ਮਾਣ ਦੀ ਗੱਲ ਹੈ ਕਿ ਅੱਜ ਇਸ ਨਵੇਂ ਚੜ੍ਹੇ ਸਾਲ ਦੇ ਪਹਿਲੇ ਦਿਨ ਅਸੀਂ ਨਵੇਂ ਅੰਦਾਜ਼ ਦੇ ਵਿੱਚ ਇਸ ਪ੍ਰੋਗਰਾਮਿੰਗ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਜੀ। ਸੋ ਸਾਰੇ ਸੁਣਨ ਵਾਲਿਆਂ ਦਾ ਸੁਣਨ ਦੇ ਲਈ ਬਹੁਤ ਬਹੁਤ ਸ਼ੁਕਰੀਆ, ਹੱਲਾਸ਼ੇਰੀ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਤੇ ਸਭ ਤੋਂ ਪਹਿਲਾਂ ਨਵੇਂ ਇਸ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਡੇ ਸੁਣਨ ਵਾਲੇ ਜਿੱਥੇ ਬੈਠੇ ਵੀ ਸੁਣ ਰਹੇ ਆ, ਚਾਹੇ ਸਾਨੂੰ ਫੇਸਬੁੱਕ ਤੇ ਲਾਈਵ ਦੇਖ ਰਹੇ ਆ ਜਾਂ ਤੁਸੀਂ ਦੁਨੀਆ ਭਰ ਵਿੱਚ ਜਿਹੜੇ ਵੀ ਕੋਨੇ ਦੇ ਵਿੱਚ ਬੈਠੇ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ। ਹਰਜੀਤ ਗਿੱਲ ਜੀ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ, ਬਹੁਤ ਬਹੁਤ ਸ਼ੁਭ ਸ਼ਾਮਾਂ। ਤੇ ਜਿੱਥੇ ਵੀ ਬੈਠੇ ਹੋ ਮੇਰੇ ਵੱਲੋਂ ਵੀ ਫੇਰ ਇੱਕ ਵਾਰ ਕਹਾਂ ਕਿ ਨਵਾਂ ਸਾਲ ਤੁਹਾਨੂੰ ਮੁਬਾਰਕ ਹੋਵੇ। ਗੁਰੂ ਪਾਤਸ਼ਾਹ ਕਿਰਪਾ ਕਰਨ, ਤੁਸੀਂ ਚੜ੍ਹਦੀਆਂ ਕਲਾਂ 'ਚ ਰਹੋ, ਮਨੁੱਖਤਾ ਲਈ ਕੰਮ ਕਰਦੇ ਰਹੀਏ, ਸਰਬੱਤ ਦੇ ਭਲੇ ਦੇ ਲਈ ਕਾਇਮ ਰਹੀਏ। ਨਵਜੋਤ ਢਿੱਲੋਂ ਦੇ ਨਾਲ ਅੱਜ ਗੱਲਾਂ ਬਾਤਾਂ, ਕਿਉਂਕਿ ਪਿੰਡ ਦਾ ਪਿਆਰ ਹੈ, ਪਿੰਡ ਦੇ ਵਿੱਚੋਂ ਹੀ ਟਕਸਾਲੀ ਬੋਲੀ ਹੈ, ਉਹਨਾਂ ਦੇ ਸ਼ਬਦ, ਉਹਨਾਂ ਦਾ ਉਚਾਰਨ, ਉਹਨਾਂ ਦੀ ਮਾਂ ਬੋਲੀ। ਮੈਂ ਹੱਸਦਾ ਰਹਿਣਾ ਬਈ ਕਿੰਨਾ ਕੁ ਸਤਿਕਾਰਯੋਗ ਤੁਹਾਡੇ ਪਿਤਾ ਜੀ ਬਖਸ਼ਿੰਦਰ ਜੀ, ਕਿੰਨਾ ਕੁ ਉਹ ਟੋਕਦੇ ਰਹਿੰਦੇ। ਸੋ ਪਿੰਡ ਤੋਂ ਹੀ ਚੱਲਾਂਗੇ ਜੀ। ਖੇਲਿਆਂ ਦੇ ਪਰਿਵਾਰ ਦੇ ਵਿੱਚ ਜਨਮ ਹੋਇਆ ਤੇ ਪਿੰਡ ਕਿਹੜਾ, ਤਕੜੇ ਕਿੱਥੇ ਹੋਏ, ਜ਼ਿੰਦਗੀ ਦੇ ਕਿੰਨੇ ਸਾਲ ਉੱਥੇ ਕੱਢੇ? ਮੈਂ ਹਰਜੀਤ ਗਿੱਲ ਜੀ, ਮੇਰਾ ਪਿੰਡ ਜਲੰਧਰ ਜ਼ਿਲ੍ਹੇ ਦੇ ਵਿੱਚ ਨੂਰਮਹਿਲ ਦੇ ਨੇੜੇ ਤਹਿਸੀਲ ਫਲੌਰ ਦੇ ਵਿੱਚ ਪੈਂਦਾ ਮੁਆਈ ਪਿੰਡ ਹੈ ਜੀ। ਸੋ ਜਨਮ ਮੇਰਾ ਨਾਨਕਿਆਂ 'ਚ ਹੋਇਆ। ਅੱਛਾ ਜੀ। ਜੱਜਾ ਕਲਾਂ ਪਿੰਡ ਹੈ, ਉਹ ਵੀ ਨੇੜੇ ਹੀ ਹੈ। ਤੇ ਬਾਕੀ ਮੇਰਾ ਜਿਹੜਾ ਬਚਪਨ ਆਪਣੇ ਪਿੰਡ ਮੁਆਈ ਦੇ ਵਿੱਚ ਬੀਤਿਆ। ਮੈਂ 7ਵੀਂ ਕਲਾਸ ਤੱਕ ਆਪਣੇ ਪਿੰਡ ਦੇ ਵਿੱਚ ਪੜ੍ਹਦੀ ਸੀ। ਜਿਹੜੀ ਐਲੀਮੈਂਟਰੀ ਐਜੂਕੇਸ਼ਨ ਹੈ ਮੇਰੀ ਆਪਣੇ ਪਿੰਡ ਦੇ ਵਿੱਚੋਂ ਹੋਈ ਹੈ ਜੀ। 2 ਸਾਲ ਮੈਂ ਬਿਲਗਾ ਸਾਡੇ ਬਿਲਕੁਲ ਨਾਲ ਸੀ, 2 ਸਾਲ ਮੈਂ ਉੱਥੇ, ਹਾਂਜੀ, ਉੱਥੇ ਕੁੜੀਆਂ ਦਾ ਹਾਈ ਸਕੂਲ ਹੁੰਦਾ ਸੀ, ਬਹੁਤ ਵੱਡਾ ਸਕੂਲ ਸੀ ਉਹ ਜੀ। 2 ਸਾਲ ਮੈਂ ਉੱਥੇ, ਤੇ ਉਸ ਤੋਂ ਬਾਅਦ ਫਿਰ ਜਲੰਧਰ ਸ਼ਹਿਰ ਆ ਗਏ। ਬਾਕੀ ਦੀ ਪੜ੍ਹਾਈ ਮੇਰੀ ਸਾਰੀ ਉੱਥੇ ਹੀ ਹੋਈ ਹੈ। ਮੂਵ ਪਰਿਵਾਰ ਹੋ ਗਿਆ ਜਲੰਧਰ, ਹਾਂਜੀ, ਸ਼ਿਫਟ ਕਰ ਗਏ, ਕਿਉਂਕਿ ਮੇਰੇ ਡੈਡੀ ਜਲੰਧਰ ਵਿੱਚ ਉਸ ਵੇਲੇ ਜਗਬਣੀ ਅਖਬਾਰ ਦੇ ਵਿੱਚ ਕੰਮ ਕਰਦੇ ਹੁੰਦੇ ਸੀ। ਅਸੀਂ ਸਾਰੀ ਫੈਮਿਲੀ ਉੱਥੇ ਮੂਵ ਹੋ ਗਏ ਸੀ। ਸੋ ਫਿਰ ਉੱਥੇ ਜਿਹੜੀ ਇੱਧਰ ਨੂੰ ਜਿਹੜਾ ਝੁਕਾਅ, ਹਾਂਜੀ, ਉਹ ਕਦ ਹੋਇਆ ਮਨ ਦੇ ਵਿੱਚ? ਮੋਸਟਲੀ ਜਿਹੜੇ ਘਰ ਦੇ ਵਿੱਚ ਕਈ ਵਾਰ ਪਿਤਾ ਪੁਰਖੀ ਚੀਜ਼ਾਂ ਤਾਂ ਹੁੰਦੀਆਂ, ਪਰ ਬਾਪੂ ਪੁੱਤਾਂ ਨੂੰ ਦਿੰਦਾ, ਉਹ ਧੀਆਂ ਨੂੰ ਤਾਂ ਵਿਆਹੁਣਾ ਹੈ, ਧੀਆਂ ਦਾ ਇੱਕ ਫਰਕ ਜਿਹੜਾ ਹੈ ਉਹ ਤਾਂ ਬਹੁਤ ਵੱਡਾ ਹੈ, ਇਹ ਤਾਂ ਮੰਨਣਾ ਪਊ।
ਤੁਸੀਂ ਮੈਂ ਆਪਾਂ ਹਰ ਰੋਜ਼ ਪ੍ਰਚਾਰਦੇ ਹਾਂ ਬਰਾਬਰਤਾ ਕਰ ਦਿਓ, ਬਰਾਬਰਤਾ ਕਰ ਦਿਓ, ਆਪਾਂ ਨੂੰ ਪਤਾ ਹੈ ਬਰਾਬਰਤਾ ਹੈ ਨਹੀਂ, ਸੱਚ ਹੈ। ਫਿਰ ਇੱਧਰ ਨੂੰ ਕਿਵੇਂ ਗੱਲ ਹੋਈ? ਘਰ ਦਾ ਮਾਹੌਲ ਇਹ ਸੀ ਬਈ ਮੈਂ ਪੱਤਰਕਾਰੀ 'ਚ ਜਾਵਾਂ? ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਬੇਸ਼ੱਕ ਮਾਹੌਲ ਜ਼ਰੂਰ ਮੈਂ ਦੇਖਿਆ, ਪਰ ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਉਸ ਮਾਹੌਲ ਤੋਂ ਬਹੁਤ ਹੀ ਪ੍ਰਭਾਵਿਤ ਸੀ ਜਾਂ ਮੈਨੂੰ ਚੰਗਾ ਲੱਗਦਾ ਸੀ ਬਹੁਤਾ। ਮੈਂ ਜਿੰਨੀਆਂ ਵੀ ਗੱਲਾਂ ਕਰ ਰਹੀ ਮੈਂ ਦਿਲ ਤੋਂ ਕਰ ਰਹੀ ਹਾਂ, ਕੋਈ ਇਹਦੇ ਵਿੱਚ ਕੋਈ ਬਨੌਟੀ ਗੱਲ ਨਹੀਂ ਕਿਸੇ ਵੀ ਤਰ੍ਹਾਂ ਦੀ। ਮੈਂ ਸਭ ਤੋਂ ਪਹਿਲਾਂ ਮੇਰੇ ਮਨ ਦੇ ਵਿੱਚ ਇਹ ਖਾਹਿਸ਼ ਹੁੰਦੀ ਸੀ, ਕਿਰਨ ਬੇਦੀ ਮੇਰੇ ਬਹੁਤ ਫੇਵਰੇਟ ਰਹੇ ਸੀ ਉਸ ਵੇਲੇ। ਉਹ ਇੱਕੋ ਇੱਕ IPS ਆਫੀਸਰ ਸੀ ਜਿਹਦਾ ਨਾਮ ਬਹੁਤ ਉੱਭਰ ਕੇ ਸਾਹਮਣੇ ਆਉਂਦਾ ਹੁੰਦਾ ਸੀ। ਮੇਰੇ ਮਨ ਦੇ ਵਿੱਚ ਹੁੰਦਾ ਸੀ ਕਿ ਵੀ ਮੈਂ IPS ਆਫੀਸਰ ਬਣਨਾ, ਮੈਂ ਪੁਲਿਸ ਦੇ ਵਿੱਚ ਜਾਣਾ। ਤੇ ਪਰ ਉਸ ਤੋਂ ਬਾਅਦ ਥੋੜਾ ਮੇਰਾ ਖਿਆਲ ਬਦਲ ਗਿਆ ਕਿ ਮੈਂ ਵਕੀਲ ਬਣਨਾ। ਅੱਛਾ ਜੀ। ਪਰ ਬੇਸ਼ੱਕ ਮੈਨੂੰ ਕੋਈ ਇੱਦਾਂ ਦਾ ਬਹੁਤਾ ਜ਼ਿਆਦਾ ਫਰਕ ਘਰ ਦੇ ਵਿੱਚ ਮਹਿਸੂਸ ਨਹੀਂ ਕਰਾਇਆ ਜਾਂਦਾ ਸੀ ਕਿ ਕੁੜੀਆਂ ਮੁੰਡਿਆਂ 'ਚ ਫਰਕ ਰੱਖਿਆ ਜਾਂਦਾ ਸੀ। ਪਰ ਨਾ ਕਹਿ ਕੇ ਵੀ ਬਹੁਤ ਕੁਝ ਜਿਹੜਾ ਇਹੋ ਜਿਹਾ ਹੁੰਦਾ ਸੀ ਜਿਹੜਾ ਮੈਂ ਮਹਿਸੂਸ ਕਰਦੀ ਹੁੰਦੀ ਸੀ। ਹੋਰ ਤਾਂ ਹੋਰ ਛੋਟੀ ਜਿਹੀ ਗੱਲ ਹੁੰਦੀ ਸੀ, ਮੇਰੇ ਭਰਾ ਮੇਰੇ ਤੋਂ ਦੋਨੋਂ ਹੀ ਛੋਟੇ ਨੇ, ਨਵਤੇਜ ਤੇ ਨਵਰਾਜ, ਉਹ ਵੀ ਦੋਨੋਂ ਇੱਥੇ ਹੀ ਆ। ਇੱਥੇ ਨੇ ਬਿਲਕੁਲ। ਤੇ ਕੋਈ ਨਿੱਕੀ ਜਿਹੀ ਗੱਲ ਹੋਣੀ, ਉਹਨਾਂ ਨੇ ਮੈਨੂੰ ਇਸ ਗੱਲ ਤੇ ਖਿਜਾ ਜਾਣਾ, ਕਹਿਣਾ ਮੁੰਡੇ ਕੁੜੀਆਂ 'ਚ ਫਰਕ ਹੁੰਦਾ ਆ। ਉਹਨਾਂ ਨੇ ਖਿਜਾ ਦੇਣਾ, ਉਹਨਾਂ ਨੂੰ ਇਹ ਪਤਾ ਲੱਗਦਾ ਸੀ ਇਸ ਚੀਜ਼ ਤੇ ਖਿਜਦੀ ਆ। ਉਹਨਾਂ ਨੇ ਕਹਿਣਾ ਪੁੱਛ ਕੇ ਦੇਖ, ਤੇਰੇ ਜੰਮੀ ਤੇ ਲੱਡੂ ਵੰਡੇ ਸੀ ਇਹਨਾਂ ਨੇ? ਮੈਨੂੰ ਪਤਾ ਸੀ ਕਿ ਨਹੀਂ, ਇਵੇਂ ਮੈਂ ਪੁੱਛਦੀ ਵੀ ਨਹੀਂ ਸੀ ਹੁੰਦੀ, ਕਿਉਂਕਿ ਮੈਂ ਹਰ ਵਾਰੀ ਜਦ ਮੈਂ ਪੁੱਛੂੰਗੀ ਤਾਂ ਮੈਨੂੰ ਹੇਠੀ ਮਹਿਸੂਸ ਹੋਣੀ ਆ, ਉਹੀ ਗੱਲ ਦਾ ਉਹੀ ਜਵਾਬ ਹੋਣਾ। ਮਨ ਦੇ ਵਿੱਚ ਮੇਰੇ ਇਸ ਗੱਲ ਦੀ ਤਕਲੀਫ ਜ਼ਰੂਰ ਹੁੰਦੀ ਸੀ ਕਿ ਹਾਂ ਇਦਾਂ ਨਹੀਂ ਹੋਇਆ ਹੋਣਾ। ਜਿੰਨਾ ਮਰਜ਼ੀ ਡੈਡੀ ਨੇ ਜਾਂ ਮੰਮਾ ਨੇ ਉਹਨਾਂ ਨੇ ਇਹ ਕਹਿਣਾ ਨਹੀਂ ਅਸੀਂ ਦੱਸ ਤੇਰੇ ਲਈ ਕਦੇ ਫਰਕ ਕੀਤਾ, ਕਦੇ ਕੋਈ ਫਰਕ ਕੀਤਾ। ਸਟਿਲ ਤੁਹਾਨੂੰ ਮੋੜ ਤੇ ਹਰ ਪਲ ਫਰਕ ਮਹਿਸੂਸ ਹੁੰਦਾ ਕਿ ਫਰਕ ਕੀਤਾ ਜਾਂਦਾ ਹੈ। ਜਦੋਂ ਮੈਂ ਆਪਣੀ ਮੰਮਾ ਨੂੰ ਕਹਿਣਾ ਕਿ ਮੈਂ ਵਕੀਲ ਬਣਨਾ ਹੈ, ਡੈਡੀ ਕਦੇ ਰੋਕਦੇ ਨਹੀਂ ਸੀ, ਪਰ ਡੈਡੀ ਦਾ ਕੋਈ ਇਦਾਂ ਦਾ ਵੀ ਨਹੀਂ ਸੀ ਕਿ ਵੀ ਚੱਕ ਦੇ ਪੁੱਤ, ਹਾਂ ਇਹ ਕੁਝ ਇਦਾਂ ਦਾ ਵੀ ਨਹੀਂ ਸੀ ਹੁੰਦਾ। ਉਹਨਾਂ ਨੇ ਕਹਿਣਾ ਜੋ ਕਰਨਾ ਕਰ ਲਓ, ਕੋਈ ਰੁਕਾਵਟ ਨਹੀਂ ਸੀਗੀ ਮੈਨੂੰ। ਪਰ ਮੰਮਾ ਦੇ ਮਨ ਦੇ ਵਿੱਚ ਇਹ ਜ਼ਰੂਰ ਸੀ, ਜਿੱਦਾਂ ਤੁਸੀਂ ਕਹਿੰਦੇ ਵੀ ਹਾਂ ਵੀ ਕੁੜੀਆਂ ਵਿਆਹ ਕੇ ਆਪਣੇ ਘਰ ਜਾਣ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਲਾਅ ਦੀ ਡਿਗਰੀ ਕਰਨਾ ਚਾਹੁੰਦੀ ਹਾਂ, ਪਰ ਮੰਮਾ ਦੇ ਮਨ ਦੇ ਵਿੱਚ ਹਮੇਸ਼ਾ ਹੀ ਹੁੰਦਾ ਸੀ ਕਿ ਨਹੀਂ। ਇੱਕ ਇਹ ਬਹੁਤ ਸੁਣਨ 'ਚ ਗੱਲ ਆਉਂਦੀ ਸੀ, ਜ਼ਿਆਦਾ ਕੁੜੀਆਂ ਜੇ ਪੜ੍ਹ ਜਾਣ ਫਿਰ ਮੁੰਡੇ ਨਹੀਂ ਮਿਲਦੇ ਵਿਆਹ ਕਰਨ ਦੇ ਲਈ। ਤੇ ਮੈਂ ਕਿਹਾ ਵੀ BA ਕਰਨ ਤੋਂ ਬਾਅਦ ਮੈਂ ਲਾਅ ਕਰਨਾ ਹੈ। 5 ਸਾਲ ਲੱਗਦੇ ਸੀ। ਨਹੀਂ 5 ਸਾਲ ਨਹੀਂ ਅਸੀਂ ਵੇਟ ਕਰ ਸਕਦੇ। ਓਹੋ ਵਿਆਹ 'ਚ। ਅੱਛਾ, ਇੱਕ ਹੋਰ ਤੁਸੀਂ ਦੇਖਿਓ ਮਾਲਵੇ ਦੇ ਵਿੱਚ ਮੁੰਡਿਆਂ ਦਾ ਵਿਆਹ ਕਹਿੰਦੇ ਸੀ, ਕੁੜੀਆਂ ਨੂੰ ਕਹਿੰਦੇ ਇਹਦਾ ਕੰਮ ਕਿਉਂਟੀਏ, ਕਿਉਂਟਣਾ ਸ਼ਬਦ ਆ ਸਾਡੇ ਇੱਕ ਕਹਿੰਦੇ, ਉਹ ਕਹਿੰਦੇ ਕਿਉਂਟੀਏ ਮਤਲਬ ਇਹ ਕੁੜੀਆਂ ਨੂੰ ਵਿਆਹੁਣਾ ਹੀ ਵਿਆਹੁਣਾ, ਮਤਲਬ ਇਹਨੂੰ ਵਿਆਹੁਣਾ ਹੀ ਵਿਆਹੁਣਾ। ਅੱਛਾ, ਕਿਵੇਂ ਗੱਲ ਹੋਈ ਫਿਰ ਅੱਗੇ? ਚਲੋ, ਇਹ ਚੀਜ਼ ਹਮੇਸ਼ਾ ਹੀ ਮੇਰੇ ਮਨ 'ਚ ਰਹਿੰਦੀ ਸੀ, ਹੁਣ ਵੀ ਮੇਰੇ ਮਨ ਦੇ ਵਿੱਚ ਹੈਗਾ ਕਿ ਵੀ ਇਹ ਲਾਜ਼ਮੀ ਆ, ਇਹ ਕਰਾਉਣਾ ਹੀ ਪੈਣਾ ਵਿਆਹ, ਹੈ ਨਾ। ਹਾਂ ਇਹ ਤਾਂ ਕਰਨਾ ਹੀ ਪੈਣਾ, ਇਹ ਤਾਂ ਕਰਨਾ ਹੀ ਪੈਣਾ। ਪਰ ਜਦ ਇਹ ਗੱਲ ਅੱਜ ਤੋਂ 20 ਵਰੇ ਪਹਿਲਾਂ ਤੋਰੀ ਹੋਊ, ਇਹ ਤਾਂ ਬਹੁਤ ਵੱਡੀ ਗੱਲ ਹੋਊ ਪੰਜਾਬ 'ਚ ਜਦ ਸਮੇਂ। ਹੁਣ ਤਾਂ ਗੱਲਾਂ ਆਮ ਹੋ ਗਈਆਂ, ਜਦ ਕਿਹਾ ਉਹ ਵੀ ਕੀ ਵਿਆਹ ਕਰਾਉਣਾ ਜ਼ਰੂਰੀ ਹੈ, ਉਹਨੇ ਤਾਂ ਫਿਰ ਗੱਲ ਤੋਰੀ ਹੋਊ ਘਰੇ ਵੀ ਆਹ ਕੀ ਗੱਲ ਬਈ। ਮਨ ਦੇ ਵਿੱਚ ਚਲੋ ਇਹ ਸੀ ਕਿ ਦੇਖੀ ਜਾਓ, ਨਾਲ ਇਹਨਾਂ ਦੇ ਮਨ ਦੇ ਵਿੱਚ ਇਹ ਵੀ ਚੀਜ਼ ਹੁੰਦੀ ਸੀ ਕਿ ਮੰਮਾ ਦੀ ਹੁੰਦੀ ਸੀ। ਡੈਡੀ ਦਾ ਫਿਰ ਉਹੀ ਨਿਊਟਰਲ ਜਿਹਾ ਹੀ ਕੰਮ ਸੀ ਕਿ ਠੀਕ ਹੈ ਜਿਹਨੇ ਜੋ ਕਰਨਾ ਕਰ ਲਓ। ਕਿ ਸਾਰਿਆਂ ਦੇ ਪਰਿਵਾਰਾਂ ਦੇ ਬਾਹਰ ਮੈਂਬਰ ਬੈਠੇ ਆ, ਸਾਡੀ ਫੈਮਿਲੀ ਦਾ ਕੋਈ ਨਹੀਂ ਗਾ। ਜਿੱਦਾਂ ਮੁਕੰਮਲ ਹੀ ਤਾਂ ਹੋਣਾ ਕੰਮ ਜੇ ਘੱਟੋ ਘੱਟ ਇੱਕ ਫੈਮਿਲੀ ਮੈਂਬਰ ਬਾਹਰ ਜਾਊਗਾ, ਜੇ ਕੁੜੀ ਚਲ ਜਾਊਗੀ ਤਾਂ ਉਹਦੇ ਨਾਲ ਦੀ ਤਾਂ ਕੋਈ ਰੀਸ ਹੀ ਨਹੀਂ, ਕਿਉਂਕਿ ਉਹ ਹੁੰਦਾ ਨਾ ਕਿ ਵਿਆਹ ਕਰਾ ਕੇ ਜਾਊਗੀ ਮਗਰ ਸਾਰਾ ਟੱਬਰ ਜਾਊਗਾ, ਫਿਰ ਤਾਂ ਰਾਹ ਖੁੱਲ੍ਹ ਹੀ ਜਾਣਾ। ਤੇ ਮੇਰੇ ਮਨ ਦੇ ਵਿੱਚ ਇਹ ਸੀ ਕਿ ਨਹੀਂ ਮੈਂ ਵਿਆਹ ਕਰਾ ਕੇ ਬਾਹਰ ਨਹੀਂ ਜਾਣਾ, ਮੈਂ ਫੇਵਰ ਨਹੀਂ ਲੈਣਾ। ਪਰ ਮੰਮਾ ਦੀ ਜਿਹੜੀ ਕੋਸ਼ਿਸ਼ ਸੀ ਉਹ ਚੱਲਦੀ ਰਹੀ, ਜਿਹੜੀ ਕਿ ਕਾਮਯਾਬ ਹੋ ਨਹੀਂ ਸਕੀ। ਹੈਰਾਨੀ ਦੀ ਗੱਲ ਇਹ ਹੈ, ਚਲੋ ਮੈਂ ਛੋਟੀ ਗੱਲ ਨਿਬੇੜਦੀ ਹਾਂ ਕਿ ਵੀ ਮੈਨੂੰ ਕਹਿੰਦੇ ਕਿ ਨਹੀਂ 5 ਸਾਲ ਨਹੀਂ ਅਸੀਂ ਵੇਟ ਕਰ ਸਕਣੀ, ਡਿਗਰੀ ਤੇਰੀ ਜਦ ਤੱਕ ਹੋਊਗੀ ਲਾਅ ਦੀ, ਕੁਝ ਛੋਟਾ ਮੋਟਾ ਜਿਹਾ ਕੋਰਸ ਕਰ ਲਾ। ਚਲੋ ਉਹ ਐਂ ਹੁੰਦਾ ਕਿ ਚਲ ਕੋਈ MA ਕਰ ਲਾ। ਬਹੁਤ ਸਾਰੀਆਂ ਮੇਰੀਆਂ ਹੋਰ ਫਰੈਂਡ ਸੀਗੀਆਂ ਜਿਨ੍ਹਾਂ ਨੂੰ ਇਹ ਹੁੰਦਾ ਸੀ ਕਿ ਵੀ ਚਲੋ ਹੋਰ ਨਹੀਂ ਤਾਂ MA ਕਰ ਲਓ, B.Ed ਕਰ ਲਓ। 2 ਸਾਲ ਮੈਂ B.Ed ਨਹੀਂ ਕਰਨੀ, ਮੈਂ MA ਪੋਲੀਟੀਕਲ ਸਾਇੰਸ ਜੁਆਇਨ ਕਰ ਲਈ। ਮੇਰੇ ਮਨ ਦੇ ਵਿੱਚ ਫੇਰ ਕਿਤੇ ਸੀ ਕਿ ਜੇ ਮੈਂ ਪੋਲੀਟੀਕਲ ਸਾਇੰਸ ਦੀ MA ਕਰ ਲਈ, ਹੋ ਸਕਦਾ ਮੇਰਾ ਲਾਅ ਦੇ ਲਈ ਰਸਤਾ ਨਿਕਲ ਜਾਊਗਾ। ਤੇ ਚਲੋ ਉਹ ਵਿਆਹ ਵਾਲਾ ਕੰਮ ਵਿਚਾਲੇ ਲਟਕ ਰਿਹਾ, ਹਾਲੇ ਵੀ ਪੜ੍ਹਾਈ ਸ਼ੁਰੂ ਹੋ ਗਈ ਅੱਗੇ। ਮੈਂ MA ਪੋਲੀਟੀਕਲ ਸਾਇੰਸ ਜੁਆਇਨ ਕਰ ਲਈ, ਉਹ ਵੀ ਮੇਰੀ ਮੁਕੰਮਲ ਹੋ ਗਈ। ਤੇ ਮੈਂ ਫਿਰ ਸੋਚ ਰਹੀ ਹਾਂ ਕਿ ਲਾਅ ਕਰਨਾ ਹੈ। ਤੇ ਨਹੀਂ, ਪਰ ਅਚਾਨਕ ਪਤਾ ਨਹੀਂ ਕਿਵੇਂ ਮੇਰੇ ਦਿਮਾਗ 'ਚ ਆਇਆ, ਸਾਡੀ ਉੱਥੇ ਜਲੰਧਰ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਰੀਜਨਲ ਕੈਂਪਸ ਸੀ, ਜਿੱਥੇ ਜਰਨਲਿਜ਼ਮ ਦੀ ਡਿਗਰੀ ਉਹਨਾਂ ਨੇ ਇੰਟਰੋਡਿਊਸ ਕੀਤੀ ਸੀ। ਤੇ ਉਹ ਮਾਸਟਰਸ ਡਿਗਰੀ ਪਹਿਲੀ ਵਾਰੀ ਇੰਟਰੋਡਿਊਸ ਹੋਈ ਸੀ। ਬੈਚਲਰਸ ਉੱਥੇ ਚੱਲਦੀ ਸੀ, ਉਹ 1 ਸਾਲ ਦੀ ਸੀ।
ਬੈਚਲਰ ਡਿਗਰੀ ਕੋਈ ਵੀ ਕਰਨਾ ਆ ਸਕਦਾ ਸੀ, ਪਰ ਮਾਸਟਰਸ ਉਹੀ ਕਰ ਸਕਦਾ ਸੀ ਜਿਹਨੇ ਬੈਚਲਰ ਕੀਤੀ ਹੋਵੇ, ਆਬਵੀਅਸਲੀ, ਪਰ ਉਹ 1 ਸਾਲ ਦੀ ਸੀ। ਤੇ ਉਹ ਪਹਿਲਾ ਸਾਲ ਸੀ ਜਦੋਂ ਉਹਨਾਂ ਨੇ ਉਹ ਮਾਸਟਰਸ ਡਿਗਰੀ ਖੋਲੀ, ਜਿਹਨੇ ਕੋਈ ਵੀ ਗ੍ਰੈਜੂਏਸ਼ਨ ਕੀਤੀ ਹੋਵੇ ਉਹ ਆ ਕੇ ਜੁਆਇਨ ਕਰ ਸਕਦਾ। ਅੱਛਾ ਜੀ। ਮੇਰੇ ਡੈਡੀ ਨੇ ਉਹਨਾਂ ਦਿਨਾਂ ਦੇ ਵਿੱਚ ਬੈਚਲਰਸ ਡਿਗਰੀ ਜੁਆਇਨ ਕਰ ਲਈ ਸੀ। ਉਹਨਾਂ ਨੇ 1 ਸਾਲ ਆਪਣਾ ਮੁਕੰਮਲ ਕਰ ਲਿਆ ਸੀ, ਹਾਲਾਂਕਿ ਪੜ੍ਹਾਈ ਛੱਡੀ ਨੂੰ ਉਹਨਾਂ ਨੂੰ ਬਹੁਤ ਦੇਰ ਹੋ ਗਈ ਸੀ, ਪਰ ਉਹਨਾਂ ਨੇ ਬੈਚਲਰਸ ਡਿਗਰੀ ਉੱਥੋਂ ਕੀਤੀ ਰੀਜਨਲ ਕੈਂਪਸ ਤੋਂ, ਕਿਉਂਕਿ ਈਵਨਿੰਗ ਕਲਾਸਿਸ ਸੀ ਉਸ ਵੇਲੇ, ਪੱਤਰਕਾਰੀ। ਤੇ ਫਿਰ ਮੈਂ ਉਹਨਾਂ ਨੂੰ ਅਚਾਨਕ ਪੁੱਛਿਆ, ਪਤਾ ਨਹੀਂ ਕਿੱਦਾਂ ਮੇਰੇ ਦਿਮਾਗ 'ਚ ਆਈ, ਮੈਂ ਕਿਹਾ ਵੀ ਇਹਦੇ ਲਈ ਕੀ ਚਾਹੀਦਾ ਹੁੰਦਾ? ਡੈਡੀ ਕਹਿੰਦੇ ਤੂੰ ਕਰਨੀ ਆ। ਮੈਂ ਕਿਹਾ ਹਾਂ ਮੈਂ ਕਰਨੀ ਆ। ਮੈਨੂੰ ਮਤਲਬ ਤੀਸਰੀ ਆਪਸ਼ਨ ਮੇਰੇ ਲਈ ਇਹ ਸਹੀ ਲੱਗੀ ਕਿ ਵੀ ਮੈਂ ਕੁਝ ਕਰਨਾ ਚਾਹੁੰਦੀ ਆ, ਮੈਂ ਲੋਕਾਂ 'ਚ ਵਿਚਰਨਾ ਚਾਹੁੰਦੀ ਆ, ਕਿਤੇ ਮੈਂ ਇੰਟਰੈਕਟ ਕਰਨਾ ਚਾਹੁੰਦੀ ਆ, ਮੈਂ ਕੋਈ ਇੰਪੈਕਟ ਪਾਉਣਾ ਚਾਹੁੰਦੀ ਆ। ਇਹ ਇੱਕ ਵਧੀਆ ਤਰੀਕਾ ਹੋ ਸਕਦਾ। ਉੱਥੇ ਐਂਟਰੈਂਸ ਐਗਜ਼ਾਮ ਹੁੰਦਾ, ਮੈਂ ਗਈ, ਐਗਜ਼ਾਮ ਦਿੱਤਾ, ਮੇਰੀ ਸਿਲੈਕਸ਼ਨ ਹੋ ਗਈ। 2 ਸਾਲ ਦੀ ਮੈਂ ਆਪਣੀ ਡਿਗਰੀ ਮੁਕੰਮਲ, ਐਮਏ ਕੰਪਲੀਟ ਕਰਕੇ, ਐਮਏ ਪੋਲੀਟੀਕਲ ਸਾਇੰਸ ਹੋ ਗਈ, ਐਮਏ ਮੇਰੀ ਮਾਸ ਕਮਿਊਨੀਕੇਸ਼ਨ ਜਰਨਲਿਜ਼ਮ ਹੋ ਗਈ। ਤੇ ਉਸ ਤੋਂ ਬਾਅਦ ਫਿਰ ਮੈਂ ਇਸ ਸਾਈਡ ਆ ਗਈ। ਸੋ ਕੋਈ ਮੈਨੂੰ ਇੱਦਾਂ ਨਹੀਂ ਸੀ ਕਿ ਵੀ ਮੈਂ ਇਨਫਲੂਐਂਸ ਹੋਈ ਹਾਂ ਇਸ ਚੀਜ਼ ਤੋਂ, ਜਾਂ ਮੈਨੂੰ ਇਹ ਸੀ ਮਨ ਦੇ ਵਿੱਚ ਇਹ ਸੀ ਕਿ ਕੁਝ ਕਰਨਾ ਆ, ਕੁਝ ਡਿਫਰੈਂਟ ਕਰਨਾ ਆ, ਜਿਹਦੇ ਨਾਲ ਮੈਂ ਦੂਸਰਿਆਂ ਦੀ ਲਾਈਫ ਤੇ ਕੁਝ ਪੋਜ਼ਿਟਿਵ ਇੰਪੈਕਟ ਪਾ ਸਕਾਂ, ਜਾਂ ਜੋ ਕੁਝ ਮੇਰੇ ਅੰਦਰ ਇਹਨਾਂ ਸਾਲਾਂ ਦੇ ਦੌਰਾਨ ਜਮ੍ਹਾਂ ਹੋਇਆ ਇਹਨੂੰ ਮੈਂ ਇੱਕ ਵੱਖਰੇ ਪਰਸਪੈਕਟਿਵ ਤੋਂ ਦੇਖ ਸਕਾਂ, ਮੈਂ ਦੂਸਰਿਆਂ ਨੂੰ ਦਿਖਾ ਸਕਾਂ। ਅਸੀਂ ਲਕੀਰ ਦੇ ਫਕੀਰ ਬਣੇ ਚੱਲੀ ਜਾ ਰਹੇ। ਬਹੁਤ ਸਾਰੇ ਇਹੋ ਜਿਹੇ ਕੁਐਸਚਨਸ ਆ ਜਿਹੜੇ ਕੀਤੇ ਜਾਣ ਦੀ ਜ਼ਰੂਰਤ ਹੈ, ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਸ਼ੇਅਰ ਕੀਤੀਆਂ ਜਾ ਸਕਦੀਆਂ। ਮੈਨੂੰ ਲੱਗਾ ਕਿ ਉਹ ਕਰਨ ਦੇ ਲਈ ਮੈਨੂੰ ਸ਼ਾਇਦ ਸਿੱਖਣਾ ਪਊਗਾ, ਮੈਨੂੰ ਟ੍ਰੇਨਿੰਗ ਲੈਣੀ ਪਊਗੀ, ਇਸ ਕਰਕੇ ਮੈਂ ਜਰਨਲਿਜ਼ਮ ਦੀ ਡਿਗਰੀ ਕਰ ਲਈ। ਕਿਹੜਾ ਸਾਲ ਸੀ ਜੀ ਉਹ? 97 ਦੇ ਵਿੱਚ ਮੇਰੀ ਮੁਕੰਮਲ ਹੋਈ ਹੈ। 95 ਚ ਪੋਲੀਟੀਕਲ ਸਾਇੰਸ, 97 ਦੇ ਵਿੱਚ ਮੇਰੀ ਜਰਨਲਿਜ਼ਮ ਦੀ ਡਿਗਰੀ। 97 ਦੇ ਵਿੱਚ ਜੇ ਉਸ ਨੂੰ ਤੋਰਨਾ ਹੁੰਦਾ ਉੱਥੇ ਹੀ ਕਿਸਮ ਦੇ ਤੌਰ ਤੇ, ਪੱਤਰਕਾਰੀ ਦੇ ਤੌਰ ਤੇ, ਅੱਜ ਤੋਂ 33 ਵਰ੍ਹੇ ਪਹਿਲਾਂ ਜੀ ਕੁੜੀਆਂ, ਟੀਵੀ ਹੈ ਨਹੀਂ ਸੀ, ਕੁੜੀਆਂ ਬਹੁਤ ਘੱਟ ਸੀ, ਦੂਰਦਰਸ਼ਨ ਦੇ ਔਖੇ ਪੈਂਡੇ ਬਹੁਤ ਸੀ, ਉਹਦੇ ਵਿੱਚ ਦੀ ਲੰਘਣਾ, ਉਹਦੀਆਂ ਲੋਕਾਂ ਨੂੰ ਦਿਖਦੀਆਂ ਕੁਝ ਚੀਜ਼ਾਂ ਸੀ, ਕੁਝ ਅਲੱਗ ਕਰਟਨ ਦੇ ਪਿੱਛੇ ਬਹੁਤ ਸੀ ਜਿਹਦੇ ਵਿੱਚ ਦੀ ਜਾਣਾ ਪੈਂਦਾ, ਚਾਹੇ ਮਰਦ ਹੋਣ ਇਸਤਰੀਆਂ ਹੋਣ, ਬਹੁਤ ਕੁਝ ਸੀ ਉੱਥੇ। ਅੱਛਾ, ਫਿਰ ਉਹ ਅੰਦਰ ਬਹੁਤ ਕੁਝ ਜਮ੍ਹਾਂ ਹੋਇਆ ਸੀ, ਕਿਤੇ ਕਿਰਨ ਬੇਦੀ ਦੀ IPS ਅਫੀਸਰ, ਫਿਰ ਵਕੀਲ, ਫਿਰ ਜਰਨਲਿਜ਼ਮ, ਪੱਤਰਕਾਰੀ ਆ ਗਈ, ਫਿਰ ਅੰਦਰ ਜਿਹੜਾ ਕੜ ਉਹ ਟੁੱਟਿਆ ਫਿਰ ਕਦ ਸਮਾਂ ਮਿਲਿਆ ਜਿੱਦਣ ਨਵਜੋਤ ਢਿੱਲੋਂ ਅਸਲ ਲੋਕਾਂ ਦੇ ਸਨਮੁਖ ਹੋਈ? ਬੜਾ ਚਾਅ ਸੀ ਮਿਸਟਰ ਗਿੱਲ ਜਦੋਂ ਡਿਗਰੀ ਕੀਤੀ ਕਿ ਵੀ ਉਹਨਾਂ ਲੋਕਾਂ ਤੱਕ ਪਹੁੰਚਾਂ ਜਿਨ੍ਹਾਂ ਨੇ ਕੁਝ ਕੀਤਾ, ਖਾਸ ਕਰਕੇ ਮੇਰਾ ਔਰਤਾਂ ਤੱਕ ਪਹੁੰਚਣ ਦਾ ਬਹੁਤ ਮਨ ਸੀ। ਤੁਸੀਂ ਬਿਲੀਵ ਕਰੋਗੇ ਕਿ ਅਸੀਂ ਅਜੇ ਪੱਤਰਕਾਰੀ ਦੇ ਸਟੂਡੈਂਟ ਸੀ, ਅਸੀਂ 8 ਜਣੇ ਸੀ, ਜਲੰਧਰ 'ਚ ਫੂਲਨ ਦੇਵੀ ਆਈ ਤੇ ਬੜਾ ਹੀ ਚਾਅ ਕਿ ਫੂਲਨ ਦੇਵੀ ਨੂੰ ਇੰਟਰਵਿਊ ਕੀਤਾ ਜਾਏ। ਫੂਲਨ ਦੇਵੀ ਨੂੰ ਅਸੀਂ ਫਿਰ ਰਲ ਕੇ ਇੰਟਰਵਿਊ ਕੀਤਾ, ਉਹ ਅਜੀਤ ਅਖਬਾਰ ਦੇ ਵਿੱਚ ਅਸੀਂ ਸਾਰਿਆਂ ਨੇ ਫੂਲਨ ਦੇਵੀ ਦੇ ਨਾਲ ਆਪਣੀ ਫੋਟੋ ਲਗਾ ਕੇ ਫੂਲਨ ਦੇਵੀ ਦਾ ਇੰਟਰਵਿਊ ਕੀਤਾ। ਮੈਨੂੰ ਲੱਗਦਾ ਕਿ ਮੈਕਸਿਮਮ ਕੁਐਸਚਨਸ ਜਿਹੜੇ ਉਹ ਮੈਂ ਹੀ ਪੁੱਛੇ ਸੀ, ਬਹੁਤ ਐਕਸਾਈਟਿੰਗ ਲੱਗਦਾ ਸੀ ਉਹ ਸਾਰਾ ਕੁਝ। ਪਰ ਮਜ਼ੇਦਾਰ ਗੱਲ ਇਹ ਸੀ ਕਿ ਮੈਂ 95 ਜਦੋਂ ਮੈਂ ਸਟੂਡੈਂਟ ਹੀ ਗਈ ਹਾਂ, ਮੈਂ ਉਸ ਦੇ ਦੌਰਾਨ ਹੀ ਆਲ ਇੰਡੀਆ ਰੇਡੀਓ ਜਲੰਧਰ ਦੇ ਵਿੱਚ ਆਪਣਾ ਆਡੀਸ਼ਨ ਦੇ ਦਿੱਤਾ। ਆਡੀਸ਼ਨ ਦਿੱਤਾ ਮੈਂ ਡੈਡੀ ਤੋਂ ਚੋਰੀ। ਉਹਦਾ ਰੀਜ਼ਨ ਇਹ ਸੀ ਕਿ ਡੈਡੀ ਆਲ ਇੰਡੀਆ ਰੇਡੀਓ ਜਾਂਦੇ ਬਹੁਤ ਸੀਗੇ, ਉੱਥੇ ਇਹਨਾਂ ਦੇ ਵੀ ਕਈ ਪ੍ਰੋਗਰਾਮ ਚੱਲਦੇ ਸੀ, ਸਕ੍ਰਿਪਟਸ ਵੀ ਲਿਖਦੇ ਸੀ, ਡਰਾਮਿਆਂ ਦੀਆਂ ਵੀ ਸਕ੍ਰਿਪਟਸ ਲਿਖਦੇ ਸੀ, ਸਾਰੇ ਜਾਣਦੇ ਸੀ ਇਹਨਾਂ ਨੂੰ, ਚੰਗੀ ਤਰ੍ਹਾਂ ਇਹ ਵੈਲ ਨੋਨ ਸੀਗੇ ਉੱਥੇ। ਮੈਨੂੰ ਇਹ ਸੀ ਕਿ ਜੇ ਮੈਂ ਦੱਸ ਕੇ ਗਈ ਜਾਂ ਕਿਸੇ ਨੂੰ ਅੱਗੋਂ ਆਡੀਸ਼ਨ ਲੈਣ ਵਾਲੇ ਨੂੰ ਪਤਾ ਲੱਗ ਗਿਆ ਕਿ ਇਹ ਬਖਸ਼ਿੰਦਰ ਦੀ ਕੁੜੀ ਆ, ਮੇਰੇ ਨਾਲ ਪੱਖਪਾਤ ਨਾ ਕਰ ਜਾਣ, ਇਹਨਾਂ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਤੇ ਮੈਂ ਆਡੀਸ਼ਨ ਦੇ ਕੇ ਆ ਗਈ ਤੇ ਉਸ ਤੋਂ ਬਾਅਦ ਉੱਥੇ ਲਿਸਟ ਲੱਗੀ ਹੋਣੀ ਸੀ, ਔਰ ਮੈਂ ਆਪਣੇ ਮੰਮਾ ਨੂੰ ਇਹ ਗੱਲ ਕਹੀ, ਮੈਂ ਕਿਹਾ ਵੀ ਅੱਜ ਤੁਸੀਂ ਇਹ ਧਿਆਨ ਰੱਖਿਓ ਕਿ ਘਰ ਹੀ ਰਹਿਣ, ਇਹ ਅੱਜ ਰੇਡੀਓ ਤੇ ਨਾ ਆਉਣ, ਉੱਥੇ ਕਿਤੇ ਮੇਰਾ ਟੱਕਰ ਨਾ ਇਹਨਾਂ ਦੇ ਨਾਲ ਮੇਰਾ ਟੱਕਰ ਨਾ ਹੋ ਜਾਏ, ਮੇਰੀ ਉਹ ਜਿਹੜੀ ਰਾਜ਼ ਮੈਂ ਰੱਖਣਾ ਚਾਹੁੰਦੀ ਉਹ ਖੁੱਲ ਜਾਣਾ। ਮਾਂ ਨਾਲ ਸੀ? ਹਾਂਜੀ, ਉਹਨਾਂ ਨੂੰ ਮੈਂ ਦੱਸ ਕੇ ਗਈ ਸੀ, ਮੈਂ ਕਿਹਾ ਅੱਜ ਦੱਸਿਆ ਹੀ ਸੀ, ਪੂਰੇ ਨਾਲ ਨਹੀਂ ਸੀ ਉਸ ਤਰ੍ਹਾਂ ਦਾ ਨਾਲ ਸੀ, ਇਹ ਨਹੀਂ ਸੀ, ਪਰ ਮੈਂ ਇਹਨਾਂ ਨੂੰ ਕਿਹਾ ਸੀ ਕਿ ਵੀ ਇਹ ਨਹੀਂ ਕਿਸੇ ਨੂੰ ਪਤਾ ਲੱਗਣਾ ਚਾਹੀਦਾ ਵੀ ਉਹਨਾਂ ਦੀ ਕੁੜੀ ਹੈਗੀ ਆ, ਕੱਲ ਨੂੰ ਮੈਂ ਨਹੀਂ ਇਹ ਗੱਲ ਸੁਣਨੀ ਕਿ ਉਹਨਾਂ ਕਰਕੇ ਇਹਦੀ ਸਿਲੈਕਸ਼ਨ ਹੋਈ ਆ। ਖੁਦਦਾਰੀ ਦਾ ਸਵਾਦ। ਫਿਰ ਇਦਾਂ ਸੀ ਕਿ ਇਹਨਾਂ ਨੇ ਦੂਸਰੇ ਦਿਨ ਮੇਰੇ ਖਿਆਲ ਜਾਂ ਤੀਸਰੇ ਦਿਨ ਜਾਣਾ ਸੀ, ਮੇਰਾ ਰਿਜ਼ਲਟ ਨਹੀਂ ਸੀ ਆਇਆ। ਮੈਂ ਉਹਨਾਂ ਨੂੰ ਇਹ ਕਿਹਾ, ਮੈਂ ਕਿਹਾ ਮੈਂ ਆਡੀਸ਼ਨ ਦੇ ਕੇ ਆਈ ਹਾਂ, ਉੱਥੇ ਲਿਸਟ ਲੱਗੀ ਹੋਣੀ ਆ, ਮੇਰਾ ਦੇਖ ਕੇ ਆਇਓ। ਨਾ ਹੈਗਾ ਸੀ ਫਿਰ ਨਾ, ਉਦੋਂ ਫੋਨ ਵਗੈਰਾ ਤਾਂ ਹੁੰਦੇ ਨਹੀਂ ਸੀ। ਫਿਰ ਘਰ ਆ ਕੇ ਇਹਨਾਂ ਨੇ ਦੱਸਿਆ ਕਿ ਵੀ ਹਾਂ ਤੇਰਾ ਨਾਮ ਹੈਗਾ। ਸੋ 95 'ਚ ਮੈਂ ਆਲ ਇੰਡੀਆ ਰੇਡੀਓ ਜਲੰਧਰ ਸ਼ੁਰੂ ਕੀਤਾ। ਉਹ ਇੱਕ ਯੂਥ ਪ੍ਰੋਗਰਾਮ ਸੀ, ਪਰ ਹੌਲੀ ਹੌਲੀ ਕਰਕੇ ਮੈਂ ਨਾਰਮਲ ਜਿਹੜੇ ਅਨਾਊਂਸਰ ਕੈਟੇਗਰੀ ਸੀ ਉੱਧਰ ਆ ਗਈ। ਉੱਥੇ ਕੈਜੂਅਲ ਅਨਾਊਂਸਰ ਕਹਿੰਦੇ ਹੁੰਦੇ ਸੀ। ਤੁਸੀਂ 6 ਤੋਂ ਵੱਧ ਪ੍ਰੋਗਰਾਮ ਮੰਥ ਦੇ ਨਹੀਂ ਕਰ ਸਕਦੇ ਹੁੰਦੇ, ਕਿਉਂਕਿ ਉਹ ਕੋਈ ਗਵਰਨਮੈਂਟ ਦਾ ਹੈ ਸੀ ਲਾਅ ਕਿ ਜੇ ਤੁਸੀਂ 6 ਤੋਂ ਵੱਧ ਪ੍ਰੋਗਰਾਮ ਮੰਥਲੀ ਕਰਦੇ ਆ, ਉਹ ਸਾਲ ਦੇ ਕੁਝ ਇੰਨੇ ਦਿਨ ਬਣ ਜਾਂਦੇ ਸੀ ਕਿ ਤੁਸੀਂ ਕਲੇਮ ਕਰ ਸਕਦੇ ਹੋ ਸਾਨੂੰ ਪੱਕਾ ਕਰੋ।
ਪਰ ਨਾਲ ਮੈਂ ਦੂਰਦਰਸ਼ਨ ਤੇ ਵੀ ਆਪਣਾ ਆਡੀਸ਼ਨ ਦੇ ਦਿੱਤਾ, ਦੋਨੇ ਪਾਸੇ। ਫਿਰ 6 ਦਿਨ ਮੈਂ ਉੱਧਰ ਲਾਉਣੇ, 6 ਦਿਨ ਉੱਧਰ, ਈਵਨ ਬੀਇੰਗ ਅ ਸਟੂਡੈਂਟ ਸ਼ੁਰੂ ਹੋ ਗਿਆ ਨਾਲ। ਹਾਂਜੀ, ਨਾਲ ਹੀ ਕਰ ਦਿੱਤਾ ਸੀ। ਮੇਰੀ ਜਿਹਦਾ ਟ੍ਰੇਨਿੰਗ ਕਹਿ ਲਓ ਜਾਂ ਐਕਸਪੀਰੀਅੰਸ ਹੈ, ਉਦੋਂ ਹੀ ਫਿਰ ਮੈਂ ਸ਼ੁਰੂ ਕਰ ਲਿਆ ਸੀ। ਸੋ ਧੀਆਂ ਤੁਰ ਚੱਲੀਆਂ ਪ੍ਰਦੇਸ਼ ਵਾਲੀ ਗੱਲ ਸਹੁਰਿਆਂ ਦੀ ਤਾਂ ਹੋਈ ਨਹੀਂ, ਫਿਰ ਪ੍ਰਦੇਸ਼ ਦਾ ਕਿਵੇਂ ਹੋਇਆ ਸਬਬ? ਉਹ ਜਿਹੜੇ ਮੈਨੂੰ 5 ਸਾਲ ਨਹੀਂ ਦਿੱਤੇ ਗਏ ਸੀ, ਉਹ 5ਵਾਂ ਸਾਲ ਵੀ ਜਿਹੜਾ ਸੀ, 5ਵੇਂ ਸਾਲ 'ਚ ਵੀ ਕੁਝ ਇਦਾਂ ਦਾ ਨਹੀਂ ਹੋਇਆ। ਗੱਲ ਬਣੀ ਨਾ? ਨਹੀਂ, ਗੱਲ ਬਣੀ ਨਹੀਂ ਕਹ ਲਓ ਕਿ ਵੀ ਜਾਂ ਮੇਰਾ ਜਿਹੜਾ ਅੰਦਰਲਾ ਸੀ ਨਾ, ਉਹ ਮੇਰਾ ਅੰਦਰ ਵਾਲਾ ਹੀ ਸੁਣ ਰਿਹਾ ਸੀ। ਅੱਛਾ, ਮਨ ਕਿਉਂ ਨਹੀਂ ਸੀ ਕਰਦਾ? ਕੁੜੀਆਂ ਦੇ ਜਵਾਨੀ ਪਹਿਰੇ ਮਨ 'ਚ ਹੁੰਦਾ ਵੀ ਯਾਰ ਮੇਰਾ ਵਿਆਹ ਹੋਵੇ, ਮੇਰਾ ਕੋਈ ਹਾਣ ਦਾ ਹੋਵੇ ਜਿਹ ਨਾਲ ਮੈਂ ਤੁਰਾਂ ਫਿਰਾਂ। ਮੈਚਿਓਰ ਹੋ ਗਏ ਸੀ, ਮਾਸਟਰਸ 2 ਮਾਸਟਰਸ ਹੋ ਗਈਆਂ। ਉਹ ਕਿਉਂ ਨਹੀਂ ਸੀ? ਸਿਰਫ ਸੁਪਨੇ ਜਿਹੜੇ ਦੂਜੇ ਸੀ ਵੀ ਮੈਂ ਨਵਜੋਤ ਢਿੱਲੋਂ ਐਂ ਬਣ ਕੇ ਤੁਰਨਾ, ਉਹ ਚੱਲਦੀ ਰਹੀ, ਉਹ ਓਵਰਰਾਈਡ ਕਰਦੀ ਗਈ ਸਾਰੀਆਂ ਸੱਧਰਾਂ ਨੂੰ। ਨਵਜੋਤ ਢਿੱਲੋਂ ਤਾਂ ਮੈਂ ਬਹੁਤ ਬਾਅਦ 'ਚ ਹਾਂ ਚਲੋ, ਨਵਜੋਤ ਐ ਟੇਕ ਓਵਰ ਕਰਦੀ ਗਈ, ਇਹ ਹੋਈ। ਢਿੱਲੋਂ ਵਾਲੀ ਸਟੋਰੀ ਵੀ ਤੁਹਾਨੂੰ ਮੈਂ ਦੱਸਾਂਗੀ, ਉਹ ਤੁਸੀਂ ਮੈਨੂੰ ਬਾਅਦ 'ਚ ਪੁੱਛਿਓ ਜ਼ਰੂਰ, ਮੈਂ ਭੁੱਲ ਨਾ ਜਾਵਾਂ। ਅੱਛਾ, ਪਤਾ ਨਹੀਂ, ਮੇਰੇ ਮਨ ਦੇ ਵਿੱਚ ਕਦੇ ਖਿਆਲ ਹੀ ਨਹੀਂ ਸੀ ਆਉਂਦਾ। ਮੈਨੂੰ ਇੱਕ ਹਮੇਸ਼ਾ ਜਿੱਦਾਂ ਇੰਡੀਪੈਂਡੈਂਸ ਦਾ ਚਾਅ ਰਹਿੰਦਾ ਸੀ। ਮੈਂ ਜਿੰਨਾ ਆਪਣੇ ਆਲੇ ਦੁਆਲੇ ਔਰਤਾਂ ਨੂੰ ਦੇਖਦੀ ਸੀ, ਈਵਨ ਆਪਣੇ ਘਰ ਦੇ ਵਿੱਚ ਵੀ ਦੇਖਦੀ ਸੀ, ਮੈਨੂੰ ਲੱਗਦਾ ਸੀ ਕਿ ਜੇ ਇਹ ਆਪਣੇ ਮਨ ਦੀ ਨਹੀਂ ਕਰ ਪਾ ਰਹੀਆਂ, ਜਾਂ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ, ਜਾਂ ਜੋ ਵੀ ਸਟੇਟਸ ਔਰਤਾਂ ਦਾ ਸਾਡੀ ਸੁਸਾਇਟੀ 'ਚ ਹੈਗਾ, ਇਹ ਸਿਰਫ ਇਕਨੋਮਿਕ ਇੰਡੀਪੈਂਡੈਂਸ ਨਾ ਹੋਣ ਕਰਕੇ ਵੱਡਾ ਕਾਰਨ ਹੈ। ਮੈਂ ਬਹੁਤ ਵਾਰੀ ਆਪਣੇ ਘਰ ਦੇ ਵਿੱਚ ਇਸ ਚੀਜ਼ ਨੂੰ ਮੁੜ ਕੇ ਦੇਖਿਆ ਕਿ ਜੇ ਮੇਰੀ ਮਾਂ ਕਿਸੇ ਗੱਲੋਂ ਸਟਕ ਆ, ਜੇ ਮੇਰੀ ਮਾਂ ਕਿਸੇ ਗੱਲੋਂ ਪਰੇਸ਼ਾਨ ਹੈ, ਜੇ ਮੇਰੀ ਮਾਂ ਆਪਣੀ ਗੱਲ ਨਹੀਂ ਕਹਿ ਸਕਦੀ, ਜਾਂ ਮੇਰੀ ਮਾਂ ਨੂੰ ਮੇਰੀ ਆਪਣੀ ਗੱਲ ਨਹੀਂ ਕਹਿਣ ਦਿੱਤੀ ਜਾ ਰਹੀ, ਜਾਂ ਉਹਨੂੰ ਚੁੱਪ ਕਰਾ ਦਿੱਤਾ ਜਾਂਦਾ ਹੈ, ਇਹਦਾ ਕਾਰਨ ਵੱਡਾ ਇਹੀ ਹੈ ਕਿ ਇਹ ਫਾਈਨੈਂਸ਼ਲੀ ਇੰਡੀਪੈਂਡੈਂਟ ਨਹੀਂ ਹੈਗੀ। ਭਾਵੇਂ ਇਹ ਸਭ ਕੁਝ ਕਰ ਰਹੀ ਹੈ, ਹਰ ਤਰ੍ਹਾਂ ਦੀ ਕੰਟਰੀਬਿਊਸ਼ਨ ਹੈ, ਹੋ ਸਕਦਾ ਮੇਰੇ ਬਾਪ ਨਾਲੋਂ ਵੱਧ ਕੰਟਰੀਬਿਊਟ ਕਰ ਰਹੀ ਹੈ, ਇਹ ਐਕਸੈਪਟੇਬਲ ਨਹੀਂ ਹੈ। ਮੈਨੂੰ ਕੁਝ ਵੱਖਰਾ ਕਰਨਾ ਪੈਣਾ। ਮੇਰਾ ਫੋਕਸ ਇਸ ਚੀਜ਼ ਤੇ ਨਹੀਂ ਸੀ ਕਿ ਬੱਚੇ ਹੋਣ, ਫੈਮਿਲੀ ਹੋਵੇ। ਮੇਰਾ ਫੋਕਸ ਇਹ ਸੀ ਕਿ ਘੱਟੋ ਘੱਟ ਪਹਿਲਾਂ ਮੈਂ ਆਪਣੇ ਆਪ ਨੂੰ ਤਾਂ ਸਟੈਂਡ ਕਰਾਂ, ਆਪਣੇ ਆਪ ਨੂੰ ਮੈਂ ਸਾਂਭ ਸਕਾਂ, ਤਾਂ ਹੀ ਉਸ ਪੋਜੀਸ਼ਨ 'ਚ ਮੈਂ ਹੋ ਸਕਦੀ ਹਾਂ ਕਿ ਕੱਲ੍ਹ ਨੂੰ ਮੇਰੀ ਫੈਮਿਲੀ ਹੋਵੇ, ਮੈਂ ਉਹਨਾਂ ਨੂੰ ਸਾਂਭ ਸਕਾਂ। ਇਸ ਕਰਕੇ ਮੇਰਾ ਫੋਕਸ ਕਰੀਅਰ ਵੱਲ ਜ਼ਿਆਦਾ ਸੀ। ਸੋ ਪ੍ਰਦੇਸ਼ ਦੀ ਉਡਾਰੀ ਫਿਰ ਕਦ ਲੱਗਦੀ ਆ? ਕੈਨੇਡਾ ਨਾਲ ਕਿਵੇਂ ਕਹਾਣੀ ਬਣਦੀ ਹੈ ਫਿਰ ਪੜ੍ਹਾਈ ਤੇ ਫਿਰ ਪੁਆਇੰਟ ਸਿਸਟਮ ਸਿੱਟਿਆ ਕਿਹੜਾ? ਉਹ ਵੀ ਦੱਸਦੀ ਹਾਂ। ਮੇਰਾ ਕੋਈ ਇੱਛਾ ਨਹੀਂ ਸੀ ਬਾਹਰ ਆਉਣ ਦੀ, ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਸੀ ਕਿ ਬਾਹਰ ਆਉਣ ਦਾ ਇਹੀ ਰਾਹ ਹੈ ਕਿ ਵਿਆਹ ਕਰਾ ਕੇ ਆਇਆ ਜਾਂਦਾ। ਮੈਂ ਐਕਸਪਲੋਰ ਹੀ ਨਹੀਂ ਸੀ ਕੀਤਾ, ਪਰ ਉਹ ਵੀ ਮੇਰੀ ਮਾਂ ਦੀ ਇੱਛਾ ਸੀ ਬਾਹਰ ਦੀ। ਫਿਰ ਮੇਰੀ ਹੀ ਮਾਂ ਦੀ ਇਹ ਇੱਛਾ ਸੀ ਕਿ ਉਹਨਾਂ ਨੇ ਜਦ ਮੇਰੇ ਵੱਲ ਦੇਖਣਾ ਕਿ ਤੂੰ ਸਕੂਟਰ ਚੁੱਕਿਆ ਇੱਧਰ ਨੂੰ, ਸਕੂਟਰ ਚੁੱਕਿਆ ਉੱਧਰ ਨੂੰ, ਮੈਂ ਤੁਸੀਂ ਬਿਲੀਵ ਨਹੀਂ ਕਰੋਗੇ, ਸਵੇਰ ਨੂੰ ਦੂਰਦਰਸ਼ਨ ਤੇ ਕਰਨਾ, ਪਹਿਲਾਂ ਜਾ ਕੇ ਪ੍ਰੋਗਰਾਮ, ਮਾਰਨਿੰਗ ਪ੍ਰੋਗਰਾਮ ਸ਼ੁਰੂ ਹੋ ਗਏ ਸੀ, ਆਪਣਾ ਮੇਕਅਪ ਵਗੈਰਾ ਕਰਾਇਆ, ਪ੍ਰੋਗਰਾਮ ਕੀਤਾ। ਚਿਹਰਾ ਮੋਰਾ ਐ ਹੀ ਹੁੰਦਾ ਸੀ, ਵਾਲਾਂ ਦਾ ਸਟਾਈਲ ਇਹੀ ਸੀ? ਨਹੀਂ, ਮੇਰੇ ਵਾਲ ਬਹੁਤ ਲੰਬੇ ਸੀ, ਬਹੁਤ ਜ਼ਿਆਦਾ ਲੰਬੇ ਸੀ ਵਾਲ। ਹੁਣ ਮੈਨੂੰ ਕਦੇ ਕਿਰਨ ਬੇਦੀ ਦੀ ਇਹਦੇ 'ਚ ਝਲਕ ਆਉਂਦੀ। ਅੱਛਾ, ਓਕੇ, ਸਵੇਰ ਨੂੰ ਜਾ ਕੇ ਉਹ ਕਰਨਾ। ਮੈਂ ਇਹ ਵੀ ਵਿੱਚ ਸ਼ੇਅਰ ਕਰਨਾ ਚਾਹੁੰਦੀ, ਮੇਰੇ ਮੰਮਾ ਦੀ ਇੱਛਾ ਸੀ ਕਿ ਤੇਰੀ ਕੋਈ ਈਜ਼ੀ ਜੀ ਜੌਬ ਹੋਵੇ, ਜੇ ਤੂੰ ਕਰਨੀ ਹਾਂ, ਇੰਡੀਪੈਂਡੈਂਟ ਤੋਂ ਜ਼ਰੂਰ ਹੋ, ਪਰ ਕੰਮ ਇੰਨਾ ਔਖਾ ਨਾ ਹੋਵੇ ਕਿ ਵੀ ਰਾਤਾਂ ਨੂੰ ਜਾਗੋ, ਸਵੇਰ ਨੂੰ ਜਾਗੋ, ਨੱਠ ਭੱਜ, ਆਰਾਮ ਜੇ ਦੀ ਜੌਬ ਹੋਵੇ, ਜਾਂ ਤੇਰੀ ਕੋਈ ਬੈਂਕ ਦੀ ਜੌਬ ਹੋਵੇ। ਮੈਂ ਕਿਹਾ ਮੈਂ ਤਾਂ ਨੰਬਰਾਂ ਦੇ ਵਿੱਚ ਮੇਰਾ ਹੈ ਹੀ ਨਹੀਂ ਇੰਟਰਸਟ, ਜਾਂ ਤੂੰ ਕਾਲਜ ਦੇ ਵਿੱਚ ਲੈਕਚਰਰ ਹੋਵੇਂ। ਲੈਕਚਰਰ, ਪੱਕੇ ਲੈਕਚਰਰ ਬਣਨ ਦੇ ਲਈ ਉੱਥੇ UGC ਦਾ ਟੈਸਟ ਹੁੰਦਾ ਨੈਸ਼ਨਲ ਲੈਵਲ ਦਾ, ਤੇ ਉਹ ਮੈਂ ਇੱਕ ਅਟੈਂਪਟ ਕੀਤੀ, ਕਲੀਅਰ ਹੋ ਗਿਆ। ਸੋ ਉਹ ਆਪਣੇ ਮੰਮਾ ਲਈ ਕੀਤਾ ਮੈਂ, UGC ਦਾ ਟੈਸਟ। ਕਾਲਜਿਸ ਦੇ ਵਿੱਚ ਸਬਜੈਕਟ ਇਹ ਨਵਾਂ ਇੰਟਰੋਡਿਊਸ ਹਾਲੇ ਹੋਇਆ ਹੀ ਸੀ ਜਦੋਂ ਮੇਰਾ UGC ਕਲੀਅਰ ਹੋਇਆ। ਤਾਂ ਜਲੰਧਰ ਦੇ ਵਿੱਚ ਕਾਲਜ ਸੀ, ਮੈਂ ਉੱਥੇ ਜੁਆਇਨ ਕਰ ਲਿਆ, BD ਆਰਿਆ ਕਾਲਜ ਜਲੰਧਰ ਕੈਂਟ। ਉੱਥੇ ਮੈਂ ਲੈਕਚਰਰ ਦੇ ਤੌਰ ਤੇ 2 ਪੀਰੀਅਡ ਲਾਉਣੇ ਸ਼ੁਰੂ ਕੀਤੇ, ਕਿਉਂਕਿ ਸਬਜੈਕਟ ਨਵਾਂ ਇੰਟਰੋਡਿਊਸ ਹੋਇਆ ਸੀ, ਫੁੱਲ ਫਲੈਜ ਕਲਾਸਿਸ ਨਹੀਂ ਸੀਗੀਆਂ। ਚਲੋ ਮੈਂ 5 ਸਾਲ ਨਾਲ ਪੜ੍ਹਾਇਆ ਵੀ। ਇੱਕੋ ਟਾਈਮ ਤੇ ਮੈਂ ਸਵੇਰ ਨੂੰ ਪਹਿਲਾਂ ਦੂਰਦਰਸ਼ਨ ਤੇ ਜੇ 2 ਘੰਟੇ ਦਾ ਪ੍ਰੋਗਰਾਮ ਕੀਤਾ ਜਾਂ 1.5 ਘੰਟਾ ਲਾ ਕੇ ਆਈ ਹਾਂ। ਉਸ ਤੋਂ ਬਾਅਦ ਮੇਰਾ ਰੋਲ ਚੇਂਜ, ਸਾੜੀ ਪਾਈ, ਸਾੜੀ ਪਾ ਕੇ ਸਕੂਲ ਦੇ ਵਿੱਚ ਲੈਕਚਰ ਦੇ ਲਈ। ਉਸ ਤੋਂ ਬਾਅਦ ਮੇਰਾ ਰੋਲ ਚੇਂਜ, ਮੈਂ ਹਿੰਦੁਸਤਾਨ ਟਾਈਮਸ ਦੀ ਰਿਪੋਰਟਰ ਬਣ ਗਈ ਸੀ। ਜਲੰਧਰ ਤੋਂ ਮੈਂ ਪਹਿਲੀ ਰਿਪੋਰਟਰ ਸੀ ਜਿਹੜੀ ਉਹਨਾਂ ਨੇ ਹਾਇਰ ਕੀਤੀ ਸੀ। ਉਹ ਆ ਕੇ ਫਿਰ 3 ਵਜੇ ਤੱਕ ਮੇਰੀ ਡੈਡਲਾਈਨ ਸੀ ਕਿ ਜਿੰਨੀਆਂ ਨਿਊਜ਼ ਹੈ ਮੈਂ 3 ਵਜੇ ਤੱਕ ਭੇਜ ਸਕਦੀ ਹਾਂ, ਅਦਰਵਾਈਜ਼ ਉਹ ਫਿਰ ਪਬਲਿਸ਼ ਨਹੀਂ ਸੀ ਕਰਦੇ ਜੀ। ਕਈ ਵਾਰ ਮੈਨੂੰ ਬਹੁਤ, ਮੇਰੇ ਲਈ ਹਾਸੋਹੀਣੀ ਇਹ ਗੱਲ ਹੁੰਦੀ ਸੀ, ਜਾਂ ਐਂਬੈਰਸਮੈਂਟ ਵਾਲੀ ਗੱਲ ਇਹ ਹੁੰਦੀ ਸੀ ਕਿ ਵੀ ਮੈਂ ਤਾਂ ਖਬਰ 3:05 ਤੇ 10 ਮਿੰਟ ਤੇ ਜੇ ਭੇਜਤੀ ਹੈ, ਉਹਨਾਂ ਨੇ ਮੇਰੀ ਨਿਊਜ਼ ਕੈਰੀ ਨਹੀਂ ਕਰਨੀ, ਕਿਉਂਕਿ ਦਿੱਲੀ ਜਾਂਦੀ ਸੀ ਨਿਊਜ਼ ਉਸ ਟਾਈਮ ਤੇ, ਔਰ ਫੈਕਸ ਕਰਨੀ ਹੁੰਦੀ ਸੀ।
ਕੋਈ ਈਮੇਲ ਨਹੀਂ ਸੀ, ਕੋਈ ਇਹੋ ਜਿਹਾ ਸਾਧਨ ਤਾਂ ਹੈ ਨਹੀਂ ਸੀ ਜੋ ਹੁਣ ਹੈਗਾ। ਫੈਕਸ ਕਰਨ ਜਾਣਾ ਆਪਣੇ ਘਰ ਤੋਂ ਅੱਧਾ ਘੰਟਾ ਸਕੂਟਰ ਚਲਾ ਕੇ, ਵੱਡਾ ਡਾਕਖਾਨਾ ਹੁੰਦਾ ਸੀ ਜਲੰਧਰ, ਉੱਥੇ ਜਾ ਕੇ ਉੱਥੇ ਲਾਈਨ ਵੀ ਹੋ ਸਕਦੀ ਹੈ, ਬਿਲਕੁਲ ਸਾਰਾ ਕੁਝ ਹੁੰਦਾ ਸੀ। ਜੇ 5 ਮਿੰਟ ਉੱਪਰ ਹੋ ਗਿਆ, ਉਹਨਾਂ ਨੇ ਮੇਰੀ ਸਟੋਰੀ ਪਬਲਿਸ਼ ਨਹੀਂ ਕਰਨੀ ਕਿਉਂਕਿ 3 ਵਜੇ ਦੀ ਡੈਡਲਾਈਨ ਹੈ ਮੇਰੇ ਲਈ। ਨੈਕਸਟ ਡੇ ਜਿਹੜਾ ਅਖਬਾਰ ਆਇਆ ਉਹਦੇ 'ਚ ਮੇਰੀ ਸਟੋਰੀ ਹੈ ਨਹੀਂ, ਪਰ ਉਸ ਤੋਂ ਅਗਲੇ ਦਿਨ ਉਹਨਾਂ ਨੇ ਕੈਰੀ ਕਰ ਲੈਣੀ। ਤੇ ਮੈਨੂੰ ਬੜਾ ਇਸ ਚੀਜ਼ ਦਾ ਹੋਣਾ, ਮੈਂ ਕਿਹਾ ਹੁਣ ਲੋਕਲ ਰਿਪੋਰਟਰ ਜਿੰਨੇ ਬੈਠੇ ਇਹਨਾਂ ਨੇ ਕਹਿਣਾ ਇਹ ਕੰਮ ਨਹੀਂ ਕੋਈ ਕਰ ਰਹੀ, ਇਹਨਾਂ ਨੇ ਮੇਰੀ ਸਟੋਰੀ ਕੱਲ ਚੁੱਕੀ ਸਾਡੀ, ਅੱਜ ਇਹਨੂੰ ਟਰਾਂਸਲੇਟ ਕਰਕੇ ਅੰਗਰੇਜ਼ੀ ਦੇ ਵਿੱਚ ਇਹਨੇ ਭੇਜ ਦਿੱਤਾ ਤੇ ਅੱਜ ਇਹਨੂੰ ਬਾਈ ਨੇਮ ਇਹਦੀ ਸਟੋਰੀ ਲੱਗ ਗਈ। ਬਹੁਤ ਵਾਰੀ ਮੇਰੇ ਨਾਲ ਇਸ ਤਰ੍ਹਾਂ ਹੁੰਦਾ ਸੀ, ਪਰ ਮੈਂ ਉਹਦੇ ਵਿੱਚ ਮੇਰਾ ਕੋਈ ਹੈ ਨਹੀਂ ਸੀ। 3 ਵਜੇ ਤੱਕ ਖਬਰਾਂ ਭੇਜ ਕੇ ਸ਼ਾਮ ਨੂੰ ਫਿਰ ਮੈਂ ਰੇਡੀਓ ਚਲ ਜਾਣਾ। ਉਹ ਰੇਡੀਓ ਦੀ ਜਿਹੜੀ ਡਿਊਟੀ ਹੁੰਦੀ ਸੀ ਉਹ 11 ਵਜੇ ਤੱਕ ਹੁੰਦੀ ਸੀ, ਸ਼ਾਮ ਨੂੰ 6 ਤੋਂ 11 ਦਾ ਟਾਈਮ ਹੁੰਦਾ ਸੀ। ਜਿੱਦਾਂ ਜੇ ਉਹ ਦਿਨ ਆ, ਫਿਰ ਨਾਲ ਮੈਂ ਸ਼ੁਰੂ ਕਰ ਲਿਆ ਇੱਕ ਮੌਂਟਰੀਅਲ ਦਾ ਰੇਡੀਓ ਹਮਸਫਰ ਹੁਣ ਵੀ ਚੱਲਦਾ, 2 ਘੰਟੇ ਦਾ ਸ਼ਾਮ ਦਾ ਪ੍ਰੋਗਰਾਮ ਉਹਨਾਂ ਦੇ ਨਾਲ ਮੈਂ ਕਰ ਲਿਆ। ਅੱਛਾ ਜੀ। ਉਹ ਰਿਕਾਰਡਿੰਗ ਹੁੰਦੀ ਸੀ ਤੇ ਇੱਧਰ ਉਹ ਬਾਅਦ 'ਚ ਬ੍ਰੌਡਕਾਸਟ ਕਰਦੇ ਸੀ। ਉਹਨਾਂ ਦਾ ਵੱਖਰਾ ਇੱਕ ਸਟੂਡੀਓ ਸੀ ਉੱਥੇ। ਬਹੁਤ ਕੁਝ ਹੋ ਗਿਆ ਜੀ। ਦਿਸ ਇਜ਼ ਵਾਟ ਆਈ ਵਾਸ ਡੂਇੰਗ। ਸੱਚਾਈ ਇਹੀ ਹੈ। ਉਹ ਮੈਨੂੰ ਪੈਸੇ ਦਾ ਨਹੀਂ ਸੀ ਲਾਲਚ ਹੁੰਦਾ। ਫਿਰ ਵਿਆਹ ਵਾਲੀ ਤਾਂ ਕਹਾਣੀ ਹੋਣੀ ਇਹਦੇ ਤਾਂ ਕਿਤੇ ਪੈਸੇ ਦਾ ਨਹੀਂ ਸੀ ਲਾਲਚ ਹੁੰਦਾ। ਕੁਝ ਵੀ ਨਹੀਂ ਸੀ। ਤੁਸੀਂ ਬਿਲੀਵ ਨਹੀਂ ਕਰੋਗੇ, ਕੰਮ ਕਰਨ ਦਾ ਹੀ ਇੰਨਾ ਚਾਹ ਹੁੰਦਾ ਸੀ। ਜੇ ਮੈਂ 5 ਵਜੇ ਤੋਂ 7 ਵਜੇ ਤੱਕ ਉੱਧਰੋਂ ਰਿਕਾਰਡਿੰਗ ਕਰਕੇ ਆਈ ਆ, ਜਾਂ ਮੇਰੀ ਸ਼ਾਮ ਦੀ ਰੇਡੀਓ ਦੀ ਡਿਊਟੀ ਆ, 2 ਘੰਟੇ ਉਹਨਾਂ ਦਾ ਪ੍ਰੋਗਰਾਮ ਤਾਂ ਡੇਲੀ ਚੱਲਦਾ ਹੀ ਸੀ ਹਮਸਫਰ ਵਾਲਿਆਂ ਦਾ, ਉਹ ਮੈਂ ਰਿਕਾਰਡ ਕਰਕੇ ਆ ਕੇ ਫਿਰ ਇੱਧਰ ਸ਼ਾਮ ਨੂੰ ਡਿਊਟੀ। ਤੇ ਇੱਥੇ ਬੈਸਟ ਚੀਜ਼ ਇਹ ਹੁੰਦੀ ਸੀ, ਜਿਵੇਂ ਜੇ ਰਾਤ ਨੂੰ 11 ਵਜੇ ਤੱਕ ਤੁਹਾਡੀ ਡਿਊਟੀ ਹੈ, ਤੁਹਾਡੇ ਕੋਲ ਚੋਇਸ ਹੁੰਦੀ ਸੀ ਕਿ ਤੁਹਾਨੂੰ ਡਰਾਈਵਰ ਦਿੰਦੇ ਸੀ, ਗੱਡੀ ਛੱਡ ਕੇ ਆਉਂਦੀ ਸੀ। ਜੇ ਅਰਲੀ ਮਾਰਨਿੰਗ ਡਿਊਟੀ ਹੈ 4 ਵਜੇ ਜਾਂ 5 ਵਜੇ ਤੇ ਉਹ ਗੱਡੀ ਤੁਹਾਨੂੰ ਲੈ ਕੇ ਆਉਂਦੀ ਸੀ। ਤੇ ਇਸ ਗੱਲੋਂ ਮੰਮਾ ਨੂੰ ਬਹੁਤਾ ਫਿਕਰ ਨਹੀਂ ਸੀ ਹੁੰਦਾ। ਹਾਂ, ਦਿਨੇ ਜਿੰਨਾ ਮਰਜ਼ੀ ਮੈਂ ਸਕੂਟਰ ਲੈ ਕੇ ਸਾਰਾ ਦਿਨ ਇੱਧਰੋਂ ਉੱਧਰੋਂ। ਸੋ ਇਹ ਜਿਹੜੀ ਚੀਜ਼ ਸੀ, ਤੁਸੀਂ ਪੁੱਛਿਆ ਬਾਹਰ ਆਉਣ ਦਾ ਸਬੱਬ ਕਿੱਦਾਂ ਬਣਿਆ। ਜਦੋਂ ਮੈਂ ਹਮਸਫਰ ਤੇ ਕੰਮ ਕਰ ਰਹੀ ਸੀ ਤੇ ਉੱਥੇ ਰੇਡੀਓ ਪੰਜਾਬ ਰੇਡੀਓ ਲੰਡਨ ਇੱਕ ਚੱਲਦਾ ਹੈ, ਉੱਥੇ ਆਏ ਇੱਕ ਉਹਨਾਂ ਦੇ ਜਿਹੜੇ ਓਨਰ ਸੀ, ਕਿਤੇ ਘੁੰਮਦੇ ਘਮਾਉਂਦੇ ਉਹ ਕੋਈ ਰਿਕਾਰਡਿੰਗ ਕਰਾਉਣ ਆਏ। ਉਹ ਕਹਿੰਦੇ ਵੀ ਇਹ ਆਵਾਜ਼ਾਂ ਕਿਹਨਾਂ ਦੀਆਂ ਆ। ਇੱਕ ਮੈਂ ਸੀ, ਇੱਕ ਮੇਰੀ ਫਰੈਂਡ ਸੀ ਰਮਨਪ੍ਰੀਤ। ਇਹ ਸਾਨੂੰ ਵੀ ਇੱਦਾਂ ਦੀ ਆਵਾਜ਼ ਚਾਹੀਦੀ ਹੈ, ਅਸੀਂ ਬੰਦੇ 2 ਸਾਨੂੰ ਚਾਹੀਦੇ ਲੱਭ ਰਹੇ ਹਾਂ। ਤੇ ਅਸੀਂ ਉਹਨਾਂ ਨੇ ਇੰਟਰੋਡਿਊਸ ਕਰਵਾਇਆ। ਉਹ ਕਹਿੰਦੇ ਵੀ ਸਾਨੂੰ ਇੱਕਦਮ ਚਾਹੀਦੀ ਆ, ਇੱਕਦਮ, ਮਤਲਬ ਤੁਸੀਂ ਰੈਡੀ ਹੈਗੇ ਆ। ਹੁਣ ਇਹ ਵੀ ਰਿਸਕ ਸੀ ਕਿ ਵੀ ਉਹ ਵਰਕ ਪਰਮਿਟ ਦੀ ਆਫਰ ਸੀ, ਉਧਰ ਕਾਲਜ ਮੈਂ ਹੈਡ ਆਫ ਦਾ ਡਿਪਾਰਟਮੈਂਟ ਹੈ ਜਰਨਲਿਜ਼ਮ ਦੀ, ਪੱਕੀ ਮੇਰੀ ਜੌਬ ਆ, ਭਾਵੇਂ ਮੈਂ ਨਾਲ ਮੀਡੀਆ ਕਰ ਰਹੀ ਹਾਂ, ਕਿਉਂਕਿ ਮੈਨੂੰ ਇਹ ਸੀ ਕਿ ਮੈਂ ਆਪਣੇ ਸਟੂਡੈਂਟਸ ਨੂੰ ਨਾਲ ਅਪਡੇਟ ਰੱਖਣ ਦੇ ਲਈ ਆਪਣਾ ਪ੍ਰੈਕਟੀਕਲ ਐਕਸਪੀਰੀਅੰਸ ਨਾ ਛੱਡਾਂ। ਪੜਾਉਂਦੀ ਤਾਂ ਸੀਗੀ ਮੈਂ। ਹਾਂਜੀ, ਤੁਹਾਨੂੰ ਦੱਸਿਆ ਨਾ, ਮੈਂ ਰੋਲ ਚੇਂਜ ਕਰਦੀ ਸੀ। ਸਾਰਾ ਦਿਨ ਰੋਲ ਸਵਿਚ ਹੁੰਦੇ ਸੀ। ਅੱਜ ਜਿੱਦਾਂ ਸੋਚਦੀ ਹਾਂ, ਮੈਨੂੰ ਆਪ ਐਕਸਾਈਟਮੈਂਟ ਹੁੰਦੀ ਹੈ ਕਿ ਉਦੋਂ ਇੰਨਾ ਕੰਮ ਕਰਦੇ ਹੁੰਦੇ ਸੀ ਨਾ, ਯਾਦ ਕਰੀ। ਸੋ ਉਹਨਾਂ ਦੇ ਨਾਲ ਸਾਡੀ ਹੋ ਗਈ, ਅਸੀਂ ਵਰਕ ਪਰਮਿਟ ਉਹਨਾਂ ਨੇ ਕਮਿਟ ਕਰ ਲਿਆ ਹੈ ਨਾ, ਵੀ ਅਸੀਂ ਵਿਦਨ 7 ਡੇਜ਼ ਮੈਨੂੰ ਲੱਗਦਾ ਕਿ ਉਹਨਾਂ ਨੇ ਪੇਪਰ ਅਪਲਾਈ ਕੀਤੇ, ਸਾਡਾ ਇੰਟਰਵਿਊ ਹੋਇਆ, ਇੰਗਲੈਂਡ ਜਾਣ ਦੀ ਤਿਆਰੀ ਕਰ ਲਈ। ਉਸ ਤੋਂ ਪਹਿਲਾਂ ਜਿਵੇਂ ਮੇਰੇ ਮੰਮਾ ਦੀ ਇਹ ਖਾਹਿਸ਼ ਸੀ ਕਿ ਵੀ ਕੈਨੇਡਾ ਘੱਟੋ ਘੱਟ ਜ਼ਰੂਰ, ਉਹਨਾਂ ਦੀ ਇੱਕ ਸਿਸਟਰ ਸੀ ਉੱਥੇ ਟੋਰਾਂਟੋ, ਇੱਕ ਸਿਸਟਰ ਇੱਥੇ ਸੀ, ਉਹਨਾਂ ਦੇ ਬੱਚੇ ਸੀ, ਬਾਕੀ ਫੈਮਲੀਜ਼ ਇੰਗਲੈਂਡ ਦੇ ਵਿੱਚ ਵੱਖ-ਵੱਖ ਸਾਰੀ ਫੈਮਲੀਆਂ ਦੇ ਵਿੱਚੋਂ ਕੋਈ ਨਾ ਕੋਈ ਸੀ, ਸਾਡੀ ਫੈਮਲੀ 'ਚੋਂ ਕੋਈ ਵੀ ਨਹੀਂ ਸੀਗਾ। ਉਹ ਇੱਕ ਜਿੱਦਾਂ ਕਿਤੇ ਕਮੀ ਹੁੰਦੀ ਹੈ ਨਾ, ਉਹ ਮੰਮਾ ਹੁਣਾਂ ਦੇ ਐਂਗਲ ਤੋਂ ਇਹ ਸੀ ਕਿ ਵੀ ਜਿੱਦਾਂ ਆਪਣੇ ਆਪ ਨੂੰ ਹੀਣਾ ਸਮਝਣਾ ਇਸ ਗੱਲੋਂ, ਮੇਰੇ ਜਵਾਕ ਵੀ ਕੈਨੇਡਾ ਜਾਣ ਜਿੱਦਾਂ ਮਰਜ਼ੀ ਜਾਣ। ਕਦੇ ਤਰਲੇ ਮੰਮਾ ਨੇ ਕਰੀ ਜਾਣੇ ਕਿਸੇ ਦੇ ਵੀ ਰਿਸ਼ਤੇ ਦੇ ਲਈ, ਕੋਈ ਕਿਸੇ ਦੇ ਲਈ, ਉਹ ਕੋਈ ਗੱਲ ਜਿਹੀ ਨਹੀਂ ਬਣਨੀ। ਈਵਨ ਮੇਰੇ ਬ੍ਰਦਰ ਦੇ ਮੇਰੇ ਤੋਂ ਛੋਟਾ ਸੀ, ਉਹਦੇ ਵੀ ਰਿਸ਼ਤੇ ਦੀ 1-2 ਵਾਰੀ ਗੱਲ ਇਸ ਤਰ੍ਹਾਂ ਹੋਈ, ਪਰ ਉਹ ਵੀ ਸਿਰੇ ਨਾ ਚੜੀ, ਉਹ ਆਸਾਂ ਤੇ ਉਹਨਾਂ ਦੇ ਪਾਣੀ ਜਿਹੇ ਫਿਰ ਗਿਆ ਵੀ ਇਹ ਕੀ ਹੈ। ਤੇ ਮੇਰੇ ਇੱਥੇ ਮਾਸਟਰ ਜੀ ਸੀ, ਬਲਬੀਰ ਪੂਨੀ, ਸ਼ਾਇਦ ਤੁਸੀਂ ਉਹਨਾਂ ਦਾ ਨਾਮ ਸੁਣਿਆ ਹੈਗਾ, ਇੱਥੇ ਵੈਨਕੂਵਰ ਸੀ, ਉਹਨਾਂ ਦੀ ਡੈਥ ਹੋ ਗਈ ਹੁਣ ਤਾਂ 12-13 ਸਾਲ ਹੋ ਗਏ। ਉਹ ਇੱਥੋਂ ਇੱਕ ਗੇੜਾ ਲਾ ਕੇ ਇੰਡੀਆ ਗਏ ਤਾਂ ਸਾਡੇ ਕੋਲ ਜਲੰਧਰ ਘਰ ਬੈਠੇ ਇੱਕ ਕਿਤਾਬ ਸੀ ਰੰਗ ਕੈਨੇਡਾ ਦੇ, ਕੋਈ ਪ੍ਰਿੰਸੀਪਲ ਉਹਨਾਂ ਦਾ ਨਾਮ ਮੈਂ ਭੁੱਲ ਗਈ ਹਾਂ, ਉਹਨਾਂ ਦੀ ਸੀ ਮੇਰੇ ਹੱਥ ਦੇ ਵਿੱਚ। ਉਹਦੇ ਵਿੱਚ ਮੁੜ ਕੇ ਇੱਕ ਜ਼ਿਕਰ ਆਇਆ ਸੀ ਡਾਊਨ ਟਾਊਨ ਸਮਥਿੰਗ, ਹੈ ਨਾ। ਐਵੇਂ ਮੈਂ ਕਿਉਰਿਓਸਿਟੀ ਦੇ ਤੌਰ 'ਤੇ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਅੰਕਲ ਇਹ ਡਾਊਨ ਟਾਊਨ ਕੀ ਹੁੰਦਾ, ਇਹ ਬੰਦਾ ਬਾਰ-ਬਾਰ ਡਾਊਨ ਟਾਊਨ ਲਿਖਦਾ ਹੈ। ਐਂਡ ਉਹਨਾਂ ਦਾ ਰਿਐਕਸ਼ਨ ਅੱਗੋਂ ਕੀ ਸੀ, ਉਹਨਾਂ ਨੇ ਦੱਸਿਆ ਨਹੀਂ ਮੈਨੂੰ, ਕਹਿੰਦੇ ਵੀ ਅਨਪੜ੍ਹ ਹੋ ਤੁਸੀਂ, ਪੜ੍ਹਿਆਂ ਲਿਖਿਆਂ ਦਾ ਟੱਬਰ ਆ, ਜਾ ਕੇ ਦੇਖੋ ਡਾਊਨ ਟਾਊਨ ਕੀ ਹੁੰਦਾ, ਇਹਦੇ 'ਚ ਪੁੱਛਣ ਵਾਲੀ ਕਿਹੜੀ ਗੱਲ ਆ, ਜਾ ਕੇ ਦੇਖੋ ਕੀ ਹੁੰਦਾ। ਉਹਨਾਂ ਦੇ ਥੋੜ੍ਹਾ ਜਿਹਾ ਇਸ ਚੀਜ਼ 'ਚ ਘਮੰਡ ਜਿਹਾ ਵੀ ਸੀ। ਹਾਂਜੀ, ਇਸ ਤਰ੍ਹਾਂ ਦਾ ਸੀ ਉਹ ਚੀਜ਼। ਮੈਨੂੰ ਬੜਾ ਜਿੱਦਾਂ ਚੈਲੰਜ ਜਿਹਾ ਕਰ ਗਈ।
ਮੈਂ ਕੀ ਕੀਤਾ, ਉਦੋਂ ਕੰਪਿਊਟਰ ਜਾਂ ਕੁਛ ਨਹੀਂ ਸੀ, ਇੰਟਰਨੈਟ ਨਹੀਂ ਸੀ। ਆਪਣੀ ਮਾਸੀ ਨੂੰ ਕੈਨੇਡਾ ਟੋਰਾਂਟੋ ਬੈਠੇ ਸੀ, ਉਹਨਾਂ ਨੂੰ ਮੈਂ ਚਿੱਠੀ ਲਿਖੀ। ਮੈਂ ਕਿਹਾ ਮੈਨੂੰ ਫਾਰਮ ਭੇਜ ਦਿਓ ਪੱਕਾ ਜਿੱਦਾਂ ਭਰਨ ਦੇ ਲਈ। ਕਹਿੰਦੇ ਪੁਆਇੰਟ ਸਿਸਟਮ ਹੁੰਦਾ। ਮੈਂ ਕਿਹਾ ਤੁਸੀਂ ਮੈਨੂੰ ਭੇਜ ਦਿਓ। ਉਹਨਾਂ ਨੇ ਮੈਨੂੰ ਭੇਜਿਆ। ਰੇਡੀਓ ਦਾ ਮੇਰਾ ਐਕਸਪੀਰੀਅੰਸ ਕਾਫੀ ਲੰਬਾ ਹੋ ਚੁੱਕਾ ਸੀ। ਮੈਂ ਰੇਡੀਓ ਬੇਸ ਤੇ ਫਿਰ ਅਪਲਾਈ ਕਰਤਾ, ਪਰ ਉਦੋਂ ਪੁਆਇੰਟ ਬੇਸਿਸ ਤੇ ਕੋਈ ਵੀ ਅਪਲਾਈ ਕਰ ਸਕਦਾ ਸੀ, ਪਰ ਟਾਈਮ ਬਹੁਤ ਲੰਬਾ ਸੀ। ਕਿਸੇ ਨੂੰ 6 ਸਾਲ ਲੱਗਦੇ ਸੀ, ਕਿਸੇ ਨੂੰ 8 ਸਾਲ। ਮੈਨੂੰ ਵੀ ਤਕਰੀਬਨ ਮੈਨੂੰ ਲੱਗਦਾ 5-6 ਸਾਲ ਹੋ ਗਏ ਸੀ ਅਪਲਾਈ ਕੀਤੇ ਨੂੰ, ਕੋਈ ਰਿਸਪੌਂਸ ਨਹੀਂ ਸੀ, ਜ਼ੀਰੋ ਸੀ। ਫਿਰ ਮੈਂ ਸੋਚਿਆ, ਮੈਂ ਕਿਹਾ ਕੈਨੇਡਾ ਵਾਲਿਆਂ ਨੇ ਤਾਂ ਕੋਈ ਰਿਸਪੌਂਸ ਦਿੱਤਾ ਨਹੀਂ, ਚਲੋ ਇੰਗਲੈਂਡ ਦਾ ਵਰਕ ਪਰਮਿਟ ਮਿਲਦਾ, ਇਹੀ ਲੈ ਲੈਂਦੇ ਆ। ਘੱਟੋ ਘੱਟ ਘਰਦਿਆਂ ਦੀ ਤਾਂ ਇੱਛਾ ਪੂਰੀ ਹੋਵੇ, ਇੱਕ ਤਾਂ ਹੋਵੇ, ਹੈ ਨਾ। ਉਹ ਮੈਂ ਇੰਗਲੈਂਡ ਚਲੀ ਗਈ। ਮੇਰੇ 2 ਸਾਲ ਦਾ ਕੰਟਰੈਕਟ ਸੀ, ਤੇ ਪਰ ਵਿਦਿਨ 2 ਮੰਥਸ, ਉਹਨਾਂ ਦਿਨਾਂ ਦੇ ਦੌਰਾਨ ਹੀ ਮੇਰਾ ਕੈਨੇਡਾ ਵਾਲਿਆਂ ਨੇ ਮੈਡੀਕਲ ਭੇਜਤਾ ਇੰਡੀਆ। ਉੱਥੇ ਇੰਡੀਆ ਕਿਹੜੇ ਸਾਲ ਚ ਆਏ ਇੰਗਲੈਂਡ? ਇੰਗਲੈਂਡ ਆਈ 2004 ਚ। ਅੱਛਾ, ਹਾਂਜੀ। ਮੇਰਾ ਮੈਡੀਕਲ ਇੰਡੀਆ ਚਲਾ ਗਿਆ। ਦੈਨ ਬਹੁਤ ਮੇਰੀ ਫੈਮਿਲੀ ਐਕਸਾਈਟਿਡ। ਮੇਰੇ ਬ੍ਰਦਰ ਖਾਸ ਕਰਕੇ, ਜਿਹੜਾ ਮੇਰਾ ਸੈਕਿੰਡ ਮੇਰੇ ਤੋਂ ਛੋਟਾ ਬ੍ਰਦਰ, ਉਹਨੂੰ ਬਹੁਤ ਚਾਅ ਸੀ ਆਉਣ ਦਾ ਕੈਨੇਡਾ। ਉਹਨੂੰ ਵੀ ਲੱਗਾ ਕਿ ਵੀ ਉਹਨੇ ਮੈਨੂੰ ਫਟਾਫਟ ਇੱਕ ਟੈਕਸਟ ਮੈਸੇਜ ਭੇਜਿਆ। ਫੋਨ ਉਦੋਂ ਵੀ ਬਹੁਤਾ ਨਹੀਂ ਸੀ। ਨਵਤੇਜ ਤੇ ਕਹਿੰਦਾ ਯੂ ਵਿਲ ਬੀ ਕੈਨੇਡੀਅਨ ਟੂ। ਆਹੋ, ਪਹਿਲਾਂ ਉਹਨਾਂ ਨੂੰ ਲੱਗਾ ਕਿ ਵੀ ਮੈਂ ਸ਼ਾਇਦ ਇੰਗਲੈਂਡ ਦੀ ਹੋ ਗਈ ਹਾਂ। ਦੈਨ ਮੈਂ ਆਪਣੇ ਐਮਪਲੋਇਰ ਨਾਲ ਗੱਲ ਕੀਤੀ। ਉਹ ਕਹਿੰਦਾ ਕਿ ਉੱਥੇ ਤੇਰਾ ਪੱਕਾ, ਜੇ ਤੇਰੀ ਇੱਛਾ ਹੈਗੀ ਤਾਂ ਮੈਂ ਤੈਨੂੰ ਰਿਲੀਵ ਕਰ ਦਿੰਦਾ, ਕੋਈ ਗੱਲ ਨਹੀਂ, ਹੈ ਨਾ। ਪਰ ਤੇਰੇ ਤੇ ਮਿਹਨਤ ਬਹੁਤ ਹੋਈ ਆ, ਪੈਸਾ ਵੀ ਖਰਚ ਕੀਤਾ, ਤੈਨੂੰ ਵਰਕ ਪਰਮਿਟ ਤੇ ਲਿਆਂਦਾ ਵਗੈਰਾ ਵਗੈਰਾ, ਪਰ ਕੋਈ ਗੱਲ ਨਹੀਂ, ਮੈਂ ਤੈਨੂੰ ਰਿਲੀਵ ਕਰ ਦੇਣਾ। ਦੈਨ ਆਈ ਵੈਂਟ ਬੈਕ। ਮੈਂ ਆਪਣਾ ਮੈਡੀਕਲ ਕਰਵਾਇਆ, ਤੇ ਮਾਰਚ 2006 ਦੇ ਵਿੱਚ ਫਿਰ ਮੈਂ ਇਸ ਧਰਤੀ ਤੇ ਟੋਰਾਂਟੋ ਲੈਂਡ ਕੀਤੀ। ਇੱਕ ਬ੍ਰੇਕ ਅਪ੍ਰੈਲ 2006। ਦਾ ਨਵਜੋਤ ਢਿੱਲੋਂ ਸ਼ੋਅ ਦੇ ਮੇਜ਼ਬਾਨ ਨਵਜੋਤ ਢਿੱਲੋਂ ਅੱਜ ਜ਼ਿੰਦਗੀ ਨੂੰ ਤੁਹਾਡੇ ਸਾਹਮਣੇ ਖੋਲ੍ਹ ਰਹੇ ਨੇ, ਦੱਸ ਰਹੇ ਨੇ। ਬਹੁਤ ਮਨਾਂ ਦੇ ਵਿੱਚ ਹੁੰਦੀਆਂ, ਕਿਉਂਕਿ ਅਸੀਂ ਨਿੱਜੀ ਤੌਰ ਤੇ ਤੁਹਾਨੂੰ ਮਿਲਦੇ ਨਹੀਂ, ਸਮਾਂ ਬਹੁਤ ਘੱਟ ਹੈ, ਤੇ ਜਦ ਕੋਈ ਮਿਲਦਾ ਵੀ ਹੈ, ਕੋਈ ਨਹੀਂ ਕਿਸੇ ਨੂੰ ਪੁੱਛਦਾ ਕਿੱਥੇ ਪੜ੍ਹੇ ਸੀ, ਪੁੱਛ ਲੈਂਦੇ ਨੇ ਪਿੰਡ ਕਿਹੜਾ। ਪਰ ਬਹੁਤ ਚੀਜ਼ਾਂ ਨੇ ਅੱਜ ਜ਼ਿੰਦਗੀ ਦੇ, ਬਹੁਤ ਪਰਤਾਂ ਜਿਹੜੀਆਂ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਬਾਅਦ 'ਚ ਮੇਰੀ ਵਾਰੀ ਆਉਣੀ ਆ, ਨਿੰਮੀ ਡੌਲਾ ਜੀ ਮੈਨੂੰ ਪੁੱਛਣਗੇ, ਤੇ ਇਸ ਤਰ੍ਹਾਂ। ਅੱਛਾ ਨਵਜੋਤ ਜੀ, ਕੈਨੇਡਾ ਪਹੁੰਚ ਗਏ ਜੀ। ਕੈਨੇਡਾ ਤੋਂ ਫਿਰ ਰੇਡੀਓ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ? ਪੁਆਇੰਟ ਸਿਸਟਮ ਤੇ ਆ ਗਏ? ਹਾਂਜੀ, ਮੈਂ ਟੋਰਾਂਟੋ ਲੈਂਡ ਹੋਈ ਸੀ। ਮੈਂ 1 ਸਾਲ ਟੋਰਾਂਟੋ ਰਹੀ। ਮੈਂ ਓਪਰਚੁਨਿਟੀਜ਼ ਲੱਭਦੀ ਰਹੀ ਕਿ ਮੈਨੂੰ ਕੋਈ, ਮੈਂ ਦੇਖਾਂ ਇੱਥੇ ਮੀਡੀਆ ਕਿਸ ਤਰ੍ਹਾਂ ਦਾ ਹੈ, ਕੀ ਹੈ। ਪਰ ਮੇਰੇ ਜਿਹੜੇ ਮਾਸੀ ਜੀ ਸੀ, ਉੱਥੇ ਤਕਰੀਬਨ 30-35 ਸਾਲ ਤੋਂ ਰਹਿ ਰਹੇ ਸੀ, ਜਿਨ੍ਹਾਂ ਦੇ ਨਾਲ ਮੈਂ ਆਈ। ਉਹਨਾਂ ਦਾ ਥੋੜ੍ਹਾ ਸਿਸਟਮ ਉਹਨਾਂ ਨੇ ਇਸ ਤਰ੍ਹਾਂ ਦਾ ਰੱਖਿਆ ਸੀ ਕਿ ਆਪਣੀ ਆਪ ਨੂੰ ਉਹਨਾਂ ਨੇ ਪੰਜਾਬੀ ਕਮਿਊਨਿਟੀ ਤੋਂ ਦੂਰ ਰੱਖਿਆ ਹੋਇਆ ਸੀ। ਮੈਨੂੰ ਆ ਕੇ ਉਦਰੇਵਾਂ ਜਿਹਾ ਜ਼ਰੂਰ ਹੋਇਆ ਇਸ ਚੀਜ਼ ਦਾ। ਬਿਲਕੁਲ ਅੰਗਰੇਜ਼ੀ ਬੱਚੇ ਬੋਲਦੇ ਸੀ, ਪੰਜਾਬੀ ਦਾ ਇੱਕ ਲਫ਼ਜ਼ ਵੀ ਉਹਨਾਂ ਨੂੰ ਨਹੀਂ ਸੀ ਆਉਂਦਾ। ਮਾਸੀ ਹੁਣੀ ਬੋਲਦੇ ਸੀ, ਪੰਜਾਬੀ ਸਮਝਦੇ ਸੀ, ਪਰ ਮੈਨੂੰ ਐਵੇਂ ਲੱਗਾ ਕਿ ਵੀ ਮੈਂ ਤਾਂ ਕਰਨਾ ਚਾਹੁੰਦੀ ਇੱਥੇ ਰੇਡੀਓ ਦੇ। ਉਹ ਕਹਿੰਦੀ ਕੋਈ ਨਹੀਂ, ਕਹਿੰਦੇ ਤੁਸੀਂ ਰੇਡੀਓ ਤੂੰ ਸੁਣ, ਤੈਨੂੰ ਦੇਖ ਕੇ ਹੋ ਜਾ। ਪਰ ਉਹਨਾਂ ਨੇ ਰੇਡੀਓ ਦੀ ਜਿਹੜੀ ਇਮੇਜ ਮੇਰੇ ਮਨ ਨੂੰ ਦਿੱਤੀ, ਉਹ ਕਹਿੰਦੇ ਵੀ ਇਹ ਕੋਈ ਚੰਗੀ ਚੀਜ਼ ਨਹੀਂ ਹੈਗੀ ਇੱਥੇ, ਹੈ ਨਾ। ਉੱਥੇ ਅਲੱਗ ਵੀ ਆ ਆਪਣੇ ਨਾਲ। ਫਿਰ ਮੈਂ ਸੁਣਨੇ ਸ਼ੁਰੂ ਕੀਤੇ। ਮੈਂ ਇੱਕ ਵੇਅਰ ਹਾਊਸ ਦੇ ਵਿੱਚ ਉੱਥੇ ਕੰਮ ਕੀਤਾ 1 ਸਾਲ, ਕਿਉਂਕਿ ਕੁਝ ਤਾਂ ਕਰਨਾ ਸੀ। ਵਿਹਲੀ ਰਹਿ ਕੇ ਤਾਂ ਮੈਨੂੰ ਲੱਗਦਾ ਸੀ ਕਿ ਵੀ ਮੈਂ ਬਹੁਤ ਢਹਿੰਦੀ ਕਲਾ ਵੱਲੋਂ ਜਾ ਰਹੀ ਹਾਂ। ਮੈਂ ਤਾਂ ਜਿੰਨੀ ਐਕਟਿਵ ਸੀ, ਤੇ ਮੈਂ ਕਮਰੇ 'ਚ ਬੰਦ ਹੋ ਕੇ ਨਹੀਂ ਸੀ ਰਹਿਣਾ ਚਾਹੁੰਦੀ। ਈਵਨ ਅਪ੍ਰੈਲ ਮਹੀਨੇ ਵਿੱਚ ਵੀ ਉੱਥੇ ਬਰਫ਼ ਪਈ ਹੋਈ, ਔਰ ਤੁਸੀਂ ਪੂਰੀ ਤਰ੍ਹਾਂ ਡਿਪੈਂਡੈਂਟ ਹੁੰਦੇ ਹੋ, ਜੋ ਸਾਰਿਆਂ ਦੀ ਹਾਲਤ ਹੁੰਦੀ ਇੱਥੇ ਆ ਕੇ। ਉਹ ਦਰੀਵਾਂ ਜਿਹਾ ਤਾਂ ਹੁੰਦਾ ਹੈ। ਤੇ ਮੈਂ ਸੁਣਨੇ ਜਦੋਂ ਸ਼ੁਰੂ ਕੀਤੇ ਰੇਡੀਓ, ਵੀ ਤੁਸੀਂ ਯਕੀਨ ਨਹੀਂ ਕਰੋਗੇ ਹਰਜੀਤ ਗਿੱਲ ਜੀ, ਵੀ ਮੈਨੂੰ ਸੁਣ ਕੇ ਸ਼ਰਮ ਆਉਂਦੀ ਸੀ ਕਿ ਵੀ ਇੱਦਾਂ ਰੇਡੀਓ ਹੁੰਦਾ, ਆਹ ਮੀਡੀਆ ਹੁੰਦਾ। ਇਹ ਤਾਂ ਸਾਰਾ ਦਿਨ ਸਬਜ਼ੀਆਂ ਜਿਹੀਆਂ ਹੀ ਵੇਚੀ ਜਾਂਦੇ ਆ, ਭਾਂਡੇ ਜੇ ਖੜਕਾਈ ਜਾਂਦੇ ਆ, ਬੜਾ ਔਖਾ। ਫਿਰ ਮਾਸੀ ਮੇਰੇ ਕਹਿੰਦੇ ਵੀ ਕਿੱਦਾਂ ਤੂੰ ਕਰਨਾ ਕੰਮ, ਹੁਣ ਕਿਵੇਂ? ਮੈਂ ਕਿਹਾ ਨਹੀਂ, ਕਹਿੰਦੇ ਤੂੰ ਇੱਦਾਂ ਕਰ, ਤੂੰ ਪੜ੍ਹਾਉਂਦੀ ਵੀ ਰਹੀ ਆ ਇੰਡੀਆ, ਤੂੰ ਇੱਥੇ ਕੋਈ ਪੜ੍ਹਾਉਣ ਦਾ ਕੋਰਸ ਕਰ ਲਾ, ਅਪਡੇਟ ਕਰ ਲਾ ਆਪਣੇ ਆਪ ਨੂੰ। ਮੇਰਾ ਮਨ ਨਹੀਂ ਸੀ ਕਰ ਰਿਹਾ, ਪਰ ਫਿਰ ਵੀ ਮੈਂ ਕਿਹਾ ਚਲੋ ਜੇ ਹੈ ਹੀ ਨਹੀਂ ਹੁਣ ਆਪਸ਼ਨ, ਇੱਥੇ ਮੀਡੀਆ ਹੀ ਹੈ ਨਹੀਂ, ਤਾਂ ਮੈਂ ਕਰਨਾ ਕੀ ਆ। ਕਿਉਂਕਿ ਮੈਂ ਅੰਗਰੇਜ਼ੀ ਮੀਡੀਆ 'ਚ ਤਾਂ ਜਾਣਾ ਨਹੀਂ, ਮੈਂ ਤਾਂ ਪੰਜਾਬੀ ਮੀਡੀਆ 'ਚ ਹੀ ਕੰਮ ਕਰਨਾ ਚਾਹੁੰਦੀ ਹਾਂ। ਜੋ ਮੇਰੀ ਲੈਂਗੁਏਜ ਆ, ਮੇਰਾ ਜਿਹਦੇ ਵਿੱਚ ਮੈਂ ਕੰਫਰਟੇਬਲ ਮਹਿਸੂਸ ਕਰ ਰਹੀ ਹੈਗੀ ਹਾਂ, ਮੈਂ ਉਹੀ ਕਰਨਾ ਚਾਹੁੰਦੀ, ਔਰ ਆਪਣੇ ਲੋਕਾਂ ਲਈ ਕਰਨਾ ਚਾਹੁੰਦੀ। ਜੋ ਸੋਚ ਕੇ ਮੈਂ ਸੋਚਿਆ ਸੀ ਕਿ ਮੈਂ ਜਰਨਲਿਜ਼ਮ ਦੀ ਡਿਗਰੀ ਕੀਤੀ ਹੈ ਜਾਂ ਮੈਂ ਕੋਰਸ ਕੀਤਾ ਜੀ, ਆਪਸ਼ਨ ਕੋਈ ਨਜ਼ਰ ਨਹੀਂ ਆ ਰਹੀ। ਫਿਰ ਮੈਂ ਮੌਂਟਰੀਅਲ ਵਾਲਾ ਜਿਹੜਾ ਰੇਡੀਓ ਹਮਸਫਰ ਸੀ, ਮੈਂ ਉਹਨਾਂ ਨਾਲ ਵੀ ਸੰਪਰਕ ਕੀਤਾ। ਮੈਂ ਕਿਹਾ ਮੈਂ ਹੁਣ ਇੱਥੇ ਆ ਗਈ। ਉਹ ਕਹਿੰਦੀ ਆ ਜਾ, ਤੂੰ ਸਾਡੇ ਜੁਆਇਨ ਕਰ ਜਾ, ਮੌਂਟਰੀਅਲ ਆ ਜਾ। ਤੇ ਪਰ ਮੇਰੇ ਮਾਸੀ ਹੁਣੀ ਮੈਨੂੰ ਬਾਰ-ਬਾਰ ਇਸ ਗੱਲ ਤੋਂ ਰੋਕ ਰਹੇ ਸੀ। ਉਹ ਕਹਿੰਦੇ ਸੀ ਕਿ ਪੰਜਾਬੀਆਂ ਨਾਲ ਕੰਮ ਕਰਨ ਦਾ ਬੈਨੀਫਿਟ ਨਹੀਂ ਹੈ। ਇਹ ਤਾਂ ਰੇਡੀਓ ਤੇ ਜਿਹੜੇ ਕੰਮ ਕਰਦੇ ਆ ਨਾ, ਇਹ ਤਾਂ ਫਰੀ 'ਚ ਕੰਮ ਕਰਦੇ ਆ, ਇਹ ਤਾਂ ਆਪਣੀ ਮਸ਼ਹੂਰੀ ਲਈ ਕਰਦੇ ਆ, ਪੈਸਾ ਨਹੀਂ ਇਹਨਾਂ ਨੇ ਪੇ ਕਰਨਾ, ਇਹ ਤਾਂ ਫਰੀ ਵਾਲਾ ਹੀ। ਔਰ ਇਹ ਸੱਚ ਹੈ, ਨਵੇਂ ਬੰਦੇ ਨੂੰ ਕੋਈ ਨਹੀਂ ਦਿੰਦਾ।
ਇਹ ਗੱਲ ਉੱਥੇ ਵੀ ਹੈ ਇੱਥੇ ਵੀ। ਹਾਂਜੀ। ਸਥਾਪਤੀ ਤਾਂ ਕਰਾਉਣੀ ਪੈਂਦੀ ਹੈ ਨਾ ਤੁਹਾਨੂੰ, ਇਹਦੇ ਤੋਂ ਰੋਟੀ ਚਲਾਉਣੀ ਬੜੀ ਔਖੀ ਹੈ। ਮੈਂ ਉੱਥੇ ਇੱਕ ਦੋ ਬੰਦੇ ਰੇਡੀਓ ਵਾਲੇ ਮੈਂ ਮਿਲੀ ਵੀ ਉਹਨਾਂ ਨੂੰ, ਮੈਂ ਕਿਹਾ ਮੈਂ ਦੇਖਾਂ ਤਾਂ ਹਰਜੀਤ ਗਿੱਲ ਜੀ ਨਾ ਤਾਂ ਉਹਨਾਂ ਕੋਲ ਭਾਸ਼ਾ, ਮੈਂ ਮਤਲਬ ਮਾਫੀ ਚਾਹੁੰਦੀ ਆ, ਨਾ ਸਲੀਕਾ, ਨਾ ਆਵਾਜ਼ ਤੇ ਨਾ ਕੰਟੈਂਟ। ਉਹ ਇਦਾਂ ਗੱਲ ਕਰਨ ਜਿਵੇਂ ਇੱਕ ਡੌਨ ਬੈਠਾ ਹੁੰਦਾ ਤੇ ਮੈਂ ਉਹਨਾਂ ਦੇ ਕੋਲ ਜਿਵੇਂ ਗਈ ਆ, ਮੈਂ ਉਹਨਾਂ ਨੂੰ ਲੱਗਾ ਵੀ ਸ਼ਾਇਦ ਕੰਮ ਲੈਣ ਆਈ ਹੈ। ਜਦੋਂ ਵੀ ਮੈਂ ਮਾੜੀ ਜੀ ਕੋਈ ਗੱਲ ਕਰਾਂ ਕਿ ਵੀ ਮੈਂ ਆਹ ਕਰਦੀ ਸੀ ਜਾਂ ਮੈਂ ਕਰ ਸਕਦੀ ਹਾਂ, ਤੇ ਉਹ ਇੱਕਦਮ ਮੁੱਢੋਂ ਹੀ ਰੱਦ ਕਰ ਦਿਆ ਕਰਨ ਕਿ ਵੀ ਨਹੀਂ ਜੀ ਨਹੀਂ ਇੱਥੇ ਨਹੀਂ ਆ, ਨਹੀਂ ਉੱਤੇ ਦੀਆਂ ਉੱਤੇ ਰਹਿ ਗਈਆਂ, ਇਹ ਜੀ ਇੱਥੇ ਨਹੀਂ ਐ ਚੱਲਦਾ, ਐ ਨਹੀਂ ਹੁੰਦਾ। ਤੇ ਮਤਲਬ ਇੱਕ ਜਿਹੜਾ ਲਫ਼ਜ਼ ਸੀ ਮੇਰੇ ਕੰਨਾਂ ਦੇ ਵਿੱਚ ਉਹਨਾਂ ਦਾ ਚੁੱਭੇ। ਮੈਂ ਕਹਾ ਇਹ ਰੇਡੀਓ ਕਰਦੇ ਆ, ਇਹ ਪੰਜਾਬੀ 'ਚ ਰੇਡੀਓ ਕਰਦੇ, ਕੀ ਲੋਕਾਂ ਨੂੰ ਪਰੋਸ ਰਹੇ ਹੋਣਗੇ। ਐਨੀਵੇਜ਼ ਮੈਂ ਮਨ ਬਣਾ ਲਿਆ ਕਿ ਨਹੀਂ। ਫਿਰ ਮੌਂਟਰੀਅਲ ਵਾਲੇ ਕਹਿੰਦੇ ਵੀ ਤੂੰ ਆ ਜਾ ਇੱਥੇ। ਉੱਥੇ ਮੇਰੀ ਮਾਸੀ ਹੁਣੀ ਬਾਰ-ਬਾਰ ਮੈਨੂੰ ਰੋਕ ਰਹੇ, ਨਹੀਂ ਪੰਜਾਬੀਆਂ 'ਚ ਕੰਮ ਕਰਨ ਦਾ ਫਾਇਦਾ ਨਹੀਂ, ਤੈਨੂੰ ਭੁਲੇਖਾ ਹੀ ਆ। ਫਿਰ ਮੈਂ ਆਪਣੇ ਮਾਸਟਰ ਜੀ ਦੇ ਨਾਲ ਮੌਂਟਰੀਅਲ ਗਈ ਟ੍ਰੇਨ ਦੇ ਵਿੱਚ। ਅਸੀਂ ਸਵੇਰ ਨੂੰ ਗਏ, ਸ਼ਾਮ ਨੂੰ। ਉਹਨਾਂ ਦੇ ਮਨ ਦੇ ਵਿੱਚ ਤਾਂ ਅੰਦਰੋਂ ਇਹੀ ਕਿਤੇ ਦੁਆ ਕਰਦੇ ਗਏ ਕਿ ਵੀ ਉੱਥੇ ਮੈਂ ਕਿਹਾ ਮੈਂ ਦੇਖ ਕੇ ਆਉਣੀ ਆ, ਤੁਸੀਂ ਮੇਰੇ ਨਾਲ ਚੱਲ ਪਾਓ। ਜੇ ਤੁਹਾਨੂੰ ਲੱਗਦਾ ਕਿ ਕਿਹੋ ਜਿਹੇ ਬੰਦੇ ਹੈਗੇ ਕੀ ਨਹੀਂ ਆ, ਤੁਸੀਂ ਨਾਲ ਚੱਲ ਪਾਓ। ਅਸੀਂ ਸਵੇਰ ਨੂੰ ਗਏ ਸੀ, ਸ਼ਾਮ ਨੂੰ ਵਾਪਸ ਆ ਗਏ। ਉਹਨਾਂ ਨੇ ਅਵਤਾਰ ਸੰਧੂ ਉਹਨਾਂ ਤੇ ਜਸਵੀਰ ਸੰਧੂ ਉਹਨਾਂ ਨੇ ਮੈਨੂੰ ਸਾਰਾ ਸਟੂਡੀਓ ਦਿਖਾਇਆ। ਉਹ ਕਹਿੰਦੇ ਵੀ ਆਹ ਵੀ ਤੂੰ ਕਰ ਲਈ, ਆਹ ਵੀ ਕਰ ਲਈ, ਸਾਨੂੰ ਪਤਾ ਤੂੰ ਆਹ ਵੀ ਕਰ ਲੈਂਦੀ, ਉਹ ਵੀ ਕਰ ਲੈਂਦੀ ਆ, ਤੇ ਅਸੀਂ ਤੇਰਾ ਰਹਿਣ ਦਾ ਵੀ ਇੱਥੇ ਨਾਲ ਹੀ ਇੰਤਜ਼ਾਮ ਕਰ ਦਿੰਦੇ ਸਾਰਾ ਕੁਛ। ਅੰਦਰੋਂ ਮਨ ਨਹੀਂ ਮੇਰਾ ਮੰਨਿਆ ਨਹੀਂ, ਮਨ ਮੰਨਿਆ ਨਹੀਂ, ਜਿੱਦਾਂ ਮੇਰੀ ਤਸੱਲੀ ਨਹੀਂ ਹੋਈ। ਮੈਨੂੰ ਕੀ ਰੀਜ਼ਨ ਸੀ ਮੈਂ ਬਹੁਤਾ ਫਿਗਰ ਆਊਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਸੁਨੇਹਾ ਮਨ ਮੇਰਾ ਕਹਿੰਦਾ ਕਿ ਨਹੀਂ ਇਹ ਵੀ ਠੀਕ ਨਹੀਂ ਤੇਰੇ ਲਈ, ਚੱਲ। ਤੇ ਉਹ ਮੇਰੇ ਮਾਸੀ ਹੁਣੀ ਬੜੇ ਅੰਦਰੋਂ ਖੁਸ਼ ਹੋਏ ਵੀ ਹਾਂ ਚਲੋ ਠੀਕ ਹੈ, ਬਚਾਅ ਹੋ ਗਿਆ ਇਹਦਾ। ਇੱਥੇ ਵੀ ਇੱਕ ਮੇਰੇ ਮਾਸੀ ਜੀ ਰਹਿੰਦੇ ਸੀ, ਜਿਹੜੇ ਮਾਸਟਰ ਜੀ ਉਹਨਾਂ ਦਾ ਮੈਂ ਜ਼ਿਕਰ ਕੀਤਾ। ਹਾਂਜੀ। ਸੋ ਫਿਰ ਡਾਊਨਟਾਊਨ ਦੇਖਿਆ ਮਾਸਟਰ ਪੂਨੀ ਦਾ? ਉਹ ਮੈਂ ਟੋਰਾਂਟੋ ਦਾ ਦੇਖ ਲਿਆ ਸੀ, ਉਹ ਦੂਸਰੇ ਮਾਸਟਰ ਜੀ ਨਾਲ ਦੇਖ ਲਿਆ ਸੀ। ਵੈਨਕੂਵਰ ਦਾ ਦੇਖਣਾ ਬਾਕੀ ਸੀ। ਇੱਥੇ ਮੇਰੇ ਉਸੇ ਮਾਸੀ ਦੇ ਬੇਟੇ ਸੀ, ਅਮਰਜੀਤ ਜਿੰਦੋਵਾਲੀਆ ਕਰਕੇ, ਉਹ ਗੀਤਕਾਰ ਵੀ ਹੈ, ਗੀਤ ਲਿਖਦੇ ਆ। ਉਹਨੇ ਮੈਨੂੰ ਕਿਹਾ, ਕਹਿੰਦੇ ਵੀ ਤੂੰ ਰੇਡੀਓ ਦੀ ਜੌਬ ਲੱਭਦੀ, ਇੱਥੇ ਇੱਕ ਨਵਾਂ ਰੇਡੀਓ ਸ਼ੁਰੂ ਹੋ ਰਿਹਾ, FM ਸ਼ੁਰੂ ਹੋ ਰਿਹਾ, 24 ਘੰਟੇ ਦਾ ਰੇਡੀਓ ਸ਼ੁਰੂ ਹੋ ਰਿਹਾ, ਤੂੰ ਇੱਥੇ ਅਪਲਾਈ ਕਰ ਦੇ। ਮੈਂ ਉਹਨਾਂ ਨੂੰ ਆਪਣਾ ਭੇਜਿਆ ਰੈਜ਼ਮੇ ਵਗੈਰਾ, ਐਪਲੀਕੇਸ਼ਨ, ਤੇ ਉਹਨਾਂ ਨੇ ਮੈਨੂੰ ਰਿਸਪੌਂਸ ਦਿੱਤਾ, ਕਹਿੰਦੇ ਕਿ ਤੁਸੀਂ ਆ ਜਾਓ, ਤੁਸੀਂ ਠੀਕ ਹੋ ਸਾਡੇ ਲਈ। ਮੈਂ ਕਿਹਾ ਇੱਦਾਂ ਨਹੀਂ, ਕਿਉਂਕਿ ਮੈਨੂੰ ਉੱਧਰੋਂ ਰੋਕਿਆ ਜਾ ਰਿਹਾ ਸੀ ਕਿ ਪੰਜਾਬੀਆਂ ਨਾਲ ਕੰਮ ਨਹੀਂ ਕਰਨਾ, ਐਂ ਕਰਕੇ ਕਹਿੰਦੇ ਆ ਜਾਓ ਤੁਸੀਂ, ਤੇ ਸਾਡੇ ਲਈ ਠੀਕ ਆ। ਮੈਂ ਕਿਹਾ ਐ ਨਹੀਂ, ਤੁਸੀਂ ਮੈਨੂੰ ਇੰਟਰਵਿਊ ਲਈ ਬੁਲਾਓ, ਮੈਂ ਇੰਟਰਵਿਊ ਦੇਣ ਆਊਂਗੀ, ਮੈਂ ਇੱਦਾਂ ਨਹੀਂ ਕਿ ਵੀ ਮੈਂ ਚੱਕ ਚੁਕਾ ਕੇ ਸਾਰਾ ਆਪਣਾ ਆ ਜਾਵਾਂ, ਨੋ ਇੱਦਾਂ ਨਹੀਂ। ਦੈਨ ਉਹਨਾਂ ਨੇ ਮੈਨੂੰ ਇੰਟਰਵਿਊ ਲਈ ਬੁਲਾ ਲਿਆ, ਮੇਰੀ ਟਿਕਟ ਰੱਖ ਦਿੱਤੀ, ਐਂਡ ਮਾਈ ਮਾਸੀ ਮਾਸਟਰ ਵਾਸ ਸਰਪ੍ਰਾਈਜ਼ਡ। ਉਹ ਬੜੇ ਹੈਰਾਨ ਹੋਏ, ਕਹਿੰਦੇ ਵੀ ਇਹ ਕਿੱਦਾਂ ਦੇ ਪੰਜਾਬੀ, ਇਹਨਾਂ ਨੇ ਟਿਕਟ ਰੱਖ ਦਿੱਤੀ ਆਪਣੀ। ਮੈਂ ਕਿਹਾ ਮੈਂ ਵੀ ਮੇਰਾ ਰੈਜ਼ਮੇ ਲਾਈਕ ਕੀਤਾ ਉਹਨਾਂ ਨੇ, ਵੀ ਮੈਨੂੰ ਨਹੀਂ ਪਤਾ, ਉਹਨਾਂ ਨੇ ਕਿਹਾ ਤੁਹਾਡੇ ਸਾਹਮਣੇ ਆ, ਮੇਰਾ ਤਾਂ ਕੁਝ ਨਹੀਂ ਜਾਂਦਾ, ਟਿਕਟ ਰੱਖੀ ਆ, ਨਾਲੇ ਮੈਂ ਮਿਲ ਆਊਂਗੀ ਸਾਰਿਆਂ ਨੂੰ ਉੱਥੇ ਜਾ ਕੇ। ਸੋ ਮੈਂ ਫਾਈਨਲੀ ਰੈਡ FM ਰੇਡੀਓ ਜੁਆਇਨ ਕਰ ਲਿਆ 2005 'ਚ, ਅਪ੍ਰੈਲ ਦੇ ਵਿੱਚ, 2006 ਦੇ ਵਿੱਚ 6 ਸੀ। ਹੁਣ ਆਪਾਂ ਖਬਰਾਂ ਤੇ ਇੱਕ ਜਾਣਾ, ਖਬਰਾਂ ਦੀ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਫਿਰ ਸਫ਼ਰ, ਉੱਥੇ ਦਾ ਤਜਰਬਾ, ਤੇ ਫਿਰ ਹੋਰ ਜ਼ਿੰਦਗੀ ਦੀਆਂ ਗੱਲਾਂ। ਜਿਹੜੀ ਇੱਕ ਟ੍ਰਾਂਜੀਸ਼ਨ ਹੋਈ ਹੈ ਨਾ, ਮੇਜ਼ਬਾਨ ਆਪਾਂ ਹੈਗੇ ਸਾਰੀਆਂ ਗੱਲਾਂ ਕਰਦੇ ਹਾਂ, ਖਬਰਾਂ ਪੜ੍ਹ ਲੀਆਂ, ਸੁਣਾਤੀਆਂ, ਕੁਛ ਆਪਣੇ ਵਿੱਚੋਂ ਗੱਲਾਂ ਬਣਾ ਲੀਆਂ, ਲਾ ਲੀਆਂ, ਕਿਉਂਕਿ ਸੌਦਾ ਵੇਚਣ ਦੀ ਕਹਾਣੀ ਆ। ਲੋਕਾਂ ਦੇ ਵਿੱਚ ਐਕਸੈਪਟ ਹੋਣਾ, ਨੌਕਰੀ ਮਿਲ ਜਾਣੀ, ਪਰ ਲੋਕਾਂ ਦਾ ਹਰਮਨ ਪਿਆਰਾ ਹੋਣਾ, ਉਹ ਬਹੁਤ ਵੱਡੀ ਗੱਲ ਹੈ। ਉੱਥੇ ਜਦ ਤੁਸੀਂ ਰੌਸ਼ਨੀ ਸ਼ੁਰੂ ਕੀਤਾ, ਬੜਾ ਨਵੇਕਲਾ ਸੀ ਉਹ। ਰੌਸ਼ਨੀ ਪਹਿਲਾਂ ਚੱਲ ਰਿਹਾ ਸੀ, ਪਹਿਲਾਂ ਇੱਕ ਹੋਰ ਹੋਸਟ ਕਰ ਰਹੀ ਸੀ, ਉਹ ਥੋੜਾ ਟਾਈਮ ਹੀ ਉਹਨੇ ਕੀਤਾ, ਉਸ ਤੋਂ ਬਾਅਦ ਫਿਰ ਮੈਂ ਰਿਪਲੇਸ ਕੀਤਾ ਉਹਨੂੰ। ਹਾਂ ਜੀ। ਸੋ ਉਹਦੇ ਬਾਅਦ ਜਿਹੜਾ ਵੱਡੀ ਜਿਹੜੀ ਗੱਲ ਹੁਣ ਨਵਜੋਤ ਹੋਣਾ ਦੀ ਅਗਲੇ ਆਪਾਂ ਖਬਰਾਂ ਤੋਂ ਬਾਅਦ ਕਰਾਂਗੇ, ਉਹ ਹੈ ਕਿ ਜ਼ਿੰਦਗੀ ਦੇ ਵਿੱਚ ਸੇਧ ਦੇਣ ਦਾ ਜਿਹੜਾ ਕੰਮ ਨਾ, ਲਾਈਫ ਕੋਚਿੰਗ ਜਿਹੜੀ ਸ਼ੁਰੂ ਕੀਤੀ ਆ ਮੈਂ, ਉਹ ਇੱਕ ਨਵਾਂ ਸਬਜੈਕਟ ਹੈ ਜਰਨਲਿਜ਼ਮ ਦੇ ਨਾਲ। ਉਹਦੇ 'ਤੇ ਮੈਂ ਗੱਲਬਾਤ ਕਰਨੀ ਚਾਹੁੰਦਾ। ਸ਼ੌਕ ਵੀ ਮੈਂ ਪੁੱਛਣੇ ਨੇ, ਅਤੇ ਜ਼ਿੰਦਗੀ ਦੇ ਵਿੱਚ ਕੀ ਕਰਨਾ ਹਾਲੇ, ਉਹ ਵੀ ਮੈਂ ਪੁੱਛਣਾ ਜ਼ਰੂਰ। ਹਾਂ, ਅਤੇ ਗੱਲਾਂ ਬਾਤਾਂ ਥੋੜ੍ਹੀਆਂ ਜਿਹੀਆਂ ਫਿਰ ਇਸ ਤੋਂ ਹਟ ਕੇ ਬਰੋਡਕਾਸਟਿੰਗ ਤੋਂ ਕੁਝ ਹੋਰ ਵੀ, ਇਹਨੂੰ ਥੋੜ੍ਹਾ ਜਿਹਾ ਸੁਣਨ ਵਾਲਿਆਂ ਦੀਆਂ ਗੱਲਾਂ ਮਨ 'ਚ ਹੋਰ ਬਹੁਤ ਹੁੰਦੀਆਂ ਵੀ ਕੀ ਕਰਨਾ ਚਾਹੁੰਦੇ ਨੇ ਜ਼ਿੰਦਗੀ ਦੇ ਵਿੱਚ, ਵਿਹਲਾ ਸਮਾਂ ਕਿਵੇਂ ਗੁਜ਼ਾਰਦੇ ਨੇ, ਇਹੋ ਜਿਹੀਆਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਖਬਰਾਂ ਤੁਹਾਨੂੰ ਸੁਣਾ ਦਿਆਂ। ਲੋਕ ਆਸਟ੍ਰੇਲੀਆ ਤੋਂ ਮੈਸੇਜ ਭੇਜ ਰਹੇ, ਮੈਂ ਤੁਹਾਨੂੰ ਪੜ੍ਹਾਉਣਾ ਵੀ ਇੰਨਾ ਪਸੰਦ ਕਰ ਰਹੇ ਨੇ ਵੀ ਹੋਸਟ ਨੂੰ ਪੁੱਛ ਰਿਹਾ। ਗੱਲਬਾਤ ਚੱਲ ਰਹੀ ਹੈ ਜੀ ਕਿ
ਨਵਜੋਤ ਢਿੱਲੋਂ ਹੋਰਾਂ ਦੀ ਉਹਨਾਂ ਦਾ ਸ਼ੋਅ ਤੁਸੀਂ ਬਹੁਤ ਪਿਆਰ ਦਿਓ। ਨਵਜੋਤ ਢਿੱਲੋਂ ਸ਼ੋਅ ਜਦ ਕਿੰਗਰੇ ਢਾਹ ਕੇ ਗੱਲਾਂ ਹੁੰਦੀਆਂ, ਵੱਟਾਂ ਢਾਹ ਕੇ ਸੁਹਾਗਾ ਫਿਰਦਾ ਹੈ, ਉਹ ਪਸੰਦ ਬਹੁਤ ਕਰਦਾ, ਪਰ ਉਹਦੇ ਪਿੱਛੇ ਇੱਕ ਬਹੁਤ ਵੱਡਾ ਸਿਰੜ ਹੈ। ਇਹ ਗੱਲਾਂ ਕਰਨੀਆਂ ਸੌਖੀਆਂ ਨੇ ਬਹੁਤ, ਬੰਦਾ ਕਰਕੇ ਕੋਈ ਮੇਰੇ ਵਰਗਾ ਡੀਂਗ ਮਾਰ ਕੇ ਮਾਈਕ ਤੇ ਚਲੇ ਜਾਏ, ਮੁੜ ਕੇ ਲੱਤਾਂ ਕੰਬਦੀਆਂ। ਗੱਲਾਂ ਕਰਕੇ ਗੱਲਾਂ ਨਿਭਾਉਣੀਆਂ ਬਹੁਤ ਔਖੀਆਂ। ਇਸ ਤਰ੍ਹਾਂ ਮੈਂ ਦੱਸਿਆ ਸੀ ਨਵਜੋਤ ਢਿੱਲੋਂ ਹੋਣਾ ਨਾਲ, ਹੁਣ ਉਹਨਾਂ ਦੇ ਕੈਨੇਡਾ ਦੇ ਵਿੱਚ ਇੱਕ ਮੇਜ਼ਬਾਨ ਦੀ ਜਿਹੜੀ ਜ਼ਿੰਦਗੀ ਉਹਨਾਂ ਨੇ ਸ਼ੁਰੂ ਕੀਤੀ। ਵਿਆਹ ਵਾਲਾ ਤਾਂ ਹੁਣ ਨਾ ਛੇੜੀਏ, ਵਿਆਹ ਤਾਂ ਚਲ ਹੋਇਆ ਹੀ ਹੋਇਆ, ਪਤਾ ਲੱਗ ਗਿਆ। ਖੇਲਿਆਂ ਤੋਂ ਢਿੱਲੋਂ ਤੇ ਅਨਹਦ ਤੇ ਬਾਣੀ ਦੋਨੇ ਬੱਚੇ ਨੇ, ਬਹੁਤ ਪਿਆਰੇ ਜਵਾਕ ਨੇ, ਤੇ ਉਹ ਤਾਂ ਹੁਣ ਓਬਵੀਅਸਲੀ ਆਏ ਨੇ ਤੇ ਵਿਆਹ ਹੋ ਗਿਆ। ਉਹਦੇ ਨਾਲੋਂ ਮੈਂ ਹੋਰ ਹੁਣ ਸਮਾਂ ਲੈਣਾ ਚਾਹੀਦਾ ਵੀ ਲੋਕਾਂ ਦੇ ਲਈ ਅਸੀਂ ਅਸਲ ਜ਼ਿੰਦਗੀ ਚਾਹੀਏ। ਅੱਛਾ, ਹੁਣ ਮੈਨੂੰ ਇਉਂ ਦੱਸਿਓ ਜੀ, ਜਦ ਫੁੱਲ ਟਾਈਮ ਇਸੇ ਕੰਮ 'ਚ ਹੋ ਗਏ, ਆ ਕੇ ਮੇਜ਼ਬਾਨ ਬਣ ਗਏ, ਉਹਦੇ ਵਿੱਚ ਉੱਥੋਂ ਜਿਹੜਾ ਸ਼ੁਰੂ ਕੀਤਾ ਜਰਨਲਿਜ਼ਮ ਜਲੰਧਰ ਤੋਂ, ਤੇ ਜਦ ਕੈਨੇਡਾ ਦੇ ਵਿੱਚ ਜਿਹ 'ਚ ਮਾਸੀ ਮਾਸੜ ਕਹਿ ਰਹੇ ਨੇ ਨਹੀਂ ਭਾਈ ਇਹ ਕੁੜੀਆਂ ਲਈ ਨਹੀਂ ਹੈ, ਇੱਥੇ ਆ ਕੇ ਜਦ ਫਿਰ ਮੇਜ਼ਬਾਨ ਬਣ ਗਏ, ਉਹ ਜ਼ਿੰਦਗੀ ਦਾ ਇੱਕ ਬਦਲ ਟ੍ਰਾਂਜੀਸ਼ਨ ਜਿਹੜੀ ਨਵਜੋਤ ਦੇ ਵਿੱਚ ਕੀ ਫਰਕ ਪਾਇਆ ਇਸ ਪਿਛਲੇ ਜੇ 15 ਸਾਲਾਂ 'ਚ? ਥੋੜਾ ਜਿਹਾ ਮੈਂ ਇੱਥੇ ਕਰੈਕਟ ਕਰ ਦਿਆਂ ਕਿ ਮਾਸੀ ਮਾਸੜ ਵੀ ਗੁੱਸਾ ਨਾ ਕਰ ਲੈਣ। ਉਹ ਇਹ ਨਹੀਂ ਸੀ ਕਹਿੰਦੇ ਕਿ ਕੁੜੀਆਂ ਲਈ ਨਹੀਂ ਹੈ, ਉਹ ਕਹਿੰਦੇ ਸੀ ਪੰਜਾਬੀਆਂ ਨਾਲ ਨਹੀਂ ਕੰਮ ਕਰਨਾ। ਇਹ ਵੀ ਇੱਕ ਬਹੁਤ ਵੱਡੀ ਚੀਜ਼ ਸੀ ਕਿ ਆਪਣਿਆਂ ਤੋਂ ਹੀ ਇੰਨਾ ਡਰੀ ਜਾਂਦੇ ਆ। ਕਈ ਵਾਰੀ ਉਹਦੇ ਲਈ ਕੁਝ ਹੈ ਸੀ ਨਾ, ਪਿੱਛੇ ਕਾਰਨ ਸੀ। ਹਾਂਜੀ, ਆਪਣਿਆਂ ਨੂੰ ਆਪਣੇ ਕੋਲੋਂ ਕਿਉਂ ਡਰ ਲੱਗਦਾ। ਇਹ ਤੇ ਮੈਂ ਬਹੁਤ ਵਾਰੀ ਟਾਕ ਸ਼ੋਜ਼ ਵੀ ਕੀਤੇ ਆ ਵੀ ਇਹ ਕਿਹੋ ਜਿਹਾ ਆਪਣਾਪਣ ਆ ਜਿਹਦੇ ਤੋਂ ਸਾਨੂੰ ਖੌਫ ਆਉਂਦਾ ਰਹਿੰਦਾ। ਔਰ ਮੈਂ ਇਹਦੇ ਬਾਰੇ ਬਹੁਤ ਗੱਲ ਕੀਤੀ ਵੀ ਸਾਡੀਆਂ ਇਸਤਰੀਆਂ ਗੋਰੇ ਨਾਲ ਗੱਲ ਕਰਦੀਆਂ, ਸਾਡਾ ਬੰਦਾ ਖੜ ਜਾਵੇ ਕੋਲ, ਉਹਦੇ ਕੋਲ ਨਹੀਂ ਖੜਦੀਆਂ ਆ ਕੇ। ਇਹ ਪਤਾ ਨਹੀਂ ਕੀ ਹੈ, ਪਰ ਇਹਦੇ 'ਚ ਕੁਛ ਨਾ ਕੁਛ ਹੈ। ਅਦਰਵਾਈਜ਼ ਕੋਈ ਆਪਣੱਤ ਤਾਂ ਹੈ। ਹੁਣ ਤੁਸੀਂ ਕਿਤੇ ਜੰਮੇ ਪਲੇ, ਮੈਂ ਕਿਤੇ ਜੰਮੇ ਪਲਿਆ, ਆਪਣੱਤ ਆਪਾਂ ਗੱਲਾਂ ਕਰ ਰਹੇ ਹਾਂ, ਘੰਟਾ ਹੋ ਗਿਆ, ਤੇ ਪਰ ਕਿਤੇ ਨਾ ਕਿਤੇ ਕੁਛ ਹੈ ਜਿਹੜਾ ਇਸਤਰੀ ਨੂੰ ਤੰਗ ਕਰਦਾ ਜਦੋਂ ਆਪਣੇ ਬੰਦੇ ਕੋਲ ਆ ਕੇ ਖੁੱਲ੍ਹ ਕੇ ਗੱਲ ਨਹੀਂ ਕਰਦੀ। ਇਹ ਕੋਈ ਨਾ ਕੁਛ ਹੈ, ਇਹ ਮੰਨਣਾ ਪਊ। ਮੈਂ ਗੱਲ ਕਰ ਰਹੀ ਸੀ ਕਿ ਆਪਣਿਆਂ ਕੋਲੋਂ ਖੌਫ ਕਿਉਂ ਲੱਗਦਾ ਹੈ ਨਾ। ਇਹ ਆਪਣੇ ਹਰ ਥਾਂ ਤੇ ਲਾਗੂ ਹੁੰਦੀ ਹੈ ਗੱਲ, ਪਰ ਆਪਾਂ ਫਿਰ ਵੀ ਆਪਣਿਆਂ ਨੂੰ ਨਹੀਂ ਛੱਡਦੇ। ਅੱਜ ਵੀ ਮੈਂ ਆਪਣਿਆਂ 'ਚ ਹੀ ਬੈਠੀ ਹਾਂ, ਤੁਸੀਂ ਵੀ ਮੇਰੇ ਆਪਣੇ ਹੀ ਹੋ। ਜਿੱਥੇ ਮੈਂ ਕੰਮ ਕਰਕੇ ਆਈ ਹਾਂ ਉਹ ਵੀ ਆਪਣੇ ਹੀ ਸੀ। ਪਰ ਇਹ ਹੈ ਕਿ ਜਦੋਂ ਅਸੀਂ ਆਪਣੇ ਵੱਲ ਝਾਤ ਮਾਰਦੇ ਹਾਂ ਜਾਂ ਆਪਣਿਆਂ ਵੱਲ ਦੇਖਦੇ ਹਾਂ, ਜੇ ਉਹਨੂੰ ਗੌਰ ਦੇ ਨਾਲ ਦੇਖ ਲੈਂਦੇ ਹਾਂ, ਜੋ ਸਾਡੀਆਂ ਖਾਮੀਆਂ ਆ, ਜੋ ਸਾਡੀਆਂ ਕਮੀਆਂ ਆ, ਜਾਂ ਜੋ ਸਾਡੀਆਂ ਚੰਗਿਆਈਆਂ ਆ, ਜਦੋਂ ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਛਾਣ ਪੁਣ ਲੈਂਦੇ ਹਾਂ, ਦੇਖ ਲੈਂਦੇ ਹਾਂ, ਉਹਦੇ ਕਾਬਲ ਹੋ ਜਾਂਦੇ ਹਾਂ, ਫਿਰ ਤੁਸੀਂ ਆਪਣਿਆਂ ਤੋਂ ਦੂਰ ਨਹੀਂ ਹੋ ਸਕਦੇ। ਮੈਂ ਇਹ ਗੱਲ ਮਹਿਸੂਸ ਕਰਦੀ ਹਾਂ। ਜੇ ਐਵੇਂ ਮੈਂ ਢੱਕੀ ਜਾਵਾਂ ਕਿ ਆਪਣੇ ਸਾਰੇ ਹੀ ਚੰਗੇ ਹੁੰਦੇ, ਆਪਣਾ ਸਭ ਕੁਝ ਚੰਗਾ ਹੁੰਦਾ, ਮੇਰਾ ਆਪਣਾ ਆਪ ਸਭ ਕੁਝ ਚੰਗਾ ਆ, ਮੈਂ ਬਹੁਤ ਚੰਗੀ ਆ ਕਿਉਂਕਿ ਮੈਂ ਆਪਣੇ ਆਪ ਨੂੰ ਪਿਆਰ ਕਰਦੀ ਹਾਂ, ਇਹ ਗੱਲ ਨਹੀਂ ਹੈਗੀ। ਜੇ ਤੁਸੀਂ ਫੇਅਰ ਹੋ ਕੇ ਆਬਜੈਕਟਿਵਲੀ ਦੇਖਦੇ ਆ, ਸੋਚਦੇ ਆ, ਫਿਰ ਆਪਣਿਆਂ ਦੇ ਕੋਲੋਂ ਤੁਹਾਨੂੰ ਕੋਈ ਬਹੁਤਾ ਨੁਕਸਾਨ ਨਹੀਂ ਹੁੰਦਾ। ਕੰਵਰ ਗਰੇਵਾਲ ਨੂੰ ਮੈਂ ਗਾਉਂਦਿਆਂ ਵੇਖ ਕੇ ਕਦੀ ਜਦੋਂ ਭਾਸ਼ਣ ਦੇਣ ਲੱਗ ਜਾਂਦਾ ਨਾ, ਮੈਨੂੰ ਪ੍ਰਚਾਰਕ ਲੱਗਦਾ ਹੈ, ਧਾਰਮਿਕ ਪ੍ਰਚਾਰਕ। ਮੇਜ਼ਬਾਨ ਹੈ ਜਿਹੜਾ, ਖਬਰਾਂ ਵੇਖੀਆਂ, ਸਰਫਿੰਗ ਕੀਤੀ, ਬਣਾਈਆਂ, ਆਪਣੇ ਸ਼ਬਦਾਂ 'ਚ ਢਾਲੀਆਂ ਤੇ ਪੇਸ਼ ਕਰਤੀਆਂ। ਉਹਦੇ ਬਾਅਦ ਕੋਈ ਵਿਸ਼ਾ ਚੱਕਿਆ, ਵਿਸ਼ਾ ਦੇਤਾ, ਆਓ ਜੀ ਬੋਲੋ, ਥੱਕੇ ਹੋਇਆ, ਕੰਟਰੋਵਰਸੀ ਵਾਲਾ ਦੇਤਾ ਤੇ ਲੇ ਡਾਊਨ ਹੋ ਜਾਓ, ਬੋਲੀ ਜਾਣ ਦੋ ਲੋਕਾਂ ਨੂੰ, ਇਹ ਵੀ ਕਹਿੰਦੇ ਨੇ। ਹੁਣ ਇੱਕ ਮੇਜ਼ਬਾਨ ਦੇ ਵਿੱਚੋਂ ਇੱਕ ਪ੍ਰਚਾਰਕ, ਇੱਕ ਸਮਾਜ ਸੁਧਾਰਕ, ਇੱਕ ਲੋਕਾਂ ਨੂੰ ਜ਼ਿੰਦਗੀ ਜਿਉਣ ਦਾ ਫਲਸਫਾ ਜਿਹੜਾ, ਇਹ ਇੱਕ ਨਵੀਂ ਤੁਹਾਡੇ 'ਚ ਜਿਹੜੀ ਬਦਲਾਅ ਆਇਆ, ਇਹਦਾ ਕੀ ਕਾਰਨ ਹੈ? ਮੈਂ 13 ਸਾਲ ਕੰਮ ਕੀਤਾ ਹੈ ਨਾ, ਰੈਡ FM ਤੇ ਕੰਮ ਕਰਦੀ ਰਹੀ ਹਾਂ, ਤੇ ਮੈਂ ਬਹੁਤ ਕੁਝ ਇਸ ਦੌਰਾਨ ਸਿੱਖਿਆ। ਸਿੱਖਣ ਦੇ ਨਾਲ ਮੈਂ ਇਹ ਵੀ ਮਹਿਸੂਸ ਕਰਦੀ ਰਹੀ ਹਾਂ, ਜਦੋਂ ਕਿਤੇ ਆਪਣੇ ਆਪ ਵੱਲ ਦੇਖਣਾ, ਆਪਣੇ ਆਪ ਦਾ ਵਿਸ਼ਲੇਸ਼ਣ ਕਰਨ ਦਾ ਮੈਂ ਦੇਖਣਾ, ਮੈਨੂੰ ਇਹ ਲੱਗਾ ਕਿ ਵੀ ਜੇ ਮੈਂ ਬਹੁਤ ਕੁਝ ਦੇ ਰਹੀ ਹਾਂ, ਮੈਂ ਹਾਸਿਲ ਕੀ ਕਰ ਰਹੀ ਹਾਂ, ਕਿ ਸਿੱਖਣ ਤੋਂ ਇਲਾਵਾ ਹੋਰ ਕੁਝ ਮੈਂ ਹਾਸਿਲ ਕੀਤਾ, ਜਾਂ ਮੈਂ ਡਰੇਨ ਆਊਟ ਹੀ ਹੋ ਰਹੀ ਹਾਂ, ਮੈਨੂੰ ਖੋਰਾ ਲੱਗੀ ਜਾਂਦਾ, ਮੈਂ ਖਾਲੀ ਹੋਈ ਜਾ ਰਹੀ ਹਾਂ। ਜੇ ਮੈਂ ਖਾਲੀ ਹੋ ਰਹੀ ਹਾਂ, ਮੈਨੂੰ ਭਰਨ ਦੀ ਵੀ ਤਾਂ ਆਪਣੇ ਆਪ ਨੂੰ ਲੋੜ ਹੈਗੀ ਆ ਨਾ। ਇਹਦੇ ਵਿੱਚੋਂ ਹੋਰ ਕਿੰਨਾ ਕੁਝ ਮੁੱਕ ਜੂਗਾ, ਇੱਕ ਦਿਨ ਖਤਮ ਹੋ ਜਾਊਗੀ ਮੈਂ, ਹੈ ਨਾ। ਪਰ ਮੈਂ ਇਹ ਮਹਿਸੂਸ ਕੀਤਾ ਉਸ ਸਾਰੇ ਸਮੇਂ ਦੇ ਦੌਰਾਨ ਕਿ ਵੀ ਮੈਂ ਖਾਲੀ ਹੋ ਰਹੀ ਸੀ, ਬਿਲਕੁਲ।
ਜਿਆਦਾ ਕੱਲ 'ਚ ਬਹਿਣਾ ਤਾਂ ਇਹ ਮਨ 'ਚ ਆਉਣਾ। ਬਿਲਕੁਲ ਐਗਜ਼ੈਕਟਲੀ। ਮੈਂ ਦੇਖੋ 2 ਕੰਮ ਮੇਨਲੀ ਕਰ ਰਹੀ ਸੀ। ਇੱਕ ਤਾਂ ਨਿਊਜ਼ ਦਾ ਕਰ ਰਹੀ ਸੀ, ਐਜ਼ ਨਿਊਜ਼ ਡਾਇਰੈਕਟਰ ਵੀ ਕਰ ਰਹੀ ਸੀ, ਮੈਂ ਟੀਮਸ ਨੂੰ ਲੀਡ ਵੀ ਕਰ ਰਹੀ ਸੀ। ਪੋਜੀਸ਼ਨ ਬਹੁਤ ਵਧੀਆ, ਨੈਸ਼ਨਲ ਨਿਊਜ਼ ਡਾਇਰੈਕਟਰ, ਬਹੁਤ ਐਂਟਾਈਸਿੰਗ ਟਾਈਟਲ ਲੱਗਦਾ, ਬਹੁਤ ਵਧੀਆ ਇਹ ਚੀਜ਼ ਲੱਗਦੀ ਹੈਗੀ ਆ। ਬੜਾ ਲੈਵਿਸ਼ ਜਿਹੜੇ ਸੁਣਨ ਵਾਲੇ ਹੋਣਗੇ ਜਾਂ ਕੋਈ ਵੀ ਵਿਅਕਤੀ ਹੋਊਗਾ ਕਿ ਇਹਨੂੰ ਹੋਰ ਕੀ ਚਾਹੀਦਾ। ਹੁਣ ਇਹ ਤਾਂ ਐਵੇਂ ਬਸ ਨਖਰਾ ਕਰ ਰਹੀ, ਪਖੰਡ ਕਰ ਰਹੀ ਆ। ਟਾਕ ਸ਼ੋ ਇਹਦੇ ਕੋਲ ਆ, ਸਵੇਰ ਦਾ ਟਾਕ ਸ਼ੋ, ਦੁਪਹਿਰ ਦਾ ਟਾਕ ਸ਼ੋ ਇਹ ਕਰ ਰਹੀ ਆ, ਸ਼ਾਮ ਦਾ ਇਹ ਕਰ ਰਹੀ ਆ, ਹੋਰ ਇਹਨੂੰ ਕੀ ਚਾਹੀਦਾ। ਇਹ ਲੋਕ ਜੇ ਇਹ ਪੁੱਛਣ, ਹੋ ਸਕਦਾ ਮੈਂ ਉਹਨਾਂ ਨੂੰ ਜਵਾਬ ਨਾ ਦੇ ਸਕਾਂ, ਪਰ ਇਹ ਸਵਾਲ ਮੈਨੂੰ ਮੇਰੇ ਲਈ ਪੁੱਛਣ ਦੀ ਲੋੜ ਸੀ, ਕਿਉਂਕਿ ਮੈਂ ਮਹਿਸੂਸ ਕਰ ਰਹੀ ਸੀ ਕਿ ਵੀ ਮੈਂ ਖਾਲੀ ਹੋ ਰਹੀ ਹਾਂ। ਜਦੋਂ ਤੁਸੀਂ ਅੰਦਰੋਂ ਖਾਲੀ ਹੋਣਾ ਸ਼ੁਰੂ ਹੋ ਜਾਂਦੇ ਆ ਜਾਂ ਤੁਹਾਨੂੰ ਕੁਝ ਰੜਕਣ ਲੱਗ ਜਾਂਦਾ ਆ, ਉਦੋਂ ਫਿਰ ਜੇ ਤਾਂ ਤੁਸੀਂ ਆਪਣੇ ਆਪ ਤੇ ਵਰਕ ਨਹੀਂ ਨਾ ਕਰਦੇ, ਫਿਰ ਤੁਸੀਂ ਆਲੇ ਦੁਆਲੇ ਉਂਗਲੀਆਂ ਉਠਾਉਣੀਆਂ ਸ਼ੁਰੂ ਕਰ ਦਿੰਦੇ ਆ। ਤੁਹਾਨੂੰ ਉਸ ਚੀਜ਼ 'ਚ ਆਨੰਦ ਆਉਣ ਲੱਗ ਜਾਂਦਾ ਕਿ ਆਹ ਵੀ ਕੰਮ ਨਹੀਂ ਠੀਕ ਕਰ ਰਿਹਾ, ਉਹ ਵੀ ਕੰਮ ਨਹੀਂ ਠੀਕ ਕਰ ਰਿਹਾ, ਉਹਦਾ ਬਿਹੇਵੀਅਰ ਮੇਰੇ ਨਾਲ ਠੀਕ ਨਹੀਂ ਹੈ, ਇਹਦਾ ਬਿਹੇਵੀਅਰ ਮੇਰੇ ਨਾਲ ਠੀਕ ਨਹੀਂ ਹੈ। ਘਰ ਤੁਸੀਂ ਪਹੁੰਚਦੇ ਹੋ, ਤੁਸੀਂ ਕੰਮ ਦੀ ਸਾਰੀ ਸਟ੍ਰੈਸ ਉੱਥੇ ਲੈ ਕੇ ਆਉਂਦੇ ਹੋ, ਆਪਣੇ ਬੱਚਿਆਂ 'ਚ ਬੈਠ ਕੇ, ਫੈਮਿਲੀ 'ਚ ਬੈਠ ਕੇ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ, ਅਤੇ ਉਹ ਆਪਣੀ ਇਨਪੁਟ ਤੁਹਾਨੂੰ ਦਿੰਦੇ ਆ। ਕਦੇ ਤੁਹਾਨੂੰ ਕਮਜ਼ੋਰ ਠਹਿਰਾਉਂਦੇ ਆ ਕਿ ਵੀ ਤੇਰੇ ਕੋਲੋਂ ਇਹ ਮੈਨੇਜ ਨਹੀਂ ਹੋ ਰਿਹਾ, ਤੇ ਤੈਨੂੰ ਇਸ ਤਰ੍ਹਾਂ ਕਰਨਾ ਚਾਹੀਦਾ, ਉਸ ਤਰ੍ਹਾਂ ਕਰਨਾ ਚਾਹੀਦਾ, ਜਿਹਦੇ ਨਾਲ ਤੁਸੀਂ ਕੋਲੀਗਸ ਨਾਲ ਗੱਲਾਂ 4 ਸਾਂਝੀਆਂ ਕਰੋਗੇ ਕਿ ਨਹੀਂ ਤੈਨੂੰ ਇੱਦਾਂ ਨਹੀਂ, ਐਵੇਂ ਕਰਨਾ ਚਾਹੀਦਾ। ਸੋ ਯੂ ਥਿੰਕ ਲਾਈਕ ਵੀ ਅੱਛਾ ਕਿੱਥੇ ਗੜਬੜ ਹੈ, ਕੋਈ ਤਾਂ ਗੜਬੜ ਹੈਗੀ ਹੈ। ਇਹ ਤਾਂ ਸਾਰੇ ਇਹ ਸੋਚਦੇ ਆ ਇਹਦੇ ਕੋਲ ਸਭ ਕੁਝ ਹੈਗਾ, ਇਹ ਤਾਂ ਇੱਕ ਬਹੁਤ ਵਧੀਆ ਹੋਸਟ ਲੱਗ ਰਹੀ ਹੈ, ਇਹ ਬਹੁਤ ਵਧੀਆ ਨਿਊਜ਼ ਡਾਇਰੈਕਟਰ ਵੀ ਲੱਗ ਰਹੀ ਹੈ, ਇਹਨੂੰ ਪਾਵਰਸ ਵੀ ਇਹਦੇ ਕੋਲ ਸਾਰੀਆਂ ਹੈਗੀਆਂ, ਇਹਨੂੰ ਫਿਰ ਘਾਟ ਕਾਹਦੀ ਆ। ਸੋ ਸੱਖਣਾਪਣ ਕੈਰੀਅਰ ਦੇ ਵਿੱਚ ਸੀ ਕਿ ਨਿੱਜੀ ਜ਼ਿੰਦਗੀ 'ਚ ਵੀ ਪੈਂਦਾ ਸੀ? ਮੈਂ ਸਮਝ ਨਹੀਂ ਸੀ ਪਾ ਰਹੀ ਕਿ ਕੀ ਹੋ ਰਿਹਾ ਮੇਰੇ ਨਾਲ। ਯਕੀਨ ਕਰੋ, ਤੇ ਜਦੋਂ ਤੁਸੀਂ ਕਿਸੇ ਨਾਲ ਗੱਲ ਕਰੋਗੇ, ਇੱਥੇ ਇਹ ਮੈਂ ਤਾਂ ਕਹੂੰਗੀ ਰਿਵਾਜ ਹੋ ਗਿਆ ਕਹਿਣ ਦਾ ਕਿ ਇਹ ਤਾਂ ਡਿਪਰੈਸ਼ਨ ਆ। ਸ਼ਾਇਦ ਤੁਸੀਂ ਵੀ ਇਹ ਚੀਜ਼ ਸੋਚ ਰਹੇ ਹੋਗੇ ਕਿ ਵੀ ਇਹਨੂੰ ਲੱਗਦਾ ਡਿਪਰੈਸ਼ਨ ਹੋ ਗਿਆ। ਹੁਣ ਮੈਂ ਜਿਹੜੀ ਮੈਂਟਲ ਹੈਲਥ ਤੇ ਹਰ ਮਹੀਨੇ 2-2 ਸ਼ੋਅ ਕਰ ਰਹੀ ਹਾਂ, ਇੱਕ ਸਪੈਸ਼ਲਿਸਟ ਨੂੰ ਬੁਲਾ ਕੇ ਡਾਕਟਰ ਮੇਰੇ ਨਾਲ ਬੈਠਦੇ ਆ, ਤੇ ਕੀ ਮੈਂ ਅਵੇਅਰ ਨਹੀਂ ਇਸ ਚੀਜ਼ ਤੋਂ ਕਿ ਮੈਂ ਇਹ ਤੋਂ ਕਿੱਦਾਂ ਬਚ ਸਕਦੀ ਹਾਂ? ਕੀ ਮੈਂ ਗੋਲੀਆਂ ਤੇ ਜਾਣਾ? ਨਹੀਂ, ਮੇਰੀ ਇਹ ਅਪਰੋਚ ਨਹੀਂ ਹੈ। ਮੈਂ ਦਵਾਈਆਂ ਹਮੇਸ਼ਾ ਅਵੋਇਡ ਕਰਦੀ, ਮੇਰੀ ਕੋਸ਼ਿਸ਼ ਇਹ ਹੈ। ਮੈਂ ਇਹ ਦੇਖ ਰਹੀ ਹਾਂ ਕਿ ਨਾ ਮੈਨੂੰ ਕੁਝ ਲੱਭਣ ਦੀ ਜ਼ਰੂਰਤ ਹੈ ਕਿ ਵੀ ਕਮੀ ਕਿੱਥੇ ਆ, ਘਾਟ ਕਿੱਥੇ ਆ। ਹਰਜੀਤ ਜੀ, ਸਾਡੇ ਜਿੰਨੇ ਵੀ ਇਸ ਵੇਲੇ ਸੁਣਨ ਵਾਲੇ ਆ, ਚਾਹੇ ਉਹ ਰੈਡ FM ਸੁਣਦੇ ਰਹੇ ਹੋਣਗੇ, ਅੱਜ ਆਪਾਂ ਨੂੰ ਸੁਣ ਰਹੇ ਆ, ਜਾਂ ਲੇਟਰ ਔਨ ਫੇਸਬੁੱਕ ਲਾਈਵ ਉਹ ਸੁਣ ਰਹੇ ਹੋਣਗੇ, ਮੈਂ ਓਨੈਸਟਲੀ ਦੱਸਣਾ ਚਾਹੁੰਦੀ ਅੱਜ ਇਹ ਗੱਲ, ਜਦੋਂ ਮੈਂ ਰੌਸ਼ਨੀ ਕਰਕੇ ਨਿਕਲ ਰਹੀ ਹਾਂ, ਮੈਂ ਬਹੁਤ ਵਧੀਆ ਸ਼ੋਅ ਕਰਕੇ ਆਈ ਹਾਂ, ਮੈਨੂੰ ਮੇਰੇ ਕੋਲੀਗਸ ਕਹਿਣਗੇ ਬਹੁਤ ਵਧੀਆ ਸ਼ੋਅ ਸੀ। ਮੇਰੇ ਕੋਲ ਉਸ ਤੋਂ ਬਾਅਦ ਫੋਨ ਕਾਲਸ ਆਉਣੀਆਂ ਸ਼ੁਰੂ ਹੋਈਆਂ, ਉਹ ਭੈਣ ਜੀ ਸਾਡੀ ਆਹ ਪ੍ਰੋਬਲਮ, ਤੁਸੀਂ ਇਹਦਾ ਸੋਲਿਊਸ਼ਨ ਦੱਸੋ, ਕਿੱਦਾਂ ਸਾਡੇ ਬੱਚੇ ਇੱਦਾਂ ਕਰਦੇ ਆ, ਮੇਰੀ ਹਸਬੈਂਡ ਇੱਦਾਂ ਕਰਦਾ, ਮੇਰੀ ਵਾਈਫ, ਮੈਨੂੰ ਦੱਸੋ ਕੀ ਕਰਨਾ ਚਾਹੀਦਾ। ਕਈ ਲੇਡੀਜ਼ ਰੋ ਰਹੀਆਂ ਹੈਗੀਆਂ ਫੋਨ ਕਰਕੇ ਮੈਨੂੰ ਦੱਸਿਆ। ਮੈਂ ਸੋਚਣਾ ਕਿ ਮੈਂ ਕੀ ਆ, ਮੈਂ ਤਾਂ ਇੱਕ ਰੇਡੀਓ ਹੋਸਟ ਆ, ਮੈਂ ਵੀ ਭਾਈ ਮੈਂ ਕਾਉਂਸਲਰ ਨਹੀਂ ਹੈ, ਮੈਂ ਕੋਈ ਇਹੋ ਜਿਹਾ ਮੇਰਾ ਕੋਈ ਕੰਮ ਨਹੀਂ ਤੁਹਾਨੂੰ ਸਲਾਹ ਦੇਣਾ, ਤੁਹਾਨੂੰ ਮੈਂ ਡਾਇਰੈਕਟ ਕਰ ਦਿੰਦੀ ਕਿ ਤੁਸੀਂ ਉਹ ਰਿਸੋਰਸਿਸ ਲੈ ਲਓ। ਬਟ ਸਟਿਲ ਦੇ ਆਰ ਲੁਕਿੰਗ ਐਟ ਮੀ ਕਿ ਨਹੀਂ ਤੁਸੀਂ ਸਾਨੂੰ ਦੱਸੋ, ਸਾਨੂੰ ਤੁਹਾਡਾ ਵਧੀਆ ਲੱਗਦਾ, ਤੁਸੀਂ ਦੱਸ। ਮੈਂ ਇੱਕ ਲੰਬਾ ਸਾਹ ਲੈਣਾ ਬਾਹਰ ਆ ਕੇ, ਮੈਂ ਕਹਿਣਾ ਦੀਵੇ ਹੇਠ ਹਨੇਰਾ, ਨਾ ਨਵਜੋਤ ਹੈ, ਰੌਸ਼ਨੀ ਕਰਦੀ ਆ, ਪਰ ਮੇਰੇ ਅੰਦਰ ਨਹੀਂ ਰਾਇਆ। ਆਈ ਨੀਡ ਟੂ ਡੂ ਸਮਥਿੰਗ। ਹਰ ਰੋਜ਼ ਹੁੰਦੀ ਸੀ ਗੱਲ? ਮੋਸਟ ਆਫ ਦਾ ਟਾਈਮਸ, ਜਦੋਂ ਮੈਂ ਸਪੈਸ਼ਲੀ ਪੋਜ਼ਿਟਿਵ ਥਿੰਕਿੰਗ ਤੇ ਸ਼ੋਅ ਕਰਕੇ ਆਉਣੇ ਉੱਥੇ। ਤੇ ਸ਼ੁਰੂ ਕਦ ਹੋਈ, ਜਦ ਰੌਸ਼ਨੀ ਸ਼ੁਰੂ ਕੀਤਾ? ਨਹੀਂ, ਮੈਨੂੰ ਨਹੀਂ ਪਤਾ ਕਦੋਂ ਹੋਇਆ, ਪਰ ਜਦੋਂ ਮੈਂ ਹੌਲੀ ਕਰਕੇ ਜਿੱਦਾਂ ਮੈਨੂੰ ਇਹ ਲੱਗਾ ਕਿ ਮੈਂ ਮੁੱਕਣਾ ਸ਼ੁਰੂ ਹੋ ਗਈਆਂ। ਮੈਨੂੰ ਇਉਂ ਲੱਗਿਆ, ਮੈਂ ਇਹਨੂੰ ਕਰਾਂ ਜੇ ਸਹੀ, ਮੈਨੂੰ ਇਉਂ ਲੱਗਦਾ ਵੀ ਜਦ ਅਸੀਂ ਸਥਾਪਿਤ ਹੋ ਜਾਂਦੇ ਆ ਨਾ, ਜਾਂ ਤੁਹਾਨੂੰ ਭਾਈਚਾਰਾ ਅੰਗ ਬਣਾ ਲੈਂਦਾ, ਉਦੋਂ ਤੁਸੀਂ ਥੱਕਣ ਲੱਗਦੇ ਹੋ, ਕਿਉਂਕਿ ਤੁਹਾਨੂੰ ਉਹ ਹਰ ਇੱਕ ਚੀਜ਼ ਆਪਣੀ ਘਰ ਦੀ ਦੱਸਦੇ ਨੇ। ਮੇਰੀ ਜ਼ਿੰਦਗੀ 'ਚ ਵੀ ਇਹੀ ਹੁੰਦਾ ਬਈ ਯਾਰ, ਜਵਾਕ ਨਹੀਂ ਸੁਣਦਾ, ਘਰ ਵਾਲੀ ਨਾਲ ਲੜਾਈ ਹੋ ਪਈ, ਬੰਦਾ ਇਹ ਨਹੀਂ ਸੁਣਦਾ, ਭੈਣਾਂ ਕਈ ਫੋਨ ਕਰਕੇ ਕਹਿੰਦੇ ਮੇਰਾ ਬੰਦਾ ਧੱਕਾ ਕਰਦਾ ਮੇਰੇ ਨਾਲ, ਮੇਰੇ 3 ਕੁੜੀਆਂ ਹੋ ਗਿਆ, ਮੇਰਾ ਘਰ ਵਾਲਾ ਆਹ ਕਹਿੰਦਾ ਮੈਨੂੰ। ਤੁਹਾਡੇ ਤੋਂ ਐਕਸਪੈਕਟੇਸ਼ਨਸ ਬਹੁਤ ਹੋ ਜਾਂਦੀਆਂ ਤੇ ਤੁਸੀਂ ਉਤਰਨ ਦੀ ਕੋਸ਼ਿਸ਼ ਵੀ ਕਰਦੇ ਹੋ ਉਹਨਾਂ ਦੇ ਉੱਤੇ ਪੂਰਾ। ਤੁਹਾਡਾ ਦਿਲ ਕਰਦਾ ਕਿ ਮੈਂ ਕਰਾਂ ਕੁਛ ਇਹਨਾਂ ਦੇ ਲਈ, ਦਰਦ ਲੈ ਕੇ ਫਿਰਦੇ ਤੁਸੀਂ। ਮੈਨੂੰ ਇਹ ਲੱਗਾ ਕਿ ਕਿਤੇ ਦਰਦ ਤਾਂ ਨਹੀਂ ਸੀ ਜਿਹੜਾ ਤੁਹਾਨੂੰ ਲੱਗਦਾ ਸੀ। ਦੇਖੋ, ਉਹ ਜਿਹੜੀ ਆਪਾਂ ਅੰਗਰੇਜ਼ੀ ਦੇ ਵਿੱਚ 2 ਲਫ਼ਜ਼ ਵਰਤਦੇ ਹਾਂ, ਸਿੰਪਥੀ ਕਹਿੰਦੇ ਆ ਤੇ ਐਂਪਥੀ ਕਹਿੰਦੇ ਆ। ਸਿੰਪਥੀ ਇਹਦਾ ਸਿੰਪਲੀ ਆਪਾਂ ਹਮਦਰਦੀ ਕਰ ਦਿੱਤੀ, ਤੁਸੀਂ ਮੇਰੇ ਕੋਲ ਤਕਲੀਫ ਦੱਸੀ, ਮੈਂ ਕਿਹਾ ਵੀ ਮੈਨੂੰ ਬੜਾ ਦੁੱਖ ਹੋਇਆ। ਬਟ ਐਂਪਥੀ ਇਹ ਹੈ ਕਿ ਜਦੋਂ ਮੈਂ ਦਿਲ ਤੇ ਲੈ ਲਈ ਆ ਗੱਲ, ਮੈਂ ਵਾਕਈ ਮੈਂ ਮਹਿਸੂਸ ਕਰ ਰਹੀ ਹਾਂ, ਮੈਂ ਤੁਹਾਡੇ
ਸ਼ੂਜ਼ ਦੇ ਵਿੱਚ ਆਪਣੇ ਪੈਰ ਪਾ ਕੇ ਦੇਖ ਰਹੀ ਹਾਂ ਕਿ ਵੀ ਹਾਂ ਮੈਂ ਬਿਲਕੁਲ ਉਹ ਦਰਦ ਮਹਿਸੂਸ ਕਰ ਰਹੀ ਹਾਂ। ਮੈਂ ਬਹੁਤ ਜ਼ਿਆਦਾ ਐਮਪੈਥੈਟਿਕ ਹੋ ਗਈ ਸੀ ਤੇ ਮੈਨੂੰ ਬੜੀ ਉਹ ਚੀਜ਼ ਚੁੱਭਦੀ ਸੀ। ਅਸਾਸੇ ਸੀਮਤ ਨੇ, ਵਜ਼ਨ ਬਹੁਤ ਲੈ ਲਿਆ। ਤੇ ਮੈਂ ਅੱਛਾ ਹੋਰ ਤਾਂ ਹੋਰ ਮੈਨੂੰ ਨਿਊਜ਼ ਨੇ ਵੀ ਬਹੁਤ ਇੰਪੈਕਟ ਕਰਨਾ ਸ਼ੁਰੂ ਕਰ ਦਿੱਤਾ। ਜਿੰਨੀ ਨੈਗੇਟਿਵ ਨਿਊਜ਼ ਆ ਰਹੀ ਸੀ, ਮੈਨੂੰ ਇਹ ਲੱਗਣਾ ਕਿ ਵੀ ਮੈਂ ਕੀ ਲੈਣਾ ਇਹਦੇ ਵਿੱਚੋਂ। ਮੇਰੀ ਆਪਣੀ ਫਿਜ਼ੀਕਲ, ਮੈਂਟਲ, ਇਮੋਸ਼ਨਲ, ਇੰਟੈਲੈਕਚੁਅਲ ਹੈਲਥ ਮੇਰੀ ਖਤਮ ਹੁੰਦੀ ਜਾ ਰਹੀ ਹੈ। ਵਾਟ ਐਮ ਆਈ ਡੂਇੰਗ? ਮੈਂ ਇਹਦੇ ਵਿੱਚੋਂ ਕੀ ਕੱਢਣਾ? ਅਲਟੀਮੇਟਲੀ ਮੇਰਾ ਲਾਈਫ 'ਚ ਗੋਲ ਕੀ ਹੈ? ਮੈਂ ਰੋਜ਼ ਹਰਜੀਤ ਗਿੱਲ ਜੀ, ਮੇਰੀ ਜਦੋਂ ਇਹ ਸਿਚੁਏਸ਼ਨ ਹੋ ਗਈ ਐਂਡ ਜੇ ਡਾਕਟਰ ਨਾਲ ਤੁਸੀਂ ਗੱਲ ਕਰੋਗੇ, ਹਾਂ ਮਾਈਲਡ ਡਿਪਰੈਸ਼ਨ ਤਾਂ ਅੱਜ ਕੱਲ੍ਹ ਸਾਰਿਆਂ ਨੂੰ ਹੀ ਆ, ਤੁਸੀਂ ਆਹ ਗੋਲੀ ਲੈ ਲਓ, ਤੁਸੀਂ ਆਹ ਗੋਲੀ ਲੈ ਲਓ। ਬਿਲੀਵ ਮੀ, ਮੈਂ 3 ਤਰ੍ਹਾਂ ਦੀਆਂ ਦਵਾਈਆਂ ਵੀ ਟਰਾਈ ਕੀਤੀਆਂ, ਮੈਨੂੰ ਕੋਈ ਦਵਾਈ ਮੇਰੇ ਲਈ ਸਹੀ ਨਹੀਂ ਸਾਬਤ ਹੋਈ, ਰਾਦਰ ਡਾਊਨ ਹੁੰਦੇ, ਉਲਟ ਅਸਰ ਹੋਇਆ ਉਹਦਾ। ਸੋ ਇਹ ਇੰਪੈਕਟ ਕੀ ਕਰਦਾ ਸੀ? ਨੀਂਦ ਨਹੀਂ ਸੀ ਆਉਂਦੀ ਜਾਂ ਕੀ ਹੁੰਦਾ ਸੀ? ਵਜ਼ਨ ਰਹਿਣਾ ਹਰ ਵਕਤ? ਯੈਸ, ਜਿਹਦੇ ਨਾਲ ਮੇਰੀਆਂ ਪੇਨਸ ਐਂਡ ਏਕਸ, ਮੈਨੂੰ ਲੱਗਾ ਕਿ ਮੈਂ ਬੋਡੀ ਤੇ ਮਾਈਂਡ ਤੇ ਹਰ ਵੇਲੇ ਉਸ ਇੱਕ ਸਟ੍ਰੈਸ ਦੇ ਵਿੱਚ ਹਾਂ। ਸੋ ਇੱਕ ਮਾਂ ਦਾ ਜਿਹੜਾ ਰੋਲ ਸੀ, ਇੱਕ ਪਤਨੀ ਦਾ ਰੋਲ ਸੀ, ਉਹਦੇ ਤੇ ਕਿੰਨਾ ਵਜ਼ਨ ਪਿਆ ਇਹਦਾ ਫਿਰ? ਮੈਂ ਤੁਹਾਨੂੰ ਉਹ ਦੱਸ ਰਹੀ ਹਾਂ ਕਿ ਦੇਖੋ, ਮੈਂ ਸਾਰਿਆਂ ਦੇ ਲਈ ਸਹੀ ਰੋਲ ਪਲੇ ਕਰ ਰਹੀ ਹਾਂ, ਪਰ ਜੋ ਨਹੀਂ ਕਰ ਰਹੀ ਤਾਂ ਮੈਂ ਆਪਣੇ ਲਈ ਨਹੀਂ ਕਰ ਰਹੀ। ਮੈਨੂੰ ਇਹ ਲੱਗ ਰਿਹਾ ਕਿ ਮੈਂ ਮੇਰੀ ਬੈਸਟ ਕੋਸ਼ਿਸ਼ ਹੈ ਕਿ ਮੈਂ ਆਪਣੇ ਬੱਚਿਆਂ ਲਈ ਕਰਾਂ। ਤੇ ਮੈਨੂੰ ਮੇਰੇ ਹਸਬੰਡ ਕਹਿੰਦੇ ਸੀ ਕਿ ਤੂੰ ਜ਼ਿਆਦਾ ਸੋਚਦੀ ਉਹਨਾਂ ਬਾਰੇ। ਪਰ ਨਵਜੋਤ ਜੀ, ਮੈਨੂੰ ਇਉਂ ਲੱਗਦਾ ਜਿਹੜੀ ਨਵਜੋਤ ਜਲੰਧਰ 'ਚ ਜੀਵੀ, ਮੈਨੂੰ ਲੱਗਦਾ ਉਹਦਾ ਵੀ ਇੰਬੈਲੈਂਸ ਹੋ ਸਕਦਾ, ਕਿਉਂਕਿ ਉਹ ਬਹੁਤ ਖੁੱਲੀ ਅਡਾਰੀ ਸੀ। ਜੇ ਮੈਂ ਤੁਹਾਨੂੰ ਹੁਣ ਉਹ ਰੂਪਮਾਨ ਕਰਾਂ ਤੁਹਾਡੀ, ਜਿਵੇਂ ਤੁਸੀਂ ਦੱਸਿਆ, ਮੈਂ ਵੇਖਿਆ ਤਾਂ ਹੈ ਨਹੀਂ, ਮੈਂ ਉਹਨੂੰ ਅੰਦਰੋਂ ਰੂਪਮਾਨ ਕੀਤਾ ਵੀ ਯਾਰ ਅੱਜ ਤੋਂ 33 ਵਰ੍ਹੇ ਪਹਿਲਾਂ, 32 ਵਰ੍ਹੇ ਪਹਿਲਾਂ, ਠੀਕ ਹੈ, ਸ਼ਹਿਰ ਤੇ ਪਿੰਡ, ਅਸੀਂ ਪਿੰਡ ਦੇ ਬੰਦੇ ਆ, ਸ਼ਹਿਰ ਤੇ ਪਿੰਡ ਦਾ ਫਰਕ ਹੈ। ਲੁਧਿਆਣੇ ਵੀ ਕੁੜੀਆਂ ਸਕੂਟਰ ਚਲਾਈ ਫਿਰਦੀਆਂ, ਪਰ ਜਿਹੜਾ ਤੁਸੀਂ ਜ਼ਿੰਦਗੀ ਉੱਥੇ ਗ੍ਰਹਿਣ ਕੀਤੀ ਹੋਈ ਸੀ, ਉਹ ਜ਼ਿੰਦਗੀ ਤਾਂ ਕਿਤੇ ਵੀ ਨਹੀਂ ਮਿਲਣੀ। ਉਹ ਨਹੀਂ ਸੀ, ਇਸ ਤਰ੍ਹਾਂ ਵੀ ਨਹੀਂ ਸੀ, ਕਿਉਂਕਿ ਉਹ ਵੀ ਇੱਕ ਜਰਨੀ ਸੀ, ਹੈ ਨਾ, ਉਹ ਮੰਜ਼ਿਲ ਨਹੀਂ ਸੀ ਮੇਰੀ। ਓਕੇ, ਇਹ ਵੀ ਮੇਰੀ ਇੱਕ ਸੋ ਤੁਸੀਂ ਉਹ ਨਹੀਂ ਸੀ ਕਰਦੀ ਵੀ ਮੈਂ ਉੱਥੇ ਆ ਸੀ ਨਾ, ਮੈਂ ਬਿਲਕੁਲ ਉਹਨੂੰ ਮਿਸ ਨਹੀਂ ਸੀ ਕਰ ਰਹੀ ਮੈਂ। ਸੋ ਇਹਦਾ ਮਤਲਬ ਫਿਰ ਕੈਰੀਅਰ ਦਾ ਵਜ਼ਨ, ਕੰਮ ਦਾ ਵਜ਼ਨ ਜਿਹੜਾ ਉਹ ਨਿੱਜੀ ਤੌਰ ਤੇ ਲੈਣ ਲੱਗੇ ਤਾਂ ਫਿਰ ਢਿੱਲੇ ਹੋਏ। ਮੈਨੂੰ ਇਹ ਲੱਗਾ ਕਿ ਵੀ ਮੈਂ ਮਹਿਸੂਸ ਕਰਨਾ ਸ਼ੁਰੂ ਕੀਤਾ ਕਿ ਆਈ ਐਮ ਨਾਟ ਡੂਇੰਗ ਐਨੀਥਿੰਗ ਫॉर ਮਾਈ ਸੈਲਫ। ਜੋ ਕੁਝ ਮੈਂ ਕਰ ਰਹੀ ਹਾਂ, ਮੈਨੂੰ ਲੱਗਦਾ ਸਾਰਾ ਟਾਈਮ ਮੈਂ ਦੂਜਿਆਂ ਲਈ ਹੀ ਕਰਦੀ ਰਹਿੰਦੀ ਹਾਂ। ਪਰ 99% ਜਿਉਂਦੇ ਹੀ ਇਸ ਤਰ੍ਹਾਂ ਨੇ, ਆਪਣੇ ਲਈ ਤਾਂ ਕੋਈ ਵੀ ਨਹੀਂ ਜਿਉ ਰਿਹਾ। ਨਹੀਂ, ਦੇਖੋ ਮੇਰੀ ਗੱਲ ਸੁਣੋ, ਇਹੀ ਤਾਂ ਇੱਕ ਕਨਸੈਪਟ ਹੈ ਜਿਹੜਾ ਸਾਡੇ ਮਨ ਦੇ ਵਿੱਚ ਸ਼ੁਰੂ ਤੋਂ ਹੀ ਪਾ ਦਿੱਤਾ ਜਾਂਦਾ ਹੈ। ਸਾਨੂੰ ਸਿਖਾਇਆ ਕੀ ਜਾਂਦਾ ਸ਼ੁਰੂ ਤੋਂ, ਮੈਂ ਤੁਹਾਨੂੰ ਇਹੀ ਸਿਖਾਇਆ ਜਾਂਦਾ ਕਿ ਵੀ ਅੱਛਾ ਬੱਚਾ ਬਣੋ, ਅੱਛਾ ਬੱਚਾ ਬਣੋ, ਚੰਗੀ ਕੁੜੀ ਕੀ ਹੁੰਦੀ ਹੈ, ਠੀਕ ਹੈ, ਉਸ ਤੋਂ ਬਾਅਦ ਚੰਗਾ ਸਟੂਡੈਂਟ ਕੀ ਹੈ, ਚੰਗੀ ਵਾਈਫ ਕੀ ਹੈ, ਚੰਗੀ ਮਾਂ ਕੀ ਹੈ, ਠੀਕ ਹੈ, ਚੰਗੀ ਨੂੰਹ ਕੀ ਹੈ, ਚੰਗੇ ਸੰਸਕਾਰ ਕੀ ਨੇ, ਚੰਗਾ EMPLOYE ਕੀ ਹੈ। ਇਹ ਚੀਜ਼ਾਂ ਤੁਹਾਨੂੰ ਸਿਖਾਈਆਂ ਜਾਂਦੀਆਂ। ਇੱਕ ਚੰਗਾ ਇਨਸਾਨ ਕੀ ਹੈ, ਉਹਨੂੰ ਕੋਈ ਤਰਾਸ਼ਣ ਦੀ ਕੋਸ਼ਿਸ਼ ਨਹੀਂ ਕਰਦਾ, ਨਾ ਸਾਨੂੰ ਇਹ ਕੋਈ ਟ੍ਰੇਨਿੰਗ ਦਿੱਤੀ ਜਾਂਦੀ ਆ। ਬਲੀਵ ਮੀ, ਹੁਣ ਉਹ ਇੱਕ ਪੁਆਇੰਟ ਆ ਗਿਆ ਜਿਸ ਦਿਨ ਮੈਂ ਅਚਾਨਕ ਆਫਿਸ ਫੋਨ ਕਰਕੇ ਮੈਂ ਆਪਣੇ ਹਸਬੈਂਡ ਨੂੰ ਪਹਿਲਾਂ ਕਿਹਾ, ਮੈਂ ਕਿਹਾ ਕੱਲ ਤੋਂ ਮੈਂ ਕੰਮ ਛੱਡ ਰਹੀ ਹਾਂ। ਏਦਾਂ ਮੈਂ ਕਰ, ਉਹਨਾਂ ਦਾ ਕੋਈ ਰਿਐਕਸ਼ਨ ਇਸ ਤਰ੍ਹਾਂ ਦਾ ਨਹੀਂ ਸੀ ਵੀ ਕਿਉਂ, ਕੀ ਹੋ ਗਿਆ। ਕਹਿੰਦੇ ਜਿੱਦਾਂ ਤੇਰਾ ਦਿਲ ਕਰਦਾ ਹੈ ਨਾ। ਓਕੇ, ਦੈਨ ਮੈਂ ਕੁਲਵਿੰਦਰ ਸੰਘੇੜਾ ਉਹਨਾਂ ਨੂੰ ਜਾ ਕੇ ਮਿਲਦੀ ਹਾਂ। ਮੈਂ ਨਹੀਂ ਆਉਣਾ ਕੁਲਵਿੰਦਰ, ਮੰਡੇ ਤੋਂ ਮੈਂ ਨਹੀਂ ਆ ਰਹੀ। ਨਵਜੋਤ ਕੀ ਗੱਲ ਹੋ ਗਈ? ਹੁਣ ਕੋਈ ਦੱਸੋ, ਅਸੀਂ ਕੀ ਕਰ ਸਕਦੇ ਹਾਂ? ਆਪਾਂ ਇਹ ਕਰ ਲੈਂਦੇ ਹਾਂ, ਆਪਾਂ ਉਹ ਕਰ ਲੈਂਦੇ ਹਾਂ। ਉਹ ਵੀ ਹੋ ਸਕਦਾ ਹੁਣ ਮੇਰੀ ਆਵਾਜ਼ ਸੁਣ ਰਹੇ ਹੋਣਗੇ ਲੇਟਰ, ਜਾਂ ਸਾਡੇ ਈਵਨ ਲਿਸਨਰਸ ਵੀ ਸੁਣ ਰਹੇ ਹੋਣਗੇ, ਜਿਨ੍ਹਾਂ ਦੇ ਮਨਾਂ 'ਚ ਬਹੁਤ ਸਾਰੇ ਸਵਾਲ ਹੋਣਗੇ। ਨਵਜੋਤ ਕੀ ਹੋਇਆ? ਆਪਾਂ ਇੱਦਾਂ ਕਰ ਲੈਂਦੇ, ਆਪਾਂ ਉੱਦਾਂ ਕਰ ਲੈਂਦੇ, ਆਪਾਂ ਬੈਠ ਕੇ ਗੱਲ ਕਰਦੇ ਹਾਂ, ਆਪਾਂ ਇੰਦਰਜੀਤ ਨਾਲ ਬੈਠ ਕੇ ਗੱਲ ਕਰਦੇ ਹਾਂ, ਘਰ ਗੱਲ ਕੀਤੀ, ਘਰ ਕੀ ਕਹਿੰਦੇ? ਮੈਂ ਕਿਹਾ, ਉਹ ਕਹਿੰਦੇ ਜੋ ਦਿਲ ਕਰਦਾ ਕਰ ਲੈ, ਜਿੱਦਾਂ ਤੈਨੂੰ ਖੁਸ਼ੀ ਮਿਲਦੀ ਆ। ਉਹਨਾਂ ਨੇ ਮੈਨੂੰ ਬਹੁਤ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ ਤੂੰ ਰੁਕ ਜਾ। ਮੈਂ ਕਿਹਾ ਨਹੀਂ, ਮੈਨੂੰ ਜ਼ਰੂਰਤ ਆ, ਆਪਣੇ ਲਈ ਟਾਈਮ ਚਾਹੀਦਾ ਮੈਨੂੰ। ਕਹਿੰਦੇ ਕੰਮ ਘਟਾ ਲਾ, ਲੀਵ ਲੈ ਲਾ, ਠਹਿਰ ਕੇ ਆ ਜਾਈਂ। ਮੈਂ ਕਿਹਾ ਨੋ, ਆਈ ਥਿੰਕ ਆਈ ਨੀਡ ਅ ਬ੍ਰੇਕ, ਸਿੰਪਲ ਪੀਰੀਅਡ। ਹੁਣ ਨਾ ਮੈਂ ਕਿਹਾ ਰੋਕਿਓ ਮੈਨੂੰ। ਬਹੁਤ ਵਾਰੀ ਉਹਨਾਂ ਨੂੰ ਮੈਂ ਕਿਹਾ, ਕਹਿੰਦੇ ਹਾਂ ਵੈਸੇ ਮੈਂ ਜਿੰਨੀ ਵਾਰੀ ਵੀ ਤੈਨੂੰ ਰੋਕਦਾ, ਮੈਂ ਪਹਿਲਾਂ ਵੀ 1-2 ਵਾਰੀ ਛੱਡਣ ਦੀ ਕੋਸ਼ਿਸ਼ ਕੀਤੀ, ਜਿੰਨੀ ਵਾਰੀ ਮੈਂ ਤੈਨੂੰ ਰੋਕਦਾ ਮੈਂ ਤੇਰਾ ਸਟ੍ਰੈਸ ਮੈਨੂੰ ਲੱਗਦਾ ਵਧਾ ਦਿੰਦਾ। ਮੈਂ ਕਿਹਾ ਹੁਣ ਨਾ ਰੋਕਿਓ। ਐਂਡ ਸਟਿਲ ਹੀ ਵਾਜ਼ ਓਪਨ। ਰਿਜ਼ਾਈਨ ਕਰਨ ਤੋਂ ਮੈਂ ਪਹਿਲਾਂ ਫੇਸਬੁੱਕ 'ਤੇ ਐਲਾਨ ਕਰਤਾ, ਇਸ ਕਰਕੇ ਕਿ ਮੈਨੂੰ ਕੱਲ੍ਹ ਨੂੰ ਇਹ ਕਨਵਿੰਸ ਕਰਨ ਦੀ ਕੋਸ਼ਿਸ਼ ਨਾ ਕੋਈ ਕਰੇ ਕਿ ਤੂੰ ਰੁਕ ਜਾ। ਇਹ ਸੱਚਾਈ ਹੈਗੀ ਆ। ਸੋ ਮੈਂ
ਸੋਚ ਲਿਆ ਕਿ ਵੀ ਮੈਂ 23 ਸਾਲ ਦਾ ਮੀਡੀਆ ਦਾ ਕਰੀਅਰ ਆਪਣਾ ਆਮ ਐਂਡਿੰਗ ਇਟ, ਖਤਮ ਕਰ ਰਹੀ ਐਂਡ ਆਈ ਡਿਡ ਇਟ। ਹੁਣ ਤੁਸੀਂ ਸੋਚੋਗੇ ਕਿ ਇੱਥੇ ਕਿਵੇਂ ਆ ਗਈ। ਅੱਛਾ, ਫਿਰ ਸਾਲ 'ਚ ਕੀ ਕੀਤਾ? ਹੁਣ ਮੈਨੂੰ ਟ੍ਰਾਂਜੀਸ਼ਨ ਦੱਸੋ, ਉਹ ਕੀ ਹੋਇਆ? ਸਾਲ ਦੇ ਵਿੱਚ ਮੈਂ ਆਪਣੇ ਆਪ ਨਾਲ ਹੀ ਕੰਮ ਕੀਤਾ, ਐਗਜ਼ੈਕਟਲੀ ਜੋ ਮੈਂ ਚਾਹੁੰਦੀ ਸੀ। ਹਾਂਜੀ, ਆਤਮ ਚੀਨਨ ਕਿੰਨਾ ਕੀਤਾ ਤੇ ਕੀ ਕੀਤਾ? ਬਸ ਮੇਰਾ ਇਹੀ ਸੀਗਾ ਵਿੱਚ ਇਹ ਸੀ ਕਿ ਮੇਰੇ ਕੋਲ ਇੱਕ ਰੀਅਲ ਏਸਟੇਟ ਦਾ ਲਾਇਸੈਂਸ ਮੈਂ ਐਵੇਂ ਹੀ ਲੈ ਲਿਆ ਸੀ, ਜਿਵੇਂ ਮੇਰੇ ਹਸਬੈਂਡ ਰੀਅਲ ਏਸਟੇਟ ਹੈਗੇ, ਕੰਮ ਕਰਦੇ, ਕਾਮਯਾਬ ਨੇ। ਮੈਨੂੰ ਇਹ ਲੱਗਦਾ ਹੁੰਦਾ ਸੀ ਕਦੇ ਇਹਨਾਂ ਨੂੰ ਹੈਲਪ ਦੀ ਲੋੜ ਪੈਂਦੀ ਹੈ ਕਿ ਵੀ ਮੇਰੇ ਕੋਲ ਲਾਇਸੈਂਸ ਹੋਊਗਾ ਤਾਂ ਮੈਂ ਕੰਮ ਕਰ ਸਕਦੀ ਹਾਂ। ਹਮੇਸ਼ਾ ਮੇਰੇ ਮਨ 'ਚ ਇਹ ਚੀਜ਼ ਜ਼ਰੂਰ ਰਹੀ ਹੈ ਕਿ ਜੇ ਮੈਂ ਕੋਈ ਕੰਮ ਕਰ ਰਹੀ ਹਾਂ ਨਾ, ਆਈ ਸ਼ੁੱਡ ਬੀ ਵੈਲ ਟ੍ਰੇਨਡ ਐਂਡ ਵੈਲ ਇਕੁਇਪਡ, ਓਨਲੀ ਦੈਨ ਮੈਂ ਉਸ ਕੰਮ 'ਚ ਜਾਣਾ। ਇਹ ਨਹੀਂ ਕਿ ਐਵੇਂ ਹੀ ਜਾ ਕੇ ਅੱਕੀ ਪਲਾਈ ਹੱਥ ਮਾਰੀ ਚੱਲੋ, ਜਾਂ ਵੀ ਮੈਂ ਆਹ ਵੀ ਕਰ ਸਕਦੀ ਹਾਂ, ਮੈਂ ਉਹ ਵੀ ਕਰ ਸਕਦੀ ਹਾਂ। ਨਹੀਂ, ਜਿੱਥੇ ਵੀ ਫੀਲਡ 'ਚ ਜਾਣਾ, ਜੇ ਜਰਨਲਿਜ਼ਮ 'ਚ ਆਈ ਹਾਂ, ਬ੍ਰੌਡਕਾਸਟਿੰਗ ਆਈ ਹਾਂ, ਪ੍ਰੋਪਰ ਟ੍ਰੇਨਿੰਗ ਲੈ ਕੇ। ਫਿਰ ਮੈਂ ਇਸੇ ਕਰਕੇ ਰੀਅਲ ਏਸਟੇਟ ਦਾ ਜਦੋਂ ਲਾਇਸੈਂਸ ਲਿਆ, ਮੈਂ ਉਹਨਾਂ ਦੇ ਨਾਲ ਮੈਂ ਕਿਵੇਂ ਕੰਮ ਕਰ ਲੈਂਦੀ ਹਾਂ। ਹੁਣ ਕੰਮ ਛੱਡ ਦਿੱਤਾ ਮੈਂ, ਮੈਨੂੰ ਕਾਲਸ ਕਿਹੋ ਜਿਹੀਆਂ ਆ ਰਹੀਆਂ, ਤੁਸੀਂ ਫਲਾਣਾ ਰੇਡੀਓ ਜੁਆਇਨ ਕਰ ਲਓ, ਤੁਸੀਂ ਫਲਾਣਾ ਕਰ ਲਓ, ਤੁਸੀਂ ਇਹ ਕਰ ਲਓ, ਤੁਸੀਂ BBC ਦੇ ਨਾਲ ਕਰ ਲਓ। ਇੰਡੀਆ ਤੋਂ ਮੈਨੂੰ ਕਾਲਸ ਆ ਰਹੀਆਂ, ਮੇਰੇ ਫਰੈਂਡਸ ਕਹਿ ਰਹੇ ਨਹੀਂ ਅਸੀਂ ਤੈਨੂੰ ਇੱਦਾਂ ਬੈਠੀ ਨਹੀਂ ਦੇਖ ਸਕਦੇ। ਮੈਂ ਕਿਹਾ ਮੈਨੂੰ ਬੈਠਣ ਦਿਓ ਤੁਸੀਂ, ਹੈ ਨਾ, ਮੈਨੂੰ ਕੋਈ ਕਾਹਲੀ ਨਹੀਂ ਹੈਗੀ ਕਿਸੇ ਚੀਜ਼ ਦੀ, ਨਹੀਂ, ਮੈਨੂੰ ਮੇਰੇ ਨਾਲ ਜਰਾ ਰਹਿਣ ਦਿਓ। ਨਹੀਂ, ਫਿਰ ਮੈਨੂੰ ਕੋਈ ਕਾਲ ਆ ਰਹੀ ਹੈ, ਤੂੰ ਡਿਪਰੈਸ ਹੋ ਜਾਊਂਗੀ, ਤੇਰਾ ਜਿਹੋ ਜਿਹਾ ਕਰੀਅਰ ਰਿਹਾ ਤੂੰ ਮਿਸ ਕਰੂੰਗੀ। ਮੈਂ ਕਿਹਾ ਨਹੀਂ, ਮੈਂ ਠੀਕ ਹਾਂ, ਪਲੀਜ਼ ਗਿਵ ਮੀ ਅ ਬ੍ਰੇਕ, ਹੈ ਨਾ। ਅੱਛਾ, ਤੁਸੀਂ ਜੀ ਇੱਦਾਂ ਕਰੋ ਭੈਣ ਜੀ, ਕਾਲ ਆਉਂਦੀ ਆ, ਤੁਸੀਂ ਨਾ ਪੋਲੀਟਿਕਸ ਜੁਆਇਨ ਕਰ ਲਓ, ਪੋਲੀਟਿਕਸ ਜੁਆਇਨ ਕਰ ਲਓ ਆਪਣੇ ਇੱਥੇ ਨੇ, ਆਪਾਂ ਨੂੰ ਲੋੜ ਹੈਗੀ ਆ ਤੁਸੀਂ। ਮੈਂ ਕਿਹਾ ਨੋ, ਬਿਲਕੁਲ ਨਹੀਂ। ਬਹੁਤ ਤਰ੍ਹਾਂ ਦੀਆਂ ਸਪੋਰਟ ਬਹੁਤ ਦਿੱਤੀ ਮੈਨੂੰ ਸਾਰਿਆਂ ਨੇ ਕਿ ਕੋਈ ਗੱਲ ਨਹੀਂ ਹੁੰਦਾ ਆ। ਅੱਛਾ, ਜੇ ਤੁਹਾਡੀ ਕੋਈ ਪ੍ਰੋਬਲਮ ਹੋਈ ਆ ਤਾਂ ਅਸੀਂ ਰੈਡ FM ਵਾਲਿਆਂ ਨਾਲ ਗੱਲ ਕਰਦੇ ਹਾਂ, ਅਸੀਂ ਤੁਹਾਡਾ ਪੈਚਅਪ ਕਰਾ ਦਿੰਦੇ। ਮੈਂ ਕਿਹਾ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਡੋਂਟ ਟੇਕ ਮੀ ਰੋਂਗ, ਮੇਰਾ ਸਾਰਾ ਕੁਝ ਠੀਕ ਆ, ਮੈਂ ਅੱਜ ਵੀ ਉਹਨਾਂ ਨਾਲ ਵਰਤਦੀ ਹਾਂ, ਮੈਂ ਮਿਲਦੀ ਹਾਂ, ਪਰ ਮੇਰਾ ਮਨ ਹਲੇ ਠਹਿਰਨ ਦਾ ਹੈ, ਰੁਕਣ ਦਾ ਹੈ। ਮੈਂ ਇੱਕ ਵਾਰੀ ਰਸੂਲ ਹਮਜ਼ਾ ਤੋਂ ਉਹਨੂੰ ਪੜ੍ਹਿਆ ਸੀ, ਕਹਿੰਦਾ ਕਿ ਜਦੋਂ ਬਹੁਤ ਭੱਜ ਲਓ ਫਿਰ ਤੇਰਾ ਰੁਕ ਕੇ ਸਾਹ ਲੈਣਾ ਚਾਹੀਦਾ ਹੈ। ਮੈਨੂੰ ਉਹਦੀ ਲਾਈਨ ਬੜੀ ਉਹ ਪਸੰਦ ਹੁੰਦੀ ਸੀ, ਬਾਰ-ਬਾਰ ਯਾਦ ਆਉਂਦੀ ਸੀ, ਅਤੇ ਮੈਂ ਰੁਕ ਕੇ ਸਾਹ ਲੈਣ ਦੀ ਸੋਚੀ। ਉਹਦੇ ਦੌਰਾਨ ਮੈਂ ਆਪਣਾ ਆਪ ਲੱਭਣ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਕੀ ਚਾਹੀਦਾ। ਮੈਂ ਕੁਝ ਥੋੜ੍ਹੀ ਪੋਇਟਰੀ ਵੀ ਕੀਤੀ ਉਹਨਾਂ ਦੇ ਨਾਲ, ਮੈਂ ਕਦੇ ਪੋਇਟਰੀ ਨਹੀਂ ਸੀ ਲਿਖੀ। ਧਰਮ ਵਾਲੇ ਪਾਸੇ ਗਏ ਸਾਲ 'ਚ? ਮੈਂ ਧਾਰਮਿਕ ਨਹੀਂ ਹਾਂ, ਮੈਂ ਸਪਿਰਿਚੁਅਲ ਹਾਂ। ਓਕੇ। ਧਾਰਮਿਕ ਦੇ ਵਿੱਚ ਮੈਂ ਸਮਝਦੀ ਹਾਂ ਰਿਚੁਅਲਸ ਜ਼ਿਆਦਾ ਆ, ਮੈਂ ਸਪਿਰਿਚੁਅਲ ਹਾਂ। ਮੈਂ ਰੱਬ ਰੂਹ ਦੇ ਲਈ ਵਿੱਚ ਕੀ ਕੀਤਾ ਫਿਰ? ਰੂਹ ਦੇ ਲਈ ਸ਼ਾਇਦ ਮੈਂ ਥੋੜ੍ਹਾ ਹਮੇਸ਼ਾ ਕਰਦੀ ਰਹੀ ਸੀ, ਪਰ ਮੈਂ ਰੂਹ ਲਈ ਜ਼ਰੂਰ ਕਰਦੀ ਸੀ। ਪਰ ਜਿਹੜਾ ਇਸ ਜ਼ਿੰਦਗੀ ਦੇ ਵਿੱਚ ਇਸ ਲਾਈਫ ਨੂੰ ਜੀਣ ਦਾ ਜਿਹੜਾ ਤਰੀਕਾ ਹੈ ਨਾ, ਉਹਦੇ ਲਈ ਨਹੀਂ ਕੁਛ ਕਰ ਰਹੀ ਸੀ ਮੇਨਟੇਨੈਂਸ ਦਾ। ਰੂਹ ਦੇ ਲਈ ਮੈਂ ਜ਼ਰੂਰ ਕਰਦੀ ਰਹੀ ਸੀ। ਮੈਡੀਟੇਟ ਕਰਦੀ ਰਹੀ ਹਾਂ, ਮੈਡੀਟੇਟ ਮੈਂ ਹੁਣ ਵੀ ਕਰਦੀ ਹੈਗੀ ਹਾਂ। ਉਹ ਚੀਜ਼ ਮੇਰੀ ਕਦੇ ਮਿਸ ਨਹੀਂ ਹੋਈ। ਅੱਜ ਉਹ ਵਜ਼ਨ ਤੋਂ ਕਿੰਨੀ ਦੂਰ ਹੋ? ਅੱਜ ਕਿਹੋ ਜਿਹਾ ਮਹਿਸੂਸ ਮੈਂ ਬਹੁਤ ਹਲਕੀ ਹਾਂ ਸਾਲ ਬਾਅਦ? ਮੈਂ ਬਲੀਵ ਮੀ, ਮੈਂ ਤਾਂ ਬਹੁਤ ਹਲਕੀ ਹਾਂ। ਉਹਦਾ ਰੀਜ਼ਨ ਇਹ ਆ ਕਿ ਜਿਵੇਂ ਤੁਹਾਨੂੰ ਦੱਸਿਆ ਕਿ ਵੀ ਮੈਂ ਆਪਣਾ ਆਪ ਲੱਭਣ ਦੀ ਕੋਸ਼ਿਸ਼ ਕੀਤੀ, ਮੇਰੀ ਕਮੀ ਕਿੱਥੇ ਹੈਗੀ ਆ। ਮੇਰੇ ਹਸਬੈਂਡ ਨੇ ਵੀ ਇੱਕ ਦਿਨ ਕਿਹਾ, ਕਹਿੰਦੇ ਕਿ ਰੀਅਲ ਏਸਟੇਟ ਤੇਰਾ ਮਨ ਨਹੀਂ ਮੰਨਦਾ, ਐਵੇਂ ਨਾ ਕਰ। ਮੈਂ ਵੀ ਫਿਰ ਸੋਚਿਆ, ਮੈਂ ਕਿਹਾ ਨਹੀਂ, ਮੈਂ ਫਿਰ ਇੱਕ ਗਲਤ ਰਸਤੇ 'ਤੇ ਪੈਣ ਲੱਗੀ ਸੀ। ਨੋ, ਰੁਕ ਜਾਣਾ ਚਾਹੀਦਾ। ਉਸ ਦੌਰਾਨ ਆ ਕੋਵਿਡ ਆ ਗਿਆ, ਚੰਗਾ ਹੋ ਗਿਆ ਕਿ ਵੀ ਮੈਂ ਉਹਨਾਂ ਦਿਨਾਂ ਦੇ ਵਿੱਚ ਘਰ ਬੈਠੀ ਨੇ ਬਹੁਤ ਕੁਝ ਸੁਣਨਾ ਸ਼ੁਰੂ ਕੀਤਾ, ਬਹੁਤ ਕੁਝ ਪੜ੍ਹਨਾ ਸ਼ੁਰੂ ਕੀਤਾ, ਜਿਹਦੇ ਦੌਰਾਨ ਮੈਂ ਜੇ ਸ਼ੈਟੀ ਦੇ ਸੰਪਰਕ ਦੇ ਵਿੱਚ ਆਈ ਹਾਂ। ਜੇ ਸ਼ੈਟੀ ਨੂੰ ਸ਼ਾਇਦ ਬਹੁਤ ਲੋਕ ਜਾਣਦੇ ਵੀ ਹੋਣਗੇ, ਨਹੀਂ ਵੀ ਜਾਣਦੇ ਹੋਣਗੇ। ਉਹ ਇੱਕ ਇਹੋ ਜਿਹਾ ਬੰਦਾ ਜਿਹੜਾ ਜਿਹਨੂੰ ਫੋਰਬਸ ਮੈਗਜ਼ੀਨ ਨੇ 30 ਅੰਡਰ 30 ਦੀ ਜਿਹੜੀ ਲਿਸਟ ਹੈ ਉਹਦੇ ਵਿੱਚ ਸ਼ਾਮਿਲ ਕੀਤਾ ਸੀ। ਉਹ ਮੰਕ ਰਿਹਾ ਇੰਡੀਆ ਜਾ ਕੇ, ਕਈ ਸਾਲ ਐਜ਼ ਅ ਮੰਕ ਉਹਨੇ ਪ੍ਰੈਕਟਿਸ ਕੀਤੀ। ਹੁਣ ਉਹ ਦੁਨੀਆ ਦੇ ਵਿੱਚ ਵਾਪਸ ਆ ਕੇ ਉਹਦਾ ਪਰਪਜ਼ ਜਿਹੜਾ ਲਾਈਫ ਦਾ ਹੈ ਉਹ ਇਹ ਆ ਕਿ ਲੋਕਾਂ ਨੂੰ ਜਿਹੜੀ ਮੇਕ ਵਿਜ਼ਡਮ ਵਾਇਰਲ, ਜੋ ਉਹਨੇ ਉੱਥੋਂ ਹਾਸਿਲ ਕੀਤਾ, ਜੋ ਸਿਆਣਪ ਇਕੱਠੀ ਕੀਤੀ ਹੈ, ਉਹਨੂੰ ਵਾਇਰਲ ਕਰਨ ਦਾ ਇਰਾਦਾ। ਸਾਰੇ ਇੱਧਰੋਂ ਥੱਕ ਕੇ ਮੌਂਕ ਕਿਉਂ ਬਣਦੇ? ਇੱਕ ਨੇ ਫਰਾਰੀ ਵੀ ਵੇਚੀ ਹੈ, ਸਾਰੇ ਉੱਥੇ ਨੂੰ ਭੱਜਦੇ ਆ ਜਾ ਕੇ। ਇਹਦਾ ਮਤਲਬ ਫਿਰ ਕੁਦਰਤ ਤੋਂ ਟੁੱਟ ਕੇ ਵਜ਼ਨ ਆਉਂਦਾ? ਮੈਂ ਇੰਨੀ ਗੱਲ ਜ਼ਰੂਰ ਹੈ ਕਿ ਆਪਾਂ ਇੰਨਾ ਕੁ ਜ਼ਿਆਦਾ ਇਨਵੋਲਵ ਹੋ ਜਾਂਦੇ ਆ ਨਾ ਇਹਨਾਂ ਬਾਹਰ ਵਾਲੇ ਪਾਸਿਆਂ 'ਚ, ਕਿਉਂਕਿ ਸਾਡਾ ਜਿਹੜਾ ਜੀਣ ਦਾ ਅੰਦਾਜ਼ ਹੈ ਨਾ, ਸਾਨੂੰ ਉਹ ਨਹੀਂ ਸਿਖਾਇਆ ਜਾਂਦਾ। ਮੈਂ ਇੱਕ ਵਾਰ ਪੜ੍ਹਿਆ ਸੀ ਕਿਤੇ, ਕਹਿੰਦੀ ਕਿ ਜੀਵਨ ਜਿਹੜਾ ਵਪਾਰ ਆ ਉਹ ਅਸੀਂ ਸਿੱਖ ਲਿਆ, ਜਿਹੜੀ ਕਲਾ ਉਹ ਨਹੀਂ ਸਿੱਖੀ। ਜਿਹੜੀ ਕਲਾ ਉਹ ਨਹੀਂ ਸਿੱਖੀ ਅਸੀਂ। ਹੁਣ ਨਵਜੋਤ ਕਿੰਨੀ ਕੁ ਆਸਵੰਦ ਆ ਕਿ ਉਹ ਮੁੜ ਕੇ ਵਜ਼ਨ ਜ਼ਿੰਦਗੀ 'ਚ ਕਦੇ ਨਹੀਂ ਆਊਗਾ ਦੁਬਾਰਾ? ਓਕੇ, ਇਹਦੇ ਵਿੱਚ ਇਹ ਆ ਵੀ ਜਦੋਂ ਜਿਹੜਾ ਸਵਾਲ ਮੈਂ ਆਪਣੇ ਆਪ ਨੂੰ ਕਰਦੀ ਸੀ ਕਿ ਮੈਂ ਕੀ ਕਰ ਰਹੀ ਹਾਂ, ਮੈਂ ਕੀ ਹਾਸਿਲ ਕਰ ਰਹੀ ਹਾਂ, ਉਹੀ ਸਵਾਲ ਮੈਂ ਆਪਣੇ ਆਪ ਨੂੰ ਕੀਤੇ। ਇਹਨਾਂ ਸਵਾਲਾਂ ਦਾ ਮੈਨੂੰ ਜਵਾਬ ਲੱਭ ਗਿਆ।
ਜਿਵੇਂ ਮੈਂ ਪਹਿਲਾਂ ਇੰਨੇ ਸਾਲ ਜਰਨਲਿਜ਼ਮ ਜਦੋਂ ਮੈਂ ਕੀਤਾ, ਮੇਰਾ ਇਹ ਸੀ ਕਿ ਲਾਈਫ ਇੰਪੈਕਟ ਕਰਨਾ ਚਾਹੁੰਦੀ ਆ। ਉਦੋਂ ਜੇ ਮੈਂ ਆਪਣਾ ਪਰਪਸ ਰੈਕਗਨਾਈਜ਼ ਕੀਤਾ ਸੀ, ਆਇਡੈਂਟੀਫਾਈ ਕੀਤਾ, ਮੈਂ ਉਦੋਂ ਕੰਮ ਕਰਨਾ ਸ਼ੁਰੂ ਕੀਤਾ। ਸ਼ਾਇਦ ਮੈਂ ਆਪਣੇ ਉਸ ਪਰਪਸ ਤੋਂ ਬਹੁਤ ਦੂਰ ਹੋ ਗਈ ਸੀ। ਅੱਜ ਦੁਬਾਰਾ ਮੇਰਾ ਪਰਪਸ ਉਹੀ ਹੈ, ਤੇ ਉਹ ਪਰਪਸ ਹੁਣ ਮੈਂ ਇੱਕ ਵੱਖਰੇ ਅੰਦਾਜ਼ ਦੇ ਵਿੱਚ, ਮੈਂ ਜਦੋਂ ਹੁਣ ਇਹ ਲਾਈਫ ਕੋਚਿੰਗ ਸ਼ੁਰੂ ਕੀਤੀ ਹੈ। ਲਾਈਫ ਕੋਚਿੰਗ ਜਦੋਂ ਵੀ ਮੈਂ ਗੱਲ ਕਰਦੀ ਹਾਂ ਸਾਰੇ ਕਹਿੰਦੇ ਕੀ ਆ ਲਾਈਫ ਕੋਚਿੰਗ। ਲਾਈਫ ਕੋਚਿੰਗ ਮੈਂ ਆਪਣੇ ਸ਼ੋਅ ਦੇ ਵਿੱਚ ਵੀ ਜ਼ਿਆਦਾ ਗੱਲਾਂ ਨਹੀਂ ਕੀਤੀਆਂ। ਮੈਨੂੰ ਇਹ ਲੱਗਦਾ ਕਿ ਵੀ ਮੈਂ ਕੋਈ ਆਪਣੀ ਪ੍ਰਮੋਸ਼ਨ ਲਈ ਨਹੀਂ ਇੱਥੇ ਆ ਰਹੀ, ਮੈਂ ਆਪਣੀ ਪ੍ਰਮੋਸ਼ਨ ਲਈ ਨਹੀਂ ਆ ਰਹੀ। ਲਾਈਫ ਕੋਚਿੰਗ ਦਾ ਜਿਹੜਾ ਇਹ ਕਨਸੈਪਟ ਸੀਗਾ, ਵਾਕਈ ਮੈਨੂੰ ਇਹਨੇ ਇੰਨਾ ਇੰਪ੍ਰੈਸ ਕੀਤਾ। ਹੁਣ ਇਸ ਵੇਲੇ ਪਰ ਉਹਦਾ ਰੰਗ ਤਾਂ ਹਰ ਰੋਜ਼ ਰਹਿੰਦਾ ਸ਼ੋਅ 'ਚ, ਇਹਨੂੰ ਨਹੀਂ ਕਹਿ ਸਕਦੇ ਵੀ ਰੰਗ ਨਹੀਂ ਹੈ। ਕਹਿ ਸਕਦੇ ਹੋ ਤੁਸੀਂ, ਕਿਉਂਕਿ ਅਸੀਂ ਟੁੱਟਨੇ। ਮੈਂ ਕਹਾਂ ਵੀ ਹਰਜੀਤ ਨਹੀਂ ਇੱਥੇ ਬੈਠਾ, ਮੇਰਾ ਅੰਤਰੀਬ ਆਉਣਾ ਹੀ ਆਉਣਾ ਬਾਹਰ, ਜਿੰਨਾ ਮਰਜ਼ੀ ਕਹਿ ਦਈਏ। ਯਕੀਨਨ ਤੌਰ ਦੇ ਉੱਤੇ ਪਤਾ ਕੀ ਆ ਹਰਜੀਤ ਗਿੱਲ ਜੀ, ਮੈਂ ਸੋਚਿਆ ਜਦੋਂ ਮੈਂ ਮੀਡੀਆ ਛੱਡਿਆ, ਮੈਂ ਬੜਾ ਇਸ ਗੱਲ ਦਾ ਧੜੱਲੇ ਦੇ ਨਾਲ ਐਲਾਨ ਕੀਤਾ ਕਿ ਮੈਂ ਆਪਣਾ ਕਰੀਅਰ ਫਿਨਿਸ਼ ਕਰ ਰਹੀ ਹਾਂ। ਹੁਣ ਮੈਂ ਲਾਈਫ ਕੋਚਿੰਗ ਦਾ ਸਰਟੀਫਿਕੇਸ਼ਨ ਦੇ ਦੌਰਾਨ ਜਦੋਂ ਮੈਂ ਪੜ੍ਹ ਰਹੀ ਹਾਂ, ਉਹਦੇ 'ਚ ਪਹਿਲੀ ਚੀਜ਼ ਹੀ ਤੁਹਾਨੂੰ ਇਹ ਸਿਖਾਈ ਗਈ ਕਿ ਆਪਣੇ ਲਾਈਫ ਦਾ ਪਰਪਸ ਲੱਭੋ। ਵਾਈ ਕੈਪੀਟਲ ਲੈਟਰਸ ਦੇ ਵਿੱਚ ਲਿਖਦੇ ਆ, WHY, ਕਿ ਤੁਸੀਂ ਜੋ ਵੀ ਕਰ ਰਹੇ ਆ ਆਪਣੇ ਆਪ ਨੂੰ ਹਰ ਸਮੇਂ ਤੇ ਇਹ ਸਵਾਲ ਕਰੋ ਕਿ ਕਿਉਂ ਕਰ ਰਹੇ ਹੋ, ਕਿਉਂ ਕਰ ਰਹੇ ਆ। ਇਹ ਓਵਰ ਥਿੰਕਿੰਗ ਨਹੀਂ ਹੈ, ਇਹ ਚਿੰਤਨ ਹੈ। ਕਿਉਂ ਕਰ ਰਹੇ ਆ? ਜਦੋਂ ਮੈਂ ਇਹ ਚੀਜ਼ਾਂ ਸਮਝ ਲਈਆਂ ਕਿ ਵੀ ਮੈਂ ਕਿਉਂ ਕਰ ਰਹੀ ਹਾਂ, ਦੈਨ ਮੈਂ ਇਸ ਚੀਜ਼ ਦੀ ਪ੍ਰੋਪਰ ਟ੍ਰੇਨਿੰਗ ਲਈ ਮੈਂ 8-9 ਮਹੀਨੇ ਇਹ ਕੋਰਸ ਕੀਤਾ। ਇੰਨਾ ਕਿ ਇਨ ਡੈਪਥ ਇਹ ਸਰਟੀਫਿਕੇਸ਼ਨ ਦਾ ਕੋਰਸ ਸੀ, ਜਿਹੜਾ ਇਹਦਾ ਸਿਲੇਬਸ ਸੀਗਾ। ਮੈਂ ਆਪਣੇ ਆਪ ਨੂੰ ਐਮਪਾਵਰਡ ਮਹਿਸੂਸ ਕਰਦੀ ਹਾਂ। ਤੇ ਮੈਂ ਹੁਣ ਇਸ ਟਾਈਮ ਤੇ ਉੱਤੇ ਮੈਂ ਆਪਣੀ ਇੱਕ ਕੰਪਨੀ ਲਾਂਚ ਕਰ ਰਹੀ ਹਾਂ, ਜਿਹਦਾ ਥੋੜੇ ਦਿਨਾਂ ਤੱਕ ਵੈਬਸਾਈਟ ਆ ਜਾਏਗੀ। ਉਹਦਾ ਨਾਮ ਹੈ ਐਕਸੈਪਟ ਕੋਚਿੰਗ, ACCEPT। ਐਕਸੈਪਟ ਕੀ ਹੈ? ਇਹ ਹਰ ਇੱਕ ਜਿਹੜਾ ਅੱਖਰ ਹੈ ਉਹਦਾ ਮਤਲਬ ਹੈ। A ਸਟੈਂਡਸ ਫॉर ਅਵੇਅਰਨੈਸ, C ਕਲੈਰਿਟੀ, ਕਿ ਸਾਡੇ ਥਾਟਸ ਦੀ ਕਲੈਰਿਟੀ ਹੋਣੀ ਚਾਹੀਦੀ। ਮੈਂ ਐਜ਼ ਅ ਲਾਈਫ ਕੋਚ ਕੀ ਦੇਣਾ ਚਾਹੁੰਦੀ ਆਪਣੀ ਕਮਿਊਨਿਟੀ ਨੂੰ? ਫਸਟ ਥਿੰਗ ਅਵੇਅਰਨੈਸ, ਆਪਣੇ ਬਾਰੇ ਜਾਗਰਤੀ। ਦੂਸਰੀ ਚੀਜ਼ ਹੈ ਕਲੈਰਿਟੀ। ਸਾਡੇ ਥਾਟਸ, ਹਜ਼ਾਰਾਂ ਲੱਖਾਂ ਥਾਟਸ ਦਿਨ ਦੇ ਦੌਰਾਨ ਦਿਮਾਗ 'ਚੋਂ ਲੰਘਦੇ ਆ, ਰਾਤ ਨੂੰ ਸੁੱਤਿਆਂ ਪਈ ਵੀ ਪਰੇਸ਼ਾਨ ਕਰਦੇ ਆ। ਉਹਨੂੰ ਸੌਰਟ ਆਊਟ ਕਰਨਾ ਔਖਾ ਹੋ ਜਾਂਦਾ। ਮੈਂ ਇਹਦੇ ਵਿੱਚੋਂ ਗੁਜ਼ਰੀ ਹਾਂ। ਕਲੈਰਿਟੀ ਚਾਹੀਦੀ ਆ। ਦੈਨ ਵੀ ਨੀਡ ਕੌਨਫੀਡੈਂਸ। ਅਸੀਂ ਹਰ ਵੇਲੇ ਆਪਣੇ ਆਪ ਤੇ ਸ਼ੱਕ ਕਰਦੇ ਹਾਂ, ਮੁੜ ਕੇ ਸ਼ੱਕ ਕਰਦੇ ਹਾਂ ਕਿ ਵੀ ਆ ਨਹੀਂ ਹੋਣਾ, ਕਿਉਂਕਿ ਸਾਨੂੰ ਸਿਖਾਇਆ ਹੀ ਜਾਂਦਾ। ਲਿਮਿਟਿੰਗ ਬਲੀਫ ਇਹਨੂੰ ਆਪਾਂ ਕਹਿੰਦੇ ਆ ਕਿ ਸਾਡਾ, ਮੈਂ ਕਹਿੰਦੀ ਵਿਸ਼ਵਾਸ ਟੁੱਟਣੇ ਚਾਹੀਦੇ ਆ। ਇਹ ਅਜੀਬ ਗੱਲ ਲੱਗਦੀ ਸੁਣਨ ਨੂੰ ਕਿ ਵਿਸ਼ਵਾਸ ਉਹ ਟੁੱਟਣੇ ਚਾਹੀਦੇ ਆ ਜਿਹੜੀ ਤੁਹਾਡੀ ਸਟਰੈਂਥ ਨੂੰ, ਤੁਹਾਡੀ ਸ਼ਕਤੀ ਨੂੰ ਲਿਮਿਟ ਕਰ ਦਿੰਦੇ ਆ। ਤੋੜੋ ਉਹਨਾਂ ਨੂੰ, ਪਰ ਸਾਨੂੰ ਤੋੜਨਾ ਨਹੀਂ ਸਿਖਾਇਆ ਜਾਂਦਾ, ਕਿਉਂਕਿ ਸਾਨੂੰ ਇਹ ਪਤਾ ਲੱਗਦਾ ਕਿ ਵਿਸ਼ਵਾਸ ਨਹੀਂ ਟੁੱਟਣਾ ਚਾਹੀਦਾ। ਨੋ, ਜਿਹੜਾ ਤੁਹਾਨੂੰ ਰੋਕਦਾ ਉਸ ਵਿਸ਼ਵਾਸ ਨੂੰ, ਉਸ ਸ਼ੱਕ ਨੂੰ, ਉਹਨੂੰ ਤੋੜ ਦਿਓ। ਦੈਨ ਨੈਕਸਟ, ਕੌਨਫੀਡੈਂਸ ਤੋਂ ਇਲਾਵਾ E ਇਜ਼ ਐਮਪਾਵਰਮੈਂਟ, ਕਿ ਮੈਂ ਚਾਹੁੰਦੀ ਹਾਂ ਕਿ ਜੇ ਮੈਂ ਐਮਪਾਵਰਮੈਂਟ ਹਾਸਲ ਕੀਤੀ ਹੈ, ਮੈਂ ਉਹਨੂੰ ਦੂਸਰਿਆਂ ਦੇ ਨਾਲ ਸ਼ੇਅਰ ਕਰਾਂ। ਜੇ ਕੋਈ ਡਿੱਗਿਆ ਕਹਿੰਦੇ ਪਿਆ ਆ ਜਾਂ ਕਿਸੇ ਤਰ੍ਹਾਂ ਢਹਿੰਦੀ ਕਲਾ ਦੇ ਵਿੱਚ ਹੈ, ਮੈਂ ਉਹਨੂੰ ਉਹਦੀ ਸ਼ਕਤੀ ਆਈਡੈਂਟੀਫਾਈ ਕਰਾ ਕੇ, ਮੈਂ ਉਹਦੇ ਵਿੱਚ ਕੋਈ ਸ਼ਕਤੀ ਨਹੀਂ ਪਾਉਣ ਜਾ ਰਹੀ, ਮੈਂ ਕੋਈ ਬਾਬਾ ਨਹੀਂ ਹੈਗੀ, ਠੀਕ ਹੈ। ਉਹਨੂੰ ਉਹਦੀ ਸ਼ਕਤੀ ਨੂੰ ਮੈਂ ਜ਼ਿਆਦਾ ਕਲੀਅਰ ਕਰਾ ਕੇ, ਉਹਨੂੰ ਆਈਡੈਂਟੀਫਾਈ ਕਰਾ ਕੇ, ਉਹਨੂੰ ਮੈਂ ਕਹਿ ਸਕਦੀ ਹਾਂ ਕਿ ਭਾਈ ਤੂੰ ਉੱਠ। ਦ ਨੈਕਸਟ ਇਜ਼ ਐਮਪਾਵਰਮੈਂਟ ਤੋਂ ਬਾਅਦ ਪੋਜ਼ਿਟਿਵਿਟੀ। ਬੀ ਪੋਜ਼ਿਟਿਵ। ਬਹੁਤ ਚੀਜ਼ਾਂ ਸਾਰਾ ਦਿਨ ਨੈਗੇਟਿਵ ਦਿਸਦੀਆਂ, ਬਹੁਤ ਚੀਜ਼ਾਂ ਨੇ। ਉਹਦਾ ਦੂਸਰਾ ਪੱਖ ਦੇਖਣਾ। ਕਈ ਵਾਰ ਅਸੀਂ ਜਿਹੜੇ ਬਲਾਈਂਡ ਸਪੌਟਸ ਹੋ ਜਾਂਦੇ ਆ, ਆਪਾਂ ਦੇਖਦੇ ਨਹੀਂ ਆ। ਮੈਂ ਚਾਹੁੰਦੀ ਹਾਂ ਕਿ ਉਹ ਪੋਜ਼ਿਟਿਵਿਟੀ ਦੇ ਜਿਹੜੇ ਫੈਕਟਰਸ ਨੇ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ, ਉਸੇ ਵਿਅਕਤੀ ਦੀ ਜਿਹਨੂੰ ਲੋੜ ਹੈ ਹੈਲਪ ਦੀ, ਕਿ ਭਾਈ ਤੂੰ ਤਾਂ ਇੰਨਾ ਸ਼ਾਨਦਾਰ ਆ, ਕਿੱਥੇ ਡੁੱਬਿਆ ਬੈਠਾ। ਜਿਹਨੂੰ ਅਮੀ ਡਿਪਰੈਸ਼ਨ ਦਾ ਅਸੀਂ ਨਾਂ ਦੇ ਕੇ ਕਿਸੇ ਨੂੰ ਗੋਲੀਆਂ ਤੇ ਲਾਇਆ ਹੋਇਆ, ਕਿਸੇ ਨੂੰ ਕਿਸੇ ਪਾਸੇ ਲਾਇਆ ਹੈ। T ਇਜ਼ ਟਰਾਂਸਫਰਮੇਸ਼ਨ, ਟੋਟਲ ਟਰਾਂਸਫਰਮੇਸ਼ਨ, ਚੇਂਜ। ਦਿਸ ਇਜ਼ ਵਾਟ ਆਈ ਵਾਂਟ। ਇਹ ਮੈਂ ਐਕਸੈਪਟ ਕੀਤਾ ਆਪਣੇ ਆਪ ਨੂੰ ਇਸ ਤਰੀਕੇ ਦੇ ਨਾਲ। ਐਕਸੈਪਟ ਹੀ ਮੈਂ ਚਾਹੁੰਦੀ ਹਾਂ ਕਿ ਲੋਕ ਆਪਣੇ ਆਪ ਨੂੰ ਕਰਨ, ਪਰ ਇਸ ਅੰਦਾਜ਼ ਦੇ ਵਿੱਚ। ਸੋ ਐਕਸੈਪਟ ਕੋਚਿੰਗ ਮੈਂ ਲਾਂਚ ਕਰ ਦਿੱਤੀ ਹੈ, ਕਿਉਂਕਿ ਮੇਰੀ ਸਰਟੀਫਿਕੇਸ਼ਨ ਹੋ ਗਈ ਹੈ ਤੇ ਜਲਦੀ ਵੈਬਸਾਈਟ ਆ ਜਾਊਗੀ। ਮੈਂ ਚਾਹੁੰਦੀ ਹਾਂ ਕਿ ਜਿੰਨਾ ਵੱਧ ਤੋਂ ਵੱਧ ਲੋਕ ਐਕਸੈਪਟ ਕਰ ਸਕਣ, ਉਹ ਜ਼ਰੂਰ ਕਰਨ। ਨਵਜੋਤ ਢਿੱਲੋਂ ਦੀ ਨਿੱਜੀ ਜ਼ਿੰਦਗੀ ਦੇ ਸ਼ੌਕ ਕੀ ਨੇ? ਸ਼ੌਕ ਬਦਲੇ ਆ ਸਮੇਂ ਦੇ ਨਾਲ, ਕਾਫੀ ਬਦਲੇ ਆ। ਹੁਣ ਕੀ ਨੇ ਅੱਜ ਕੱਲ, ਕੀ ਚੱਲ ਰਿਹਾ? ਇਸ ਵੇਲੇ ਮੇਰਾ ਪੜ੍ਹਨ ਦਾ ਸ਼ੌਕ ਆ, ਜ਼ਿਆਦਾ ਮੈਂ ਪੜ੍ਹਨਾ ਚਾਹੁੰਦੀ ਹਾਂ। ਕਿਸੇ ਵੇਲੇ ਮਿਊਜ਼ਿਕ ਸੀ, ਬਹੁਤ ਮਿਊਜ਼ਿਕ ਸੁਣਿਆ ਮੈਂ, ਸਿਰਫ ਤੇ ਸਿਰਫ ਜਗਜੀਤ ਸਿੰਘ ਨੂੰ ਸੁਣਿਆ। ਮੀਨਿੰਗਲੈਸ ਜਿਹੜੇ ਗੀਤ ਹੈ ਉਹ ਮੈਂ ਸੁਣ ਨਹੀਂ ਸਕਦੀ। ਹੁਣ ਮੈਂ ਸਤਿੰਦਰ ਸਰਤਾਜ ਨੂੰ ਵੀ ਕਾਫੀ ਸੁਣਦੀ ਰਹੀ ਹਾਂ,
ਪਰ ਮਿਊਜ਼ਿਕ ਨਾਲ ਵੱਧ ਹੁਣ ਮੈਂ ਅੱਜ ਕੱਲ੍ਹ ਮੈਂ ਕਿਤਾਬਾਂ ਨਾਲ ਜੁੜ ਗਈ ਹਾਂ। ਮੈਂ ਕਾਫੀ ਪੜ੍ਹ ਰਹੀ ਹਾਂ, ਪੜ੍ਹਨਾ ਚਾਹੁੰਦੀ ਹਾਂ, ਅਤੇ ਉਸ ਮੇਰਾ ਈਵਨ ਆਪਣੇ ਸ਼ੋਅ ਦੇ ਵਿੱਚ ਵੀ ਮੈਂ ਸੋਚ ਰਹੀ ਹਾਂ, ਮੇਰਾ ਵਨ ਆਫ ਦਾ ਗੋਲਸ ਹੈਗਾ ਕਿ ਮੰਥ ਦੇ ਵਿੱਚ ਇੱਕ ਬੁੱਕ ਪੜ੍ਹ ਕੇ ਮੈਂ ਉਹ ਸ਼ੇਅਰ ਕਰਿਆ ਕਰਾਂ ਸੁਣਨ ਵਾਲਿਆਂ ਨਾਲ। ਜ਼ਿੰਦਗੀ ਦੇ ਇਸ ਸਮੇਂ ਦੇ ਵਿੱਚ ਜਿਹਦੇ 'ਚ ਗੁਜ਼ਰ ਰਹੇ ਹੋ ਤੁਸੀਂ, ਮਾਂ ਦੇ ਤੌਰ 'ਤੇ, ਨੂੰਹ ਦੇ ਤੌਰ 'ਤੇ, ਪਤਨੀ ਦੇ ਤੌਰ 'ਤੇ ਲਾਈਫ ਕੋਚਿੰਗ ਸ਼ੁਰੂ ਕਰਨੀ ਆ, ਮੇਜ਼ਬਾਨ ਹੋ, ਇੱਕ ਇਸਤਰੀ ਹੋ, ਇਹਦੇ ਤੋਂ ਬਾਅਦ ਕੁਛ ਹੋਰ ਸੋਚਿਆ ਹੋਇਆ ਵੀ ਮੈਂ ਆਹ ਕਰਕੇ ਆਹ ਕਰਨਾ, ਜਾਂ ਇਹ ਇਸ ਤਰ੍ਹਾਂ ਚੱਲਦੇ ਜਾਣ ਨੂੰ ਹੀ ਜ਼ਿੰਦਗੀ ਕਹਿਣਾ, ਇਹ ਰੱਖਿਆ ਹੋਇਆ ਵੀ ਅੱਜ ਜਿਵੇਂ ਫਰਾਰੀ ਵੇਚ ਕੇ ਮੌਂਕ ਕਹਿੰਦਾ ਵੀ ਮੈਂ ਤਾਂ ਜਾਣਾ, ਭਿਕਸ਼ੂ ਬਣ ਕੇ ਆਉਣਾ, ਇਸ ਤਰ੍ਹਾਂ ਹੈ ਕੁਛ ਮਨ ਦੇ ਵਿੱਚ ਬਈ ਇੱਕ ਉਹ ਸਮਾਂ ਆਉਣਾ ਜਿੱਦਣ ਨਵਜੋਤ ਨੇ ਆਹ ਕਰਨਾ, ਇਹੋ ਜਿਹਾ ਕੁਛ ਸੋਚਿਆ? ਹਰਜੀਤ ਕਲ ਜੀ, ਮੈਂ ਜਿਹੋ ਜਿਹਾ ਵੀ ਹੁਣ ਤੱਕ ਆਪਣੀ ਉਮਰ ਦੇ ਵਿੱਚ ਸਮਾਂ ਗੁਜ਼ਾਰਿਆ, ਮੇਰੀਆਂ ਬਹੁਤ ਜ਼ਿਆਦਾ ਖੁਆਇਸ਼ਾਂ ਕਦੇ ਵੀ ਨਹੀਂ ਰਹੀਆਂ। ਮੈਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਜਿਹੜੀ ਵੀ ਗੱਡੀ ਮੈਂ ਚਲਾ ਰਹੀ ਹਾਂ ਉਹ ਕਿੰਨਾ ਕੁ ਪੋਪੂਲਰ ਮਾਡਲ ਆ, ਕਿੰਨਾ ਪਸੰਦ ਕੀਤਾ ਜਾਣ ਵਾਲਾ। ਮੈਨੂੰ ਬੜੀ ਹੈਰਾਨੀ ਹੁੰਦੀ ਕਈ ਵਾਰੀ, ਮੈਨੂੰ ਕਹਿਣਗੇ ਉਹ ਫਲਾਣੀ ਗੱਡੀ ਤੁਹਾਡੀ ਖੜੀ ਹੈ। ਮੇਰੇ ਹਸਬੈਂਡ ਨੂੰ ਬਹੁਤ ਸ਼ੌਕ ਆ, ਉਹ ਬਹੁਤ ਸ਼ੌਕੀਨ ਨੇ, ਉਹਨਾਂ ਨੇ ਬਹੁਤ ਖੂਬਸੂਰਤ ਘਰ ਬਣਾ ਕੇ ਦਿੱਤਾ ਮੈਨੂੰ, ਵਧੀਆ ਗੱਡੀਆਂ ਰੱਖਦੇ ਆ, ਮੈਨੂੰ ਵੀ ਉਹਨਾਂ ਨੇ ਗੱਡੀ ਵਧੀਆ ਲੈ ਕੇ ਦਿੱਤੀ। ਕਈ ਵਾਰ ਮੈਨੂੰ ਹੀ ਨਹੀਂ ਪਤਾ ਹੁੰਦਾ ਕਿ ਵੀ ਮੈਂ, ਤੁਹਾਨੂੰ ਇਹ ਤਾਂ ਪਤਾ ਵੀ ਤੁਸੀਂ ਵਧੀਆ ਗੱਡੀ ਚਲਾਉਂਦੇ ਹੋ, ਮੈਂ ਕਿਉਂਕਿ ਵੈਲ ਐਂਡ ਵਿਸਲਸ ਤਾਂ ਉਹਦੇ ਵਿੱਚ ਹੀ ਨੇ। ਹਾਲੇ ਮੈਂ ਕੱਲ ਹੀ ਉਹਨਾਂ ਨੂੰ ਕਹਿ ਰਹੀ ਸੀ, ਮੈਂ ਕਿਹਾ ਹੈ ਅੱਛਾ ਮੈਂ ਤਾਂ ਵੀ ਹੈ ਇਹਦੇ 'ਚ ਹਲਕੀ ਜੀ ਕੋਈ ਗੱਡੀ ਮੈਂ ਸੋਚਦੀ ਹਾਂ ਮੈਂ ਲੈ ਲਾਂ। ਕਹਿੰਦੇ ਕੋਈ ਨਹੀਂ ਅਗਲੇ ਸਾਲ ਲੈ ਲਈ, ਤੂੰ ਹਲਕੀ ਲੈਣੀ ਆ ਅਗਲੇ ਸਾਲ ਲੈ ਲਈ। ਅਸੀਂ ਗੋਲਸ ਡਿਸਕਸ ਕਰ ਰਹੇ ਸੀ ਆਪਣੇ, ਮੈਂ ਕਿਹਾ ਮੈਂ ਕੋਈ ਛੋਟੀ ਹਲਕੀ ਜੀ ਗੱਡੀ ਲੈਣੀ ਹੈ, ਇੰਨੀ ਮਹਿੰਗੀ ਗੱਡੀ ਦੀ ਮੈਨੂੰ ਕੀ ਜ਼ਰੂਰਤ ਹੈ। ਕਹਿੰਦੇ ਕੋਈ ਨਹੀਂ ਅਗਲੇ ਸਾਲ ਲੈ ਲਈ। ਐਨੀਵੇਜ਼ ਮੇਰਾ ਕੋਈ ਇੱਦਾਂ ਦਾ ਸ਼ੌਕ ਨਹੀਂ ਹੈਗਾ। ਹੁਣ ਇਹ ਸਵਾਲ ਤੁਸੀਂ ਮੈਨੂੰ ਪੁੱਛਿਆ ਨਹੀਂ, ਬੇਸ਼ੱਕ ਮੈਂ ਇਹਦਾ ਜਵਾਬ ਦਿੰਨੀ ਹੈ। ਮੁੜ ਕੇ ਮੈਂ ਬ੍ਰੌਡਕਾਸਟਿੰਗ 'ਚ ਕਿਉਂ ਆ ਗਈ? ਹਾਂ, ਆਉਣਾ ਸੀ ਉਧਰ ਨੂੰ, ਹਲੇ ਕਿਹੜਾ ਮੁੱਕਿਆ ਕੰਮ। ਹਾਂ ਚਲੋ ਆਪਾਂ ਹੁਣ ਆਈ ਵਾਸ ਜਸਟ ਥਿੰਕਿੰਗ ਕਿ ਮੇਬੀ ਤੁਸੀਂ ਹੁਣ ਅਗਾਂਹ ਹੋਰ ਕੁਝ ਕਰਨਾ ਹੈ। 3 ਮਿੰਟ ਨੇ ਆਪਣੇ ਕੋਲ, ਇਹਨੂੰ ਆਪਾਂ ਹੁਣ ਤੁਸੀਂ ਆਪਣੇ ਤਰੀਕੇ ਨਾਲ ਸਮ ਅਪ ਕਰੋ। ਓਕੇ, ਮੈਂ ਬਿਲਕੁਲ ਇਹ ਸੋਚਿਆ ਹੋਇਆ ਸੀ ਕਿ ਵੀ ਮੈਂ ਜੋ ਕਰਾਂਗੀ ਮੈਂ ਸੋਸ਼ਲ ਮੀਡੀਆ ਤੇ ਹੀ ਕਰੂੰਗੀ। ਇੱਕ ਸੋਸ਼ਲ ਮੀਡੀਆ ਤੇ ਇੱਕ ਮੈਂ ਸਿਲਸਿਲਾ ਸ਼ੁਰੂ ਕੀਤਾ ਸੀ, YouTube ਤੇ ਇੱਕ ਮੈਂ ਕੀਤਾ ਚਿੱਠੀਆਂ ਅਣਲਿਖੀਆਂ, ਚਿੱਠੀਆਂ ਅਣਲਿਖੀਆਂ। ਹਾਂਜੀ, ਮੈਂ ਉਹ ਹੁਣ ਥੋੜਾ ਕਿਸਾਨਾਂ ਦਾ ਸੰਘਰਸ਼ ਜ਼ਿਆਦਾ ਹੋ ਗਿਆ, ਉਹ ਥੋੜਾ ਇਸ਼ੂ ਜ਼ਿਆਦਾ ਇੰਪੋਰਟੈਂਟ ਹੈ, ਇਸ ਕਰਕੇ ਮੈਂ ਉਹ ਪ੍ਰੋਡਿਊਸ ਨਹੀਂ ਕਰ ਰਹੀ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਕੰਟੈਂਟ ਰੁਲ ਜਾਵੇ। ਜਦੋਂ ਮੈਨੂੰ ਸ਼ੇਰੇ ਪੰਜਾਬ ਦੀ 600 AM ਦੀ ਟੀਮ ਨੇ ਮੈਨੂੰ ਅਪਰੋਚ ਕੀਤਾ, ਉਹਨਾਂ ਦਾ ਪਹਿਲਾ ਸਵਾਲ ਇਹ ਸੀ ਕਿ ਤੁਸੀਂ ਬ੍ਰੌਡਕਾਸਟਿੰਗ 'ਚ ਹੈਗੇ ਹੋ ਜਾਂ ਤੁਸੀਂ ਛੱਡ ਹੀ ਦਿੱਤਾ, ਜਾਂ ਕਿਵੇਂ ਆ, ਤੁਹਾਡਾ ਕੀ ਪਲਾਨ ਆ? ਮੈਂ ਕਿਹਾ ਮੈਂ ਛੱਡ ਦਿੱਤਾ ਹੈ। ਕਹਿੰਦੀ ਤੁਹਾਡਾ ਕੋਈ ਹੈਗਾ, ਤੁਸੀਂ ਸਾਨੂੰ ਥੋੜ੍ਹਾ ਜਿਹਾ ਸਮਾਂ ਦੇ ਸਕਦੇ ਹੋ? ਮੈਂ ਕਿਹਾ ਮੇਰਾ ਮਨ ਤਾਂ ਨਹੀਂ ਹੈ, ਪਰ ਤੁਸੀਂ ਦੱਸੋ ਮੈਂ ਕੀ ਹੈਲਪ ਕਰ ਸਕਦੀ ਹਾਂ। ਮੈਂ ਸੋਚੀ ਸੀ ਕਿ ਸ਼ਾਇਦ ਕਿਸੇ ਤਰ੍ਹਾਂ ਦੀ ਕੋਈ ਹੈਲਪ ਮੈਂ ਕਰ ਸਕਦੀ ਹਾਂ ਨਾ। ਕਹਿੰਦੇ ਸਾਨੂੰ ਜੇ 2 ਘੰਟੇ ਤੁਸੀਂ ਦੇ ਦਿਓ, ਐਟਲੀਸਟ 2 ਘੰਟੇ। ਮੈਂ ਸੋਚਿਆ, ਮੈਂ ਕਿਹਾ ਮੈਂ ਦੁਬਾਰਾ ਗੱਲ ਕਰਦੀ ਹਾਂ ਤੁਹਾਡੇ ਨਾਲ। ਮੈਂ ਘਰ ਗੱਲ ਕੀਤੀ, ਇੱਧਰ ਉੱਧਰ ਸਲਾਹ ਕੀਤੀ, ਸਾਰਿਆਂ ਨੇ ਥੋੜ੍ਹਾ ਮੈਨੂੰ ਪੁਸ਼ ਕੀਤਾ ਕਿ ਵਾਈ ਨਾਟ। ਦੈਨ ਫਿਰ ਮੈਂ ਆਪਣੇ ਆਪ ਨਾਲ ਸੋਚਿਆ, ਮੈਂ ਕਿਹਾ ਵੀ ਮੈਂ ਜਾਊਂਗੀ ਅਤੇ ਮੈਂ ਐਟਲੀਸਟ ਉਸ ਅੰਦਾਜ਼ ਦਾ ਮੈਂ ਸ਼ੋਅ ਨਹੀਂ ਕਰਨਾ ਜਿੱਦਾਂ ਦਾ ਮੈਂ ਪਹਿਲਾਂ ਕਰਦੀ ਸੀ। ਮੈਂ ਇਸ ਪਲੇਟਫਾਰਮ ਨੂੰ ਹੁਣ ਅਵੇਅਰਨੈਸ ਦੇ ਲਈ, ਦਿਲ ਤੋਂ ਅਵੇਅਰਨੈਸ ਦੇ ਲਈ, ਇੰਪੈਕਟ ਕਰਨ ਦੇ ਲਈ ਮੈਂ ਯੂਜ਼ ਕਰੂੰਗੀ। ਇੱਕ ਨਵੀਂ ਨਵਜੋਤ ਢਿੱਲੋਂ ਆਏਗੀ, ਇੱਕ ਨਵੀਂ ਰੌਸ਼ਨੀ ਹੋਊਗੀ, ਰਾਈਟ। ਇਸ ਕਰਕੇ ਮੈਂ ਬੜਾ ਕਲੀਅਰਲੀ ਮੈਨੇਜਮੈਂਟ ਨੂੰ ਕਿਹਾ, ਮੈਂ ਕਿਹਾ ਵੀ ਜੇ ਮੈਂ ਸ਼ੋਅ ਕਰਨਾ ਤਾਂ ਐਂ ਕਰਨਾ ਤੇ ਮੈਂ ਨਿਊਜ਼ ਤੋਂ ਟੋਟਲੀ ਅਵੇਅਰ ਰਹਿਣਾ ਚਾਹੁੰਦੀ ਹਾਂ। ਮੇਰੇ ਕੋਲੋਂ ਇਹ ਐਕਸਪੈਕਟ ਨਾ ਕਰਿਓ ਵੀ ਕਿਸੇ ਟਾਈਮ ਮੈਂ ਨਿਊਜ਼ ਕਰੂੰਗੀ। ਮੇਰੀ ਸਿਰਫ ਇਹੀ ਹੈ ਕਿ ਆਈ ਵਾਂਟ ਟੂ ਇੰਪੈਕਟ ਪੀਪਲਸ ਲਾਈਫਸ ਪੋਜ਼ਿਟਿਵਲੀ। ਮੈਂ ਟਰਾਂਸਫਰਮੇਸ਼ਨ ਚਾਹੁੰਦੀ ਹਾਂ। ਮੈਨੂੰ ਪਤਾ ਆਪਣੀ ਕਮਿਊਨਿਟੀ 'ਚ ਬਹੁਤ ਲੋਕਾਂ ਨੂੰ ਹੈਲਪ ਦੀ ਜ਼ਰੂਰਤ ਆ। ਲੋਕੀ ਮੋਟੀਵੇਸ਼ਨਲ ਵੀਡੀਓਜ਼ ਦੇਖਦੇ ਆ, ਕਿਤਾਬਾਂ ਸੁਣਦੇ ਆ, ਪੜ੍ਹਦੇ ਆ, ਪਰ ਪੰਜਾਬੀ ਦੇ ਵਿੱਚ ਕੁਝ ਹੈ ਨਹੀਂ ਉਹਨਾਂ ਦੇ ਕੋਲ। ਅੰਗਰੇਜ਼ੀ ਦੇ ਵਿੱਚ ਬਹੁਤ ਮਟੀਰੀਅਲ ਪਿਆ ਆ ਤੇ ਲੋਕ ਆਪਣੇ ਹਿਸਾਬ ਦੇ ਨਾਲ ਕੋਰਿਲੇਟ ਨਹੀਂ ਕਰ ਪਾਉਂਦੇ ਜਦੋਂ ਉਹ ਕਿਤਾਬਾਂ ਪੜ੍ਹਦੇ ਆ ਅੰਗਰੇਜ਼ੀ ਦੀਆਂ, ਜਾਂ ਉਹਨਾਂ ਅੰਗਰੇਜ਼ੀ ਵਾਲੇ ਸਪੀਕਰਸ ਨੂੰ ਸੁਣਦੇ ਆ। ਮੈਂ ਚਾਹੁੰਦੀ ਹਾਂ ਕਿ ਮੈਂ ਪੰਜਾਬੀ ਦੇ ਵਿੱਚ ਇਹ ਕੰਮ ਕਰਾਂ। ਫਿਰ ਮੈਨੂੰ ਲੱਗਾ ਕਿ ਹਾਂ, ਇਹ ਇੱਕ ਚੰਗਾ ਪਲੇਟਫਾਰਮ ਹੈ ਜਿਹਦੇ ਤੇ ਮੈਂ ਇਹ ਕੰਮ ਕਰ ਸਕਦੀ ਹਾਂ। ਦੈਟਸ ਵਾਈ ਆਈ ਐਮ ਹੇਅਰ ਐਂਡ ਮੇਰੀ ਇਹ ਕਮਿਟਮੈਂਟ ਹੈ, ਇਹ ਵਾਅਦਾ ਹੈ ਕਿ ਮੈਂ ਇੰਪੈਕਟ ਕਰਨਾ ਚਾਹੁੰਦੀ ਪੋਜ਼ਿਟਿਵ ਹਰ ਇੱਕ ਦੀ ਲਾਈਫ ਨੂੰ। ਜੇ ਮੈਂ ਕਿਸੇ ਇੱਕ ਵਿਅਕਤੀ ਦੀ ਵੀ ਲਾਈਫ ਨੂੰ ਉਸ ਤਰ੍ਹਾਂ ਦੀ ਚੇਂਜ ਲਿਆ ਸਕਾਂ ਜਿੱਦਾਂ ਮੈਂ ਆਪਣੀ ਜ਼ਿੰਦਗੀ 'ਚ ਲਿਆਂਦੀ ਹੈ, ਤੇ ਮੇਰੇ ਲਈ ਇਹ ਮੇਰੀ ਜਿਹੜੀ ਜ਼ਿੰਦਗੀ ਆ ਮੁਕੰਮਲ ਹੋਏਗੀ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਬਹੁਤ ਵਧੀਆ ਗੱਲਾਂ ਕੀਤੀਆਂ, 1 ਘੰਟਾ ਦੀਆਂ ਗੱਲਾਂ ਸੀ ਤੇ ਆਪਾਂ ਇੱਥੇ ਹੀ ਮਿਲੇ ਆ ਜੀ। ਮੇਰੇ ਖਿਆਲ 5 ਕੁ ਵਾਰ ਮਿਲਿਆ ਪਿਛਲੇ 3 ਮਹੀਨੇ 'ਚ, ਕਿਉਂਕਿ ਆਪਣੇ ਸ਼ੋਅ ਅਲੱਗ ਟਾਈਮ ਹੁੰਦਾ, ਪਰ ਕਈ ਵਾਰ ਰੂਹਾਂ ਦੀ ਕੋਈ ਨਾ ਕੋਈ ਸਾਂਝ ਹੁੰਦੀ ਹੈ ਜਿਹਦੀ ਸਾਨੂੰ ਨਹੀਂ ਪਤਾ ਹੁੰਦਾ ਜੀ। ਤੇ ਮੈਂ ਸਦਾ ਹੀ ਮਾਣ ਕਰਦਾ, ਤੁਸੀਂ ਬਹੁਤ ਵਧੀਆ ਤੁਹਾਡੇ ਸ਼ੋਅ ਰਹੇ ਨੇ, ਸ਼ਬਦ ਬਹੁਤ ਵਧੀਆ ਨੇ ਤੇ
ਜਿਹੜੀ ਕੋਈ ਗੱਲ ਕਰਦੇ ਹੋ ਉਹ ਦਿਲ ਤੇ ਅਸਰ ਕਰਦੀ ਹੈ। ਸ਼ੁਭ ਸ਼ਾਮਾਂ, ਬਹੁਤ 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 ਸ਼ੁਕਰੀਆ, ਥੈਂਕ ਯੂ ਸੋ ਮਚ ਸਮਾਂ ਦੇਣ ਦੇ ਲਈ। ਧੰਨਵਾਦ। ਦਾ ਨਵਜੋਤ ਢਿੱਲੋਂ ਸ਼ੋ, ਨਵਜੋਤ ਢਿੱਲੋਂ ਹੋਣਾ ਨੇ ਜ਼ਿੰਦਗੀ ਦੀਆਂ ਪਰਤਾਂ ਖੋਲੀਆਂ। ਇਨਵੈਸਟਰ ਪ੍ਰਾਈਮ ਰਿਐਲਿਟੀ ਦੇ ਸਤਿੰਦਰਪਾਲ ਸਿੰਘ ਬਰਾੜ 604 906 7413 ਦੇਸ਼ ਪੰਜਾਬ ਦੇ ਝਰੋਖੇ ਚੋਂ ਸੈਗਮੈਂਟ ਦੇ ਸਪਾਂਸਰ ਨੇ। ਅੱਜ ਪੱਤੀ ਉਹਨਾਂ ਦੀ ਆਪਾਂ ਸੈਗਮੈਂਟ ਕੀਤੀ ਨਹੀਂ, ਕੱਲ੍ਹ ਨੂੰ ਕਰਾਂਗੇ। 604 906 7413 ਫਰੇਜ਼ਰ ਵੈਲੀ ਦੇ ਵਿੱਚ ਘਰ-ਬਾਰ ਖਰੀਦਣਾ ਹੋਵੇ, ਲੋਅਰ ਮੇਨਲੈਂਡ 'ਚ ਖਰੀਦਣਾ ਹੋਵੇ ਤਾਂ ਸਤਿੰਦਰਪਾਲ ਸਿੰਘ ਬਰਾੜ। ਟਾਈਲ ਮਾਰਟ ਦੀਆਂ 4 ਲੋਕੇਸ਼ਨਾਂ 604 427 84 53। ਕੋਈ ਵੀ ਤੁਸੀਂ ਕਿਸੇ ਕਿਸਮ ਦਾ ਕਾਊਂਟਰ ਟਾਪ, ਹਾਰਡਵੁੱਡ, ਵਾਈਨਲ ਤੇ ਟਾਈਲਾਂ ਲੈਣੀਆਂ ਨੇ ਤਾਂ ਟਾਈਲ ਮਾਰਟ 604 427 84 53। ਪਰਮਿੰਦਰ ਸਿੰਘ ਥਿੰਦ ਦਾ ਥਿੰਕ ਇੰਸ਼ੋਰੈਂਸ 604 828 72 13 ਅਲਬਰਟਾ ਤੇ BC ਸੇਵਾਵਾਂ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਮਾਰਗਜ, ਸੁਪਰ ਵੀਜ਼ਾ, ਡਿਸੇਬਿਲਿਟੀ ਇੰਸ਼ੋਰੈਂਸ 604 828 7213। ਵੁੱਡਲੈਂਡ ਫਰਨੀਚਰ, ਜੰਬਸ ਫਰਨੀਚਰ ਬਣਾਉਂਦੇ ਆ ਲੋਕਲ ਕੈਨੇਡੀਅਨ ਲੱਕੜ ਦਾ, ਇੱਥੇ ਹੀ ਬਣਿਆ ਹੋਇਆ ਤੁਹਾਡੇ ਘਰ ਦੇ ਹਾਣ ਦਾ। ਯੂਨਿਟ 102 130 76 ਐਵਨਿਊ ਸਰੀ 604 599 58 93 4699 ਕਿੰਗਸਵੇ ਬਰਨਬੀ 604 437 72 92। ਵੁੱਡਲੈਂਡ ਫਰਨੀਚਰ ਉਹਨਾਂ ਦੀਆਂ ਸਾਰੀਆਂ ਈਅਰ ਐਂਡ, ਨਵਾਂ ਸਾਲ ਅਤੇ ਬਲੈਕ ਫਰਾਈਡੇ ਹਲੇ ਵੀ ਉਹ ਕਹਿੰਦਾ ਸੇਲਾਂ ਚੱਲੀ ਜਾਂਦੀਆਂ ਸਾਡੀ। ਗਗਨ ਸਿੰਘ ਪੰਜਾਬ ਨੂੰ ਡਾਲਰਾਂ ਦਾ ਵਧੀਆ ਰੇਟ, ਰੁਪਈਆਂ ਦੇ ਵਧੀਆ ਡਾਲਰ, ਮਨੀ ਇੱਥੇ ਜਾਂ ਉੱਥੇ ਗੱਲ ਕਹਿਤੀ ਤਾਂ ਹੋ ਗਈ। 604 349 13 13 ਰੁਪਈਏ ਉੱਥੇ ਤੇ ਡਾਲਰ ਇੱਥੇ ਕਹਿ ਦਿਓ ਤੇ ਬਸ ਪਹੁੰਚ ਗਏ। ਬਸੰਤ ਮੀਟ ਸ਼ਾਪ, ਮਨਜਿੰਦਰ ਸਿੰਘ ਪੰਧੇਰ ਦੀ 31 940 ਸਾਊਥ ਫਰੇਜ਼ਰ ਬੇ ਐਬਸਫੋਰਡ। ਹਰ ਕਿਸਮ ਦਾ ਮੀਟ ਉੱਥੋਂ ਤੁਸੀਂ ਖਰੀਦ ਸਕਦੇ ਹੋ, ਮੁਰਗਾ, ਬੱਕਰਾ ਤੇ ਭੇਡੂ ਤੇ ਨਾਲ ਤਿੱਤਰ ਬਟੇਰ ਵੀ। ਮਸਾਲਾ ਲਾ ਕੇ ਵੀ ਦੇ ਦਿੰਦੇ ਆ, ਖਰੌੜਿਆਂ ਦਾ ਸੂਪ ਬਣਾ ਕੇ ਦਿੰਦੇ ਆ। 604 776 35 35 604 776 3535। ਬਸੰਤ ਮੀਟ ਸ਼ਾਪ 31 940 ਸਾਊਥ ਫਰੇਜ਼ਰ ਬੇ ਐਬਸਫੋਰਡ ਦੇ ਵਿੱਚ। ਅਖੀਰ ਦੇ ਵਿੱਚ ਮੰਨਤ ਨੂਰ ਦਾ ਇੱਕ ਗੀਤ ਤੁਹਾਡੇ ਸਨਮੁਖ, ਤੇ ਫਿਰ ਨਿੰਮੀ ਡੋਲਾ ਜੀ ਦੇ ਪ੍ਰੋਗਰਾਮ ਦੇ ਵਿੱਚ ਮੇਰੀ ਇੰਟਰਵਿਊ ਹੋਣੀ ਆ। ਸੁਣਦੇ ਰਹੋ, ਜੁੜਿਓ ਰਹੋ। ਸ਼ੇਰੇ ਪੰਜਾਬ ਜ਼ਿੰਦਾਬਾਦ। ਮੋਰਨੀ ਵਿੱਚ ਝਾਂਜਰਾਂ